रामदास अर्जन गुरु बर श्री हरगोबिंद। हरि राय हर कृष्ण गुर तेग बहादुर चंद। दसवें गोविंद सिंह गुरु नमो चरण अरविंद। जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। जजन भजन मम खालसा खालसा पूज विजोग। दास गोबिंद फतेह खालसा दर्श परस मिटे सोग। आत्म रस जो जानही सो है खालस देव। प्रभ मैं मोह मह तास मह रंचक नाहिन भेव। मुँह की उचरै शास्त्र खाट पिंग गिरण। आंध लखै बदरो सुरैं जो काल। कहाँ बुद्ध प्रभ तुच्छ हमारी वर्ण सकै महिमा जो तिहारी। हम ना सकत कर सिफत तुम्हारी आप लिहो तुम कथा। हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा। सिख संगत भट शस्त्र धार दर्श करन के चाए। खरे होते पहुँचे तहाँ बदन जोत दिपताए। वाहिगुरु जी का खालसा वाहिगुरु जी की फतेह। परम सन्मान जो गुरु की साजी नवाजी हुई। गुरु रूप गुरु खालसा साध संगत जी आप जी अत्यंत बड़ भागे हो। जो सतगुरु महाराज ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ ਔਰ ਸਤਿਗੁਰੂ ਜੀ ਦੀ ਪਾਵਨ ਕਥਾ ਦਾ ਆਨੰਦ ਮਾਣ ਰਹੇ ਹੋ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਹਨ। ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੈ ਮੂਰਤ ਹੈ ਜਗ ਆਇਓ। ਪਰਮੇਸ਼ਰ ਦੀ ਉਹ ਸ਼ਕਤੀ ਦਸਾਂ ਜਾਮਿਆਂ ਵਿੱਚ ਵਰਤੀ ਗੁਰੂ ਰੂਪ ਹੋ ਕੇ। ਹੁਣ ਲੋੜ ਪੈ ਗਈ ਖੰਡੇ ਦੀ ਯੁੱਧ ਦੀ ਗੁਰਸਿਮਰਨ ਮਨਾਈ ਕਾਲਕਾ ਖੰਡੇ ਕੀ ਵੇਲਾ। ਅਕਾਲ ਪੁਰਖ ਦਾ ਇਹ ਅਸਤੁਜ ਸਰੂਪ ਅਸਕੇਤ ਖੜਗ ਕੇਤ ਜਿਹੜਾ ਮਹਾਰਾਜ ਦਾ ਸਰੂਪ ਹੈ ਚੰਡੀ ਵਾਲਾ ਸਰੂਪ ਹੈ। ਇਹ ਸਤਿਗੁਰੂ ਜੀ ਨੇ ਦਸਵੇਂ ਜਾਮੇ 'ਚ ਪ੍ਰਗਟ ਕਰਕੇ ਖਾਲਸੇ ਪੰਥ ਦੀ ਸਿਰਜਣਾ ਕਰਨੀ ਹੈ। ਇਸ ਕਰਕੇ ਆਪ ਜੀ ਨੇ ਬੜਾ ਵੱਡਾ ਪ੍ਰਯੋਗ ਸਿੱਧ ਕੀਤਾ ਹੈ ਔਰ ਜਗਤ ਮਾਤ ਚੰਡਕਾ ਨੂੰ ਪ੍ਰਸੰਨ ਕਰਕੇ ਇਹ ਵਰ ਲਿਆ ਹੈ। ਦੇ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ। ਨਾ ਟਰੋਂ ਅਰਸੋਂ ਜਬ ਜਾਏ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋ। ਸੱਚੇ ਪਾਤਸ਼ਾਹ ਮਹਾਰਾਜ ਇਸ ਜਗਤ ਮਾਤ ਚੰਡਕਾ ਨੂੰ ਪ੍ਰਗਟ ਕਰਕੇ ਸ਼ਕਤੀ ਨੂੰ ਚੰਡੀ ਨੂੰ ਪ੍ਰਗਟ ਕਰਕੇ ਆਪ ਜਦੋਂ ਪਹਾੜ ਤੋਂ ਉਤਰੇ ਹਨ ਤਾਂ ਹਜ਼ਾਰਾਂ ਸੰਗਤਾਂ ਗੁਰੂ ਸਾਹਿਬ ਦਾ ਸਵਾਗਤ ਕਰਨ ਲਈ ਪਹਾੜ ਦੇ ਥੱਲੇ ਖੜੀਆਂ ਹੋਈਆਂ ਹਨ। ਗੁਰੂ ਦੀ ਫੌਜ ਗੁਰੂ ਦੀ ਸੰਗਤ ਗੁਰੂ ਕੇ ਸਿੱਖ ਨਮਸਕਾਰਾਂ ਕਰ ਰਹੇ ਨੇ। ਗੁਰੂ ਸਾਹਿਬ ਕਿਸ ਤਰ੍ਹਾਂ ਆਪਣੇ ਮਹਿਲਾਂ 'ਚ ਸ੍ਰੀ ਅਨੰਦਪੁਰ ਸਾਹਿਬ ਆਏ ਹਨ ਉਹ ਕਥਾ ਪ੍ਰੇਮ ਸਹਿਤ ਸਰਵਣ ਕਰੀਏ। ਮਨ ਬਿਰਤੀਆਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖ ਸੰਗਤ ਭਟ ਸ਼ਸਤਰ ਧਾਰ ਦਰਸ ਕਰਨ ਕੇ ਚਾਏ। ਗੁਰੂ ਮਹਾਰਾਜ ਦੀ ਸਿੱਖ ਸੰਗਤਾਂ ਤੇ ਮਹਾਰਾਜ ਦੀਆਂ ਫੌਜਾਂ ਸ਼ਸਤਰ ਧਾਰੀ ਹੋ ਕੇ ਕਮਰ ਕਸੇ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਪਹਾੜ ਦੇ ਥੱਲੇ ਇਕੱਠੇ ਹੋਏ ਹਨ। ਖਰੇ ਹੋਤੇ ਪਹੁੰਚੇ ਤਹਾਂ ਬਦਨ ਜੋਤ ਦਿਪਤਾਏ। ਮਹਾਰਾਜ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਸੰਗਤਾਂ ਤੇ ਗੁਰੂ ਦੀਆਂ ਫੌਜਾਂ ਹੱਥ ਜੋੜ ਕੇ ਖੜੀਆਂ ਹਨ। ਜਿੱਥੇ ਸੱਚੇ ਪਾਤਸ਼ਾਹ ਨੇ ਪਹਾੜ ਤੋਂ ਥੱਲੇ ਉਤਰਨਾ ਹੈ ਉੱਥੇ ਸੰਗਤਾਂ ਸਵਾਗਤ ਲਈ ਤਤਪਰ ਹਨ। ਮਹਾਰਾਜ ਉਤਰੇ ਹਨ ਪਹਾੜ ਤੋਂ। ਚਿਹਰੇ ਤੇ ਬਹੁਤ ਜ਼ਿਆਦਾ ਤੇਜ ਪ੍ਰਤਾਪ ਝਲਕ ਰਿਹਾ ਹੈ। ਭਾਈ ਧਾਏ ਧਾਏ ਹੋਏ ਕਰ ਅਗਵਾਏ। ਦੌੜ ਦੌੜ ਕੇ ਸਿੱਖ ਅੱਗੇ ਗਏ ਹਨ। ਨਮੋ ਕਰਨ ਕੋ ਨਰ ਉਤਲਾਏ। ਔਰ ਨਮਸਕਾਰ ਕਰਨ ਲਈ
ਬੜੀ ਉਤਕੰਠਾ ਦੇ ਨਾਲ ਅੱਗੇ ਵੱਧ ਕੇ ਚਰਨਾਂ ਤੇ ਨਮਸਕਾਰ ਕੀਤੀ ਹੈ। ਦੀਪਤ ਤੇਜ ਤੇ ਚਰਨਨ ਪਰੈ। ਮਹਾਰਾਜ ਦਾ ਤਪ ਤੇਜ ਵੇਖ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਹਨ। ਦਰਸ ਅਪੂਰਵ ਗੁਰ ਕੇ ਕਰੈ। ਮਹਾਰਾਜ ਦੇ ਐਸੇ ਸੁੰਦਰ ਸਰੂਪ ਦੇ ਦਰਸ਼ਨ ਕਰਦੇ ਹਨ। ਉਗਰ ਤੋਰ ਗੁਰ ਕੋ ਤਬ ਦੇਖਾ। ਮਹਾਰਾਜ ਦਾ ਤੌਰ ਤਰੀਕਾ ਬੜਾ ਤਪ ਤੇਜ ਵਾਲਾ ਉਗਰ ਪ੍ਰਤਾਪ ਵੇਖਿਆ ਹੈ। ਰਹੇ ਤੂਸਨੀ ਠਾਨ ਅਸ਼ੇਖਾ। ਸਾਰੇ ਹੀ ਗੁਪਤ ਹੋ ਗਏ ਹਨ, ਕਿਸੇ ਨੇ ਬਚਨ ਨਹੀਂ ਕੀਤਾ, ਕਿਉਂਕਿ ਮਹਾਰਾਜ ਦੇ ਚਿਹਰੇ ਤੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਦਮਕਾ ਮਾਰ ਰਿਹਾ ਸੀ। ਜਗਤ ਮਾਤ ਚੰਡਕਾਂ ਦੇ ਦਰਸ਼ਨ ਕਰਕੇ ਮਹਾਰਾਜ ਵੀ ਚੰਡੀ ਸਰੂਪ ਹੀ ਹੋ ਗਏ ਸਨ। ਜੈਸਾ ਸੇਵੈ ਤੈਸੋ ਹੋਏ। ਸ਼ਕਤੀ ਸਰੂਪ ਕਲਗੀਧਰ ਪਾਤਸ਼ਾਹ ਦਾ ਚਿਹਰਾ ਵੇਖਿਆ ਨਹੀਂ ਜਾਂਦਾ, ਕਿਸੇ ਦੀ ਨਜ਼ਰ ਵੀ ਸਾਹਮਣੇ ਨਹੀਂ ਉੱਠ ਸਕੀ। ਅਦਬ ਸਾਥ ਸੁਖ ਚਿਤ ਹੋਏ ਦੂਰ। ਬੜੇ ਅਦਬ ਦੇ ਨਾਲ ਸੰਕੋਚ ਕੇ ਸਿੱਖ ਦੂਰੋਂ ਹੀ ਨਮਸਕਾਰਾਂ ਕਰਕੇ ਖਲੋ ਗਏ ਨੇ। ਪਾਛੇ ਗਮਨੈ ਸੰਕਟ ਭੂਰ। ਔਰ ਮਹਾਰਾਜ ਦੀਆਂ ਸੰਗਤਾਂ ਹੌਲੇ ਹੌਲੇ ਪਿੱਛੇ ਪਿੱਛੇ ਸਤਿਗੁਰਾਂ ਦੇ ਤੁਰ ਪਈਆਂ ਨੇ। ਤਕਦਿਜ ਆਸ਼ਿਕ ਕੋ ਦੇਤੇ। ਬਹੁਤ ਸਾਰੇ ਬ੍ਰਾਹਮਣ ਹਨ ਜਿਹੜੇ ਦਾਨ ਦਛਣਾ ਲੈਣ ਵਾਸਤੇ ਆਏ ਹਨ, ਮਹਾਰਾਜ ਨੂੰ ਆਸ਼ੀਰਵਾਦਾਂ ਦਿੰਦੇ ਹਨ ਹੈ ਵਧਾਈ ਮੰਗਲ ਕੇਤੇ। ਔਰ ਮਹਾਰਾਜ ਨੂੰ ਵਧਾਈਆਂ ਦਿੰਦੇ, ਮਹਾਰਾਜ ਵਧਾਈ ਹੋਵੇ, ਆਪ ਜੀ ਦਾ ਪ੍ਰਯੋਗ ਸਫਲ ਹੋਇਆ ਹੈ। ਆਪ ਜੀ ਨੂੰ ਜਗਤ ਮਾਤ ਚੰਡਕਾ ਦੇ ਪ੍ਰਤੱਖ ਦਰਸ਼ਨ ਹੋਏ ਹਨ। ਭਏ ਤੁਰੰਗਮ ਪਰ ਅਸਵਾਰ। ਪਹਾੜ ਤੋਂ ਥੱਲੇ ਉਤਰ ਕੇ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਕੇ ਘੋੜੇ ਤੇ ਸਵਾਰ ਹੋਏ ਹਨ। ਨਰ ਕਰ ਦਰਸ਼ਨ ਹੋਵਤ ਲਾਰ। ਔਰ ਮਹਾਰਾਜ ਦੇ ਦਰਸ਼ਨਾਂ ਲਈ ਸੰਗਤਾਂ ਦੇ ਲਾਰੇ ਲੱਗੇ ਹੋਏ, ਲੈਣਾ ਲੱਗੀਆਂ ਹੋਈਆਂ। ਬਾਜ਼ਾਰਾਂ ਵਿੱਚ, ਗਲੀਆਂ ਵਿੱਚ, ਸੜਕਾਂ ਤੇ ਸੰਗਤਾਂ ਖੜੀਆਂ ਦਰਸ਼ਨ ਕਰ ਰਹੀਆਂ ਹਨ। ਸੰਧਿਆ ਸਮੇਂ ਹੋਤ ਲਓ ਆਏ। ਮਹਾਰਾਜ ਰਹਿ ਰਾਸ ਦੇ ਟਾਈਮ ਤੋਂ ਪਹਿਲਾਂ ਸੰਧਿਆ ਹੋਣ ਤੋਂ ਪਹਿਲਾਂ ਹੀ ਸ੍ਰੀ ਅਨੰਦਪੁਰ ਸਾਹਿਬ ਅੱਪੜ ਗਏ ਹਨ। ਆਨੰਦਪੁਰ ਮੈਂ ਹੋਤ ਵਧਾਏ। ਸ੍ਰੀ ਅਨੰਦਪੁਰ ਸਾਹਿਬ 'ਚ ਬੜੇ ਵਧਾਈਆਂ ਦੇ ਵਾਜੇ ਵੱਜ ਰਹੇ ਨੇ। ਸੰਗਤਾਂ ਮਹਾਰਾਜ ਨੂੰ ਵਧਾਈਆਂ ਦੇ ਰਹੀਆਂ ਨੇ। ਸ੍ਰੀ ਗੁਜਰੀ ਢਿਗ ਜਿਸ ਨਰ ਕਹਿਓ। ਜਿਸ ਬੰਦੇ ਨੇ ਜਾ ਕੇ ਮਾਤਾ ਗੁਜਰੀ ਜੀ ਨੂੰ ਇਹ ਖਬਰ ਸੁਣਾਈ ਹੈ, ਜਿਤ ਮੈਂ ਚਾਹਿਓ ਪਦਾਰਥ ਲਹਿਓ। ਮਾਤਾ ਜੀ ਨੇ ਉਸ ਬੰਦੇ ਨੂੰ, ਜਿਹੜਾ ਵੀ ਕੋਈ ਸੇਵਾਦਾਰ ਜਾਂ ਗੁਰੂ ਘਰ ਦਾ ਦਾਸੀ ਦਾਸ ਕੋਈ ਵੀ ਸੀਗਾ, ਉਹਨੂੰ ਮਾਤਾ ਜੀ ਨੇ ਇੰਨਾ ਦਾਨ ਮਾਨ ਦਿੱਤਾ ਕਿ ਮਾਲਾ ਮਾਲ ਕਰ ਦਿੱਤਾ ਹੈ। ਤੁਮ ਹੀ ਦੋਨੋਂ ਮਹਿਲ ਆਨੰਦੇ। ਇਸੇ ਤਰ੍ਹਾਂ ਜਿਵੇਂ ਮਾਤਾ ਗੁਜਰੀ ਜੀ ਨੂੰ 10ਵੇਂ ਪਾਤਸ਼ਾਹ ਜੀ ਦੇ ਪ੍ਰਯੋਗ ਦੀ ਸਫਲਤਾ ਦੀ ਖੁਸ਼ੀ ਹੋਈ ਹੈ, ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਵੀ ਬੜੇ ਖੁਸ਼ ਹੋਏ ਹਨ। ਭਨ ਭੂਖਨ ਦੇ ਬਸਤਰ ਬਿਲੰਦੇ। ਔਰ ਮਹਾਰਾਜ 10ਵੇਂ ਪਾਤਸ਼ਾਹ ਜੀ ਨੂੰ ਘਰ ਆਉਣ ਦੀ ਖੁਸ਼ੀ ਦੇ ਵਿੱਚ ਮਾਤਾ ਸੁੰਦਰੀ ਜੀ ਤੇ ਮਾਤਾ ਜੀਤੋ ਜੀ ਨੇ ਬਹੁਤ ਦਾਨ ਮਾਨ ਗਰੀਬਾਂ ਦਾ ਕੀਤਾ ਹੈ। ਪੁੱਤਰ ਅਜੀਤ ਸਿੰਘ ਹੋਏ ਆਗੇ। ਬਾਬਾ ਅਜੀਤ ਸਿੰਘ ਜੀ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਸਭ ਤੋਂ ਅੱਗੇ ਹੋਏ ਹਨ। ਵਿਛਰੇ ਚਿਰ ਕੇ ਪਿਤ ਪਗ ਲਾਗੇ। ਮਹਾਰਾਜ ਨੂੰ ਅੱਗੋਂ ਹੋ ਕੇ ਪਿਤਾ ਜੀ ਨੂੰ ਮੱਥਾ ਟੇਕਿਆ, ਚਿਰਾਂ ਦੇ ਦਰਸ਼ਨ ਕੀਤੇ ਹੋਏ ਸਨ ਪਿਤਾ ਜੀ ਦੇ। ਕਈ ਸਮਿਆਂ ਬਾਅਦ ਅੱਜ ਦਰਸ਼ਨ ਹੋਏ ਹਨ। ਜਿਤ ਦੇਖੈ ਤਿਤ ਸਹਿਜ ਸੁਭਾਏ। ਜਿੱਧਰ ਵੀ ਮਹਾਰਾਜ ਨਿਗਾਹ ਫੇਰਦੇ ਨੇ, ਸਹਿਜ ਸੁਭਾਅ ਹੀ ਨਿਗਾਹ ਫੇਰਦੇ ਨੇ। ਜਿਵੇਂ ਉਪਰਾਮ ਜੋਗੀ ਦੀ ਸੁੰਨ ਮੁੰਨ ਅਵਸਥਾ ਹੁੰਦੀ ਹੈ, ਤੁਰੀਆ ਅਵਸਥਾ ਦੇ ਵਿੱਚ ਟਿਕੇ ਹੋਏ ਨੇ ਸਤਿਗੁਰੂ ਇਸ ਵੇਲੇ। ਲੋਕ ਹਜ਼ਾਰਾਂ ਸੀਸ ਨਿਵਾਏ। ਹਜ਼ਾਰਾਂ ਸੰਗਤਾਂ ਚਾਰੇ ਪਾਸਿਓਂ ਮਹਾਰਾਜ ਨੂੰ ਸੀਸ ਝੁਕਾ ਰਹੀਆਂ ਨੇ ਤੇ ਮਹਾਰਾਜ ਆਪਣੀ ਗਹਿਰ ਗੰਭੀਰ ਮੁੰਦਰਾ ਵਿੱਚ ਹਨ। ਜੋਰਾਵਰ ਸਿੰਘ ਤਬ ਚਲ ਆਏ। ਸਾਹਿਬਜ਼ਾਦੇ ਆਏ ਨੇ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਸੰਗ ਜੁਝਾਰ ਸਿੰਘ ਹਰ ਖਾਏ। ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਜੀਤ ਸਿੰਘ ਜੀ ਪਿਤਾ ਨੂੰ ਵੇਖ ਕੇ ਬੜੇ ਖੁਸ਼ ਹੋਏ ਨੇ। ਬੰਦਨ ਕਰਤ ਸੰਗ ਹੀ ਚਲੇ। ਔਰ ਮਹਾਰਾਜ ਨੂੰ ਮੱਥਾ ਟੇਕ ਕੇ ਤਿੰਨੇ ਸਾਹਿਬਜ਼ਾਦੇ ਪਿਤਾ ਜੀ ਦੇ ਨਾਲ ਨਾਲ ਮਹਿਲਾਂ ਵੱਲ ਤੁਰ ਪਏ ਨੇ। ਪੁਰ ਨਰ ਨਾਰ ਧਰਨ ਹੋਏ ਖਲੇ। ਕਹਿੰਦੇ ਪੁਰ ਦੀਆਂ ਇਸਤਰੀਆਂ ਦੇ ਪੁਰਸ਼ ਬਾਜ਼ਾਰਾਂ ਵਿੱਚ ਖਲੋਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਤੇ ਸਾਹਿਬਾਂ ਦੇ ਦਰਸ਼ਨ ਕਰ ਰਹੇ ਨੇ। ਕਰ ਬੰਦ ਹੈ ਅਰ ਸੀਸ ਨਿਵਾਵਹਿ। ਹੱਥ ਜੋੜਦੇ ਨੇ ਆਨੰਦਪੁਰ ਵਾਸੀ। ਜਿਹੜੀ ਗਲੀ ਚੋਂ ਵੀ 10ਵੇਂ ਪਾਤਸ਼ਾਹ ਲੰਘ ਰਹੇ ਨੇ,
ਲੋਕ ਗਲੀਆਂ 'ਚ ਖਲੋ ਖਲੋ ਕੇ ਹੱਥ ਜੋੜ ਜੋੜ ਕੇ ਸੀਸ ਨਵਾਉਂਦੇ ਨੇ, ਨਮਸਕਾਰਾਂ ਕਰਦੇ ਨੇ। ਔਰ ਤੋਰ ਪਰਖੈ ਬਿਸਮਾਵਹਿ। ਮਹਾਰਾਜ ਦੇ ਅੱਜ ਤੌਰ ਤਰੀਕੇ ਬਦਲੇ ਹੋਏ ਵੇਖ ਕੇ ਸੰਗਤ ਵੀ ਹੈਰਾਨ ਹੋ ਰਹੀ ਹੈ। ਅੱਗੇ ਮਹਾਰਾਜ ਦਾ ਇਸ ਤਰ੍ਹਾਂ ਦਾ ਸੁਭਾਅ ਨਹੀਂ ਸੀ, ਇਸ ਤਰ੍ਹਾਂ ਦਾ ਚਿਹਰੇ ਦਾ ਬਹੁਤ ਜ਼ਿਆਦਾ ਤਪ ਤੇਜ ਜਿਹੜਾ ਅੱਜ ਨਜ਼ਰ ਆ ਰਿਹਾ ਹੈ, ਇੱਦਾਂ ਦਾ ਨਹੀਂ ਸੀ। ਹੁੰਦੇ ਤੇ ਸਦਾ ਹੀ ਪ੍ਰਕਾਸ਼ ਰੂਪ ਸਨ, ਪਰ ਸਾਰਿਆਂ ਦੇ ਨਾਲ ਪ੍ਰੇਮ ਰੱਖਦੇ ਤੇ ਸਾਰਿਆਂ ਨਾਲ ਮਹਾਰਾਜ ਮਿਲਦੇ, ਸਾਰਿਆਂ ਦਾ ਹਾਲ ਚਾਲ ਪੁੱਛਦੇ ਸਨ। ਅੱਜ ਮਹਾਰਾਜ ਦਾ ਤੌਰ ਕੁਝ ਹੋਰ ਹੀ ਹੈ। ਅੱਜ ਆਪਣੀ ਗੈਰ ਗੰਭੀਰ ਮੁਦਰਾ ਵਿੱਚ ਹਨ, ਆਪਣੇ ਆਤਮ ਆਨੰਦ ਵਿੱਚ ਹਨ। ਉਹ ਸ਼ਕਤੀ ਦਾ ਜੋ ਪ੍ਰਤੱਖ ਦਰਸ਼ਨ ਕੀਤਾ ਹੈ, ਉਸੇ ਧਿਆਨ ਵਿੱਚ ਮਗਨ ਹਨ ਕਲਗੀਧਰ ਪਾਤਸ਼ਾਹ ਜੀ। ਸੰਗਤਾਂ ਵੇਖ ਵੇਖ ਕੇ ਹੈਰਾਨ ਹੋ ਰਹੀਆਂ ਹਨ। ਕਹਿਨ ਸੁਨਨ ਕਹਿ ਸੋ ਨਹਿ ਕਰਹੀ। ਅੱਗੇ ਹਰ ਇੱਕ ਦਾ ਹਾਲ ਚਾਲ ਪੁੱਛਦੇ ਸਨ, ਪਰ ਅੱਜ ਕਿਸੇ ਨਾਲ ਬਚਨ ਨਹੀਂ ਕਰਦੇ। ਸਾਧ ਸੰਗਤ ਜੀ, ਇਹ ਧਿਆਨ ਜੋਗੀਆਂ ਦੀ ਇੱਕ ਐਸੀ ਅਵਸਥਾ ਹੁੰਦੀ ਹੈ, ਜਦੋਂ ਕੋਈ ਵਸਤੂ ਦੀ ਪ੍ਰਾਪਤੀ ਹੋ ਜਾਵੇ ਤਾਂ ਫਿਰ ਜਿਨ ਹਰ ਪਾਇਆ ਤਿਨੈ ਛਪਾਇਆ। ਬਹੁਤਾ ਬੋਲਣ ਨੂੰ ਜੀ ਨਹੀਂ ਕਰਦਾ, ਅੰਦਰ ਹੀ ਆਪਣੇ ਰਸ ਵਿੱਚ ਮਸਤ ਹੋ ਜਾਂਦੇ ਨੇ। ਹੁਣ ਮਹਾਰਾਜ ਉਸ ਅਵਸਥਾ ਵਿੱਚ ਗਏ ਹਨ ਜਿੱਥੇ ਸੰਸਾਰ ਦੀਆਂ ਗੱਲਾਂ ਕਰਨੀਆਂ ਚੰਗੀਆਂ ਹੀ ਨਹੀਂ ਲੱਗਦੀਆਂ। ਰਸ ਭਰ ਦ੍ਰਿਗ੍ਰਹਿ ਕਿਸੋ ਨਿਹਾਰਹੀ। ਅੱਗੇ ਮਹਾਰਾਜ ਸਾਰਿਆਂ ਵੱਲ ਪ੍ਰੇਮ ਦੀ ਦ੍ਰਿਸ਼ਟੀ ਨਾਲ ਦੇਖਦੇ ਸਨ, ਪਰ ਹੁਣ ਕਿਸੇ ਵੱਲ ਵੀ ਨਿਗਾਹ ਭਰ ਕੇ ਨਹੀਂ ਤੱਕਦੇ। ਉਦਾਸੀਨ ਸਭ ਸੋ ਰਸ ਏਕ। ਸਾਰਿਆਂ ਤੋਂ ਉਦਾਸੀਨ ਨੇ। ਇਹ ਨਹੀਂ ਵੀ ਕਿਸੇ ਨਾਲ ਅਟੈਚਮੈਂਟ ਹੋਵੇ, ਕਿਸੇ ਨਾਲ ਨਾ ਹੋਵੇ, ਐਸੀ ਦਵੰਜ ਵਾਲੀ ਦ੍ਰਿਸ਼ਟੀ ਨਹੀਂ ਹੈ। ਸਾਰਿਆਂ ਨੂੰ, ਆਪਣੇ ਪੁੱਤਰਾਂ ਵੱਲ ਵੀ ਬੱਚਿਆਂ ਵੱਲ ਵੀ ਉਹਨੇ ਗੌਰ ਨਾਲ ਨਹੀਂ ਵੇਖਿਆ। ਜਿਵੇਂ ਹੀ ਸਾਰੀ ਸੰਗਤ ਵੱਲੋਂ ਉਪਰਾਮ ਸਨ ਇੱਕ ਤਰ੍ਹਾਂ ਨਾਲ, ਉੱਦਾਂ ਹੀ ਆਪਣੇ ਪਰਿਵਾਰ ਤੋਂ, ਆਪਣੇ ਨਿਕਟਵਰਤੀ ਸੇਵਕਾਂ ਤੋਂ ਵੀ ਮਹਾਰਾਜ ਉਦਾਸੀਨ ਅਵਸਥਾ ਵਿੱਚ ਸਨ। ਤੇਜ ਉਗਰ ਭੇ ਜਲਦ ਵਿਵੇਕ। ਮਹਾਰਾਜ ਦੇ ਚਿਹਰੇ ਤੇ ਬੜਾ ਉਗਰ ਤੇਜ ਸੀਗਾ, ਬਹੁਤ ਜ਼ਿਆਦਾ ਪ੍ਰਕਾਸ਼ ਸੀ, ਪ੍ਰਚੰਡ ਸ਼ਕਤੀ ਦਾ ਨੂਰੋ ਨੂਰ ਸੀ। ਪੁਰ ਮਹਿ ਮੰਗਲ ਅਨਕ ਪ੍ਰਕਾਰ। ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਾਰੇ ਘਰ ਘਰ ਦੇ ਵਿੱਚ ਖੁਸ਼ੀ ਦੇ ਦੀਵੇ ਬਾਲੇ ਜਾ ਰਹੇ ਸਨ, ਘਿਓ ਦੇ ਦੀਵੇ ਬਾਲੇ ਜਾ ਰਹੇ ਸਨ। ਘਰ ਘਰ ਦੇ 'ਚ ਮੰਗਲਾਚਾਰ ਹੋ ਰਿਹਾ ਸੀ। ਸਾਰਾ ਸ਼ਹਿਰ ਅੱਜ ਬੜਾ ਖੁਸ਼ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਆਪਣਾ ਪ੍ਰਯੋਗ ਪੂਰਾ ਕਰਕੇ ਆਏ ਹਨ। ਗੁਰ ਆਗਮਨ ਜਲਦ ਜਨ ਭਾਰਾ। ਏਦਾਂ ਆਨੰਦਪੁਰ ਵਾਸੀਆਂ ਨੂੰ ਖੁਸ਼ੀ ਹੋ ਰਹੀ ਸੀ ਜਿਵੇਂ ਸਾਧ ਸੰਗਤ ਜੀ ਹਾੜ ਦੀ ਗਰਮੀ ਤੋਂ ਪਰੇਸ਼ਾਨ ਹੋਏ ਲੋਕਾਂ ਨੂੰ ਸਾਵਣ ਦੇ ਬੱਦਲਾਂ ਤੋਂ ਹੁੰਦੀ ਹੈ। ਮਾਨੋ ਗੁਰੂ ਸਾਹਿਬ ਬੱਦਲ ਮਿਹਰਾਂ ਦਾ ਮੀਂਹ ਵਰਸਾਣ ਆ ਗਏ ਹਨ। ਜਲ ਪ੍ਰਮੋਦ ਕੋ ਬਹੁ ਬਰਖਾਇਓ। ਔਰ ਆ ਕੇ ਖੁਸ਼ੀ ਦਾ ਜਲ ਵਰਤਾ ਦਿੱਤਾ ਹੈ। ਸਤਿਗੁਰਾਂ ਨੇ ਖੁਸ਼ੀਆਂ ਦਾ ਮੀਂਹ ਪਾ ਦਿੱਤਾ ਹੈ। ਤਪਤ ਹੋਤੀ ਉਪਰ ਰਹਿ ਛਾਇਓ। ਕਹਿੰਦੇ ਜਿਹੜੀ ਤਪਸ਼ ਸੀ ਉਹ ਸਾਰੀ ਦੂਰ ਕਰ ਦਿੱਤੀ ਹੈ ਤੇ ਹੁਣ ਮਹਾਰਾਜ ਨੇ ਛਾਂ ਹੀ ਛਾਂ ਕਰਤੀ ਆ ਆਪਣੀ ਮਿਹਰਾਂ ਵਾਲੀ। ਮੰਦਰ ਸੁੰਦਰ ਅੰਦਰ ਗਏ। ਸੋਹਣੇ ਮਹਿਲਾਂ ਦੇ ਵਿੱਚ ਪਾਤਸ਼ਾਹ ਜੀ ਗਏ ਹਨ ਆਰਾਮ ਕਰਨ ਲਈ। ਚਾਰ ਸਿੰਘਾਸਨ ਬੈਠਤ ਭਏ। ਔਰ ਬੜੇ ਸੋਹਣੇ ਸਿੰਘਾਸਣ ਤੇ ਸਤਿਗੁਰੂ ਜੀ ਜਾ ਬੈਠੇ ਹਨ। ਪੰਚਾਮ੍ਰਿਤ ਘਰ ਘਰ ਪ੍ਰਤ ਹੋਵਾ। ਔਰ ਘਰ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋਈਆਂ ਨੇ, ਕਿਉਂਕਿ ਗੁਰੂ ਕੇ ਸਿੱਖਾਂ 'ਚ ਖੁਸ਼ੀ ਮਨਾਉਣ ਵੇਲੇ ਸਾਧ ਸੰਗਤ ਜੀ ਕੜਾਹ ਪ੍ਰਸ਼ਾਦ ਹੀ ਹੁੰਦਾ। ਅੱਜ ਕੱਲ੍ਹ ਮਰਿਆਦਾ ਭੁੱਲਦੇ ਜਾ ਰਹੇ ਆ। ਬੱਚਿਆਂ ਦੇ ਜਨਮ ਦਿਨ ਮਨਾਉਂਦੇ ਤੇ ਕੇਕ ਕੱਟਦੇ ਆ। ਈਸਾਈਆਂ ਵਾਲੀ ਰੀਤ ਅਸੀਂ ਆਪਣੇ ਘਰਾਂ 'ਚ ਕਰਦੇ ਆ, ਫਿਰ ਦੂਜਿਆਂ ਨੂੰ ਦੋਸ਼ ਦਿੰਦੇ ਆ। ਗੁਰੂ ਘਰ ਦੀ ਮਰਿਆਦਾ, ਬੱਚੇ ਦਾ ਜਨਮ ਹੋਵੇ ਸਹਿਜ ਪਾਠ ਦਾ ਭੋਗ ਪਾਓ। ਜੇ ਸਹਿਜ ਪਾਠ ਨਹੀਂ ਕਰਾ ਸਕੇ ਤਾਂ ਅਖੰਡ ਪਾਠ ਸਾਹਿਬ ਕਰਾ ਲਓ। ਜੇ ਅਖੰਡ ਪਾਠ ਸਾਹਿਬ ਵੀ ਨਹੀਂ ਹੋਇਆ ਤਾਂ ਘੱਟੋ ਘੱਟ ਸੁਖਮਣੀ ਸਾਹਿਬ ਦਾ ਜਾਂ ਅਕਾਲ ਉਸਤਤ ਦਾ ਜਾਂ ਹੋਰ ਕਿਸੇ ਬਾਣੀ ਦਾ ਪਾਠ ਕਰੋ, ਕੀਰਤਨ ਕਰੋ, ਕਥਾ ਕਰੋ। ਮਹਾਰਾਜ ਦੇ ਇਤਿਹਾਸ ਵਿੱਚੋਂ ਕੁਝ ਸਾਖੀਆਂ ਪੜ੍ਹੋ ਜਾਂ ਸੁਣੋ ਤੇ ਬੱਚੇ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਮੱਥਾ ਟਿਕਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਓ। ਇਹ ਕੀ ਹੋਇਆ ਵੀ ਜਿਹੜਾ ਲਿਆਓ ਕੇਕ ਤੇ ਫੂਕਾਂ ਮਾਰ ਕੇ ਮੋਮਬੱਤੀਆਂ ਬੁਝਾ ਕੇ ਤੇ ਫਿਰ ਤੁਸੀਂ ਬੱਚੇ ਦਾ ਜਨਮ ਦਿਨ ਮਨਾਓ।
ਇਹ ਮਰਿਆਦਾ ਗੁਰਮਤਿ ਅਨੁਸਾਰ ਨਹੀਂ ਹੈ, ਪਰ ਸਾਡੇ ਘਰਾਂ ਵਿੱਚ ਬੜੇ ਜ਼ੋਰ ਸ਼ੋਰ ਨਾਲ ਵੜ ਚੁੱਕੀ ਹੈ। ਖੁਸ਼ੀ ਕੋਈ ਵੀ ਹੋਵੇ, ਗੁਰੂ ਕੇ ਸਿੱਖ ਤਾਂ ਕੜਾਹ ਪ੍ਰਸ਼ਾਦ ਬਣਾ ਕੇ ਹੀ ਮਨਾਉਂਦੇ ਹਨ। ਇਸ ਤੋਂ ਵਧੀਆ ਕੋਈ ਪ੍ਰਸ਼ਾਦ ਨਹੀਂ ਹੈ। 10ਵੇਂ ਪਾਤਸ਼ਾਹ ਜੀ ਸ਼ਕਤੀ ਨੂੰ ਪ੍ਰਗਟ ਕਰਕੇ ਆਏ ਹਨ, ਇਸ ਕਰਕੇ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਬਣਾਈਆਂ ਗਈਆਂ ਹਨ। ਅਤ ਪ੍ਰਿਆ ਗੁਰ ਕੋ ਦਰਸ਼ਨ ਜੋਵਾ, ਕਿਉਂਕਿ ਅਤੀ ਪਿਆਰੇ ਸਤਿਗੁਰਾਂ ਦੇ ਅੱਜ ਸੰਗਤਾਂ ਨੂੰ ਦਰਸ਼ਨ ਹੋਏ ਹਨ। ਆਨ ਕਰਾਵਤ ਸਿੱਖ ਅਰਦਾਸ, ਸਿੱਖ ਲਿਆ ਕੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀ ਅਰਦਾਸ ਕਰਾਉਂਦੇ ਨੇ ਕਰਹਿ ਤੂਸਨੀ ਬੈਠੇ ਹੈ ਪਾਸ, ਔਰ ਮਹਾਰਾਜ ਦੇ ਦਰਸ਼ਨ ਕਰਕੇ ਚੁੱਪ ਕਰਕੇ ਬੈਠ ਜਾਂਦੇ ਨੇ। ਦੀਪਕ ਮਾਲਾ ਸਭ ਹਿਨ ਕਰੀ, ਘਰ ਘਰ ਦੇ ਵਿੱਚ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਗਈ ਹੈ। ਘਰ ਕਰਕੇ ਸਿਖਰਨ ਪਰ ਧਰੀ, ਔਰ ਘਰ ਦੇ ਦਰਵਾਜ਼ਿਆਂ ਤੇ ਘਰ ਦੇ ਚੁਬਾਰਿਆਂ ਤੇ ਬਨੇਰਿਆਂ ਤੇ ਥਾਂ ਥਾਂ ਦੇ ਘਿਓ ਦੇ ਦੀਵੇ ਬਾਲ ਕੇ ਰੱਖੇ ਹਨ। ਨੋਬਤ ਬਾਜਤ ਦੀਰਗ ਪੌਰ, ਗੁਰੂ ਘਰ ਦੇ ਵੱਡੇ ਦਰਵਾਜ਼ੇ ਉੱਤੇ ਸਾਧ ਸੰਗਤ ਜੀ ਨੌਬਤਾਂ ਵੱਜ ਰਹੀਆਂ ਨੇ। ਸ਼ੰਖ ਨਫੀਰਨ ਕੇ ਗਨ ਸ਼ੋਰ, ਸ਼ੰਖ ਵੱਜ ਰਹੇ ਨੇ, ਨਫੀਰੀਆਂ ਦਾ ਸ਼ੋਰ ਪਿਆ ਹੋਇਆ ਹੈ। ਅਤ ਉਤਸਵ ਭਾ ਨਗਰ ਮਝਾਰੀ, ਬੜਾ ਭਾਰੀ ਉਤਸਵ, ਬਹੁਤ ਜ਼ਿਆਦਾ ਖੁਸ਼ੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਅੱਜ ਹੋ ਰਹੀ ਹੈ। ਕਿਉਂਕਿ ਜਿਹੜਾ ਕਾਰਜ ਕਲਗੀਧਰ ਪਾਤਸ਼ਾਹ ਨੇ ਕਲਯੁਗ ਦੇ ਸਮੇਂ ਵਿੱਚ ਜਗਤ ਮਾਤ ਚੰਡਕਾ ਨੂੰ ਪ੍ਰਗਟ ਕਰਨ ਦਾ ਕੀਤਾ ਹੈ, ਪਿਛਲੇ ਯੁੱਗਾਂ ਵਿੱਚ ਬੜੇ ਬੜੇ ਮਹਾਂਪੁਰਸ਼ਾਂ ਤੋਂ ਨਹੀਂ ਹੋਇਆ। ਕਲਯੁਗ ਵਿੱਚ ਤਾਂ ਕੋਈ ਸੋਚ ਹੀ ਨਹੀਂ ਸਕਦਾ। ਪੰਡਤਾਂ ਨੇ ਵੀ ਜਵਾਬ ਦੇਤਾ ਸੀ, ਕੇਸੋ ਦਾਸ ਵਰਗਿਆਂ ਨੇ, ਮਹਾਰਾਜ ਮੈਂ ਪ੍ਰਯੋਗ ਤਾਂ ਕਰ ਸਕਦਾ ਹਾਂ, ਮੰਤਰ ਪੜ੍ਹ ਸਕਦਾ ਹਾਂ, ਹਵਨ ਕਰਵਾ ਸਕਦਾ ਹਾਂ, ਪਰ ਮਹਾਰਾਜ ਮੈਂ ਇਹ ਤੁਹਾਨੂੰ ਗਰੰਟੀ ਨਹੀਂ ਦਿੰਦਾ ਕਿ ਚੰਡੀ ਪ੍ਰਗਟ ਹੋ ਜਾਏਗੀ। ਪਰ ਸਤਿਗੁਰੂ ਜੀ ਨੂੰ ਵਿਸ਼ਵਾਸ ਸੀ, ਕਿਉਂਕਿ ਜੋ ਵੀ ਕੰਮ ਕਲਗੀਧਰ ਪਾਤਸ਼ਾਹ ਕਰਦੇ ਸੀ ਪੂਰੇ ਵਿਸ਼ਵਾਸ ਨਾਲ ਕਰਦੇ ਸੀ। ਉਹਨਾਂ ਨੂੰ ਪਤਾ ਸੀ ਕਿ ਕਲਯੁਗ ਤੇ ਸਤਯੁਗ 'ਚ ਕੋਈ ਫਰਕ ਨਹੀਂ, ਸੋਚ ਦਾ ਹੀ ਫਰਕ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਕਿਤੈ ਦੇਸ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤੈ ਨਾਈ, ਮਹਿਲ ਉਸਾਰ ਨਾ ਬੈਠਾ। ਕਹਿੰਦੇ ਕਲਯੁਗ ਹੋਰ ਕੁਛ ਨਹੀਂ, ਬੰਦੇ ਦੀ ਸੋਚ ਨੀਵੀਂ ਹੋ ਗਈ ਹੈ, ਇਹੀ ਕਲਯੁਗ ਹੈ, ਹੋਰ ਕਲਯੁਗ ਕੀ ਹੈ। ਮਹਾਰਾਜ ਕਹਿੰਦੇ, ਜੇ ਕੋ ਨਾਉ ਲਏ ਬਦਨਾਮੀ, ਕਲ ਕੇ ਲਖਣ ਇਹੀ। ਜੇ ਕੋਈ ਨਾਮ ਜਪਦਾ ਉਹਦੀ ਬਦਨਾਮੀ ਹੁੰਦੀ ਹੈ, ਇਹ ਕਲਯੁਗ ਹੈ, ਹੋਰ ਕੀ ਹੈ। ਤੇ ਜੇ ਨਾਮ ਜਪਣ ਵਾਲੀਆਂ ਰੂਹਾਂ ਇਕੱਠੀਆਂ ਹੋ ਜਾਣ ਤੇ ਸਤਯੁਗ ਆ ਜਾਂਦਾ ਕਲਯੁਗ ਵਿੱਚ ਵੀ। ਕਲਗੀਧਰ ਪਾਤਸ਼ਾਹ ਨੇ ਕਲਯੁਗ 'ਚ ਸਤਯੁਗ ਵਰਤਾ ਦਿੱਤਾ। ਮਹਾਸ਼ਕਤੀ ਅਕਾਲ ਪੁਰਖ ਦੀ ਪ੍ਰਥਮ ਭਗਉਤੀ ਨੂੰ ਪ੍ਰਗਟ ਕਰ ਲਿਆ ਹੈ। ਜੈ ਸਤਿਗੁਰ ਕੀ ਕਹਿ ਨਰ ਨਾਰੀ, ਹੁਣ ਸਭ ਇਸਤਰੀ ਪੁਰਸ਼ ਗੁਰੂ ਮਹਾਰਾਜ ਦੇ ਨਾਂ ਦੇ ਜੈਕਾਰੇ ਲਾ ਰਹੇ ਨੇ। ਖਾਨ ਪਾਨ ਕਰ ਕਰ ਗੁਰਬਾਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਗੱਲਾਂ ਕਰ ਰਹੇ ਨੇ। ਘਰ ਘਰ 'ਚ ਸਿੱਖ ਤੇ ਲੰਗਰ ਪ੍ਰਸ਼ਾਦਾ ਖੁਸ਼ੀ ਨਾਲ ਸਭ ਨੇ ਛਕਿਆ ਹੈ। ਸਗਰੇ ਸੁਪਤ ਜਥਾ ਸੁਖ ਰਾਤੀ, ਰਾਤ ਨੂੰ ਸਾਰੇ ਸੁੱਖਾਂ ਨਾਲ ਸੁੱਤੇ ਨੇ ਆਪਣੇ ਆਪਣੇ ਘਰਾਂ ਵਿੱਚ। ਬੜੀ ਪ੍ਰਾਤ ਤੇ ਸਤਿਗੁਰ ਜਾਗੇ, ਮਹਾਰਾਜ ਆਪਣੇ ਨੇਮ ਅਨੁਸਾਰ ਸਵਾ ਪਹਿਰ ਰਾਤ ਰਹਿੰਦੀ ਜਾਗ ਪਿਆ ਕਰਦੇ ਸਨ। ਅੱਜ ਵੀ ਅੰਮ੍ਰਿਤ ਵੇਲੇ ਉੱਠੇ ਹਨ। ਸੋਚ ਇਸ਼ਨਾਨ ਕਰਨ ਪ੍ਰਭ ਲਾਗੇ, ਫਿਰ ਮਹਾਰਾਜ ਸੋਚ ਇਸ਼ਨਾਨ ਕਰਨ ਲੱਗੇ ਹਨ। ਵਸਤਰ ਸ਼ਸਤਰ ਸਭ ਅੰਗ ਸਜਾਏ, ਔਰ ਸਾਰੇ ਆਪਣੇ ਵਸਤਰ ਸ਼ਸਤਰ ਮਹਾਰਾਜ ਨੇ ਆਪਣੇ ਅੰਗਾਂ 'ਚ ਸਜਾ ਲਏ ਨੇ। ਲੈਨ ਹਾਰ ਜੇ ਧਨ ਗਨ ਆਏ, ਜਿਹੜੇ ਗਰੀਬ ਲੋਕ, ਮੰਗਤੇ ਲੋਕ, ਭੱਟ, ਮਿਰਾਸ਼ੀ, ਡੂਮ, ਢਾਡੀ, ਰਾਗੀ, ਕਥਾਵਾਚਕ, ਕਵੀ ਗਣ, ਪੰਡਤ, ਇਹ ਜਿਹੜੇ ਦਾਨ ਦਛਨਾ ਦੇ ਅਧਿਕਾਰੀ ਸਨ, ਉਹ ਸਾਰੇ ਮਹਾਰਾਜ ਕੋਲੋਂ ਵਧਾਈਆਂ ਲੈਣ ਵਾਸਤੇ, ਆਪਣਾ ਹਿੱਸਾ ਦਾਨ ਦਛਨਾ ਲੈਣ ਵਾਸਤੇ ਆਏ ਹਨ। ਸਭ ਕੋ ਦੀਨ ਸੁਦਾਨ ਕਨੇਰੇ, ਮਹਾਰਾਜ ਨੇ ਸਾਰਿਆਂ ਨੂੰ ਖੁੱਲਾ ਹੀ ਦਾਨ ਦਿੱਤਾ ਹੈ। ਰੀਝ ਕੈ ਦਾਨ ਦਿਓ, ਜਿਨ ਕੋ ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਐਨੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਖੁੱਲੇ ਹੱਥੀਂ ਗੱਫੇ ਵਰਤਾਏ ਹਨ। ਜੇ ਕਰ ਸਭ ਕੇ ਆਨੰਦ ਕਨੇਰੇ, ਲੈ ਕੇ ਸਾਰਿਆਂ ਨੂੰ ਬੜਾ ਆਨੰਦ, ਬੜੀ ਖੁਸ਼ੀ ਹੋਈ ਹੈ। ਹੁਕਮ ਜਾਗੇ ਕਰ ਬੇ ਕਹੋ ਦਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਹੈ ਵੀ ਹੁਣ ਯੱਗ ਕਰਵਾਇਆ ਜਾਵੇ, ਕਿਉਂਕਿ ਬਹੁਤ ਵੱਡਾ ਕਾਰਜ ਫਤਿਹ ਹੋਇਆ ਹੈ। ਸਾਧ ਸੰਗਤ ਜੀ, ਗੁਰੂ ਕੇ ਸਿੱਖਾਂ ਨੂੰ ਦੇਖੋ ਮਹਾਰਾਜ ਜਾਚ ਸਿਖਾ ਰਹੇ ਨੇ।
ਕੋਈ ਵੀ ਕਾਰਜ ਹੋਵੇ ਨਾ, ਸ਼ੁਕਰਾਨੇ ਜੋ ਆਪਾਂ ਨੂੰ ਲੰਗਰ ਲਾਣਾ ਚਾਹੀਦਾ ਹੈ ਗਰੀਬ ਗੁਰਬੇ ਵਾਸਤੇ। ਇਹ ਨਹੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਹੀ ਆਈਸਕ੍ਰੀਮਾਂ ਖਵਾਈ ਜਾਣੀਆਂ। ਖਾਲਸਾ ਜੀ ਲੰਗਰ ਲਾਓ, ਗਰੀਬ ਗੁਰਬਾ ਜੋ ਵੀ ਪ੍ਰਸ਼ਾਦਾ ਛਕੇ ਆਸ਼ੀਰਵਾਦ ਦੇ ਕੇ ਜਾਵੇ। ਮਹਾਰਾਜ ਨੇ ਜਗ ਲਾਇਆ ਕਿ ਭਾਈ ਜਿਤਨਾ ਵੀ ਗਰੀਬ ਗੁਰਬਾ ਹੈ, ਜਿਤਨੇ ਵੀ ਲੋਕ ਹਨ, ਜਿਤਨੀਆਂ ਸੰਗਤਾਂ ਹਨ, ਜਿਤਨੇ ਮਸੰਦ ਹਨ, ਜਿਤਨੇ ਗੁਰੂ ਘਰ ਦੇ ਰਾਗੀ ਢਾਡੀ ਗੁਣੀ ਗਿਆਨੀ ਕਵੀ, ਉਹਨਾਂ ਸਾਰਿਆਂ ਨੂੰ ਲੰਗਰ ਛਕਾਇਆ ਜਾਵੇਗਾ। ਅਨਕ ਆਹਾਰ ਸਨਿਗਦੈ ਭਇਓ, ਬੜੇ ਸੋਹਣੇ ਸੋਹਣੇ ਸਵਾਦਿਸ਼ਟ ਸਨਿਗਦ ਮਿਸ਼ਟਾਨ ਵਧੀਆ ਵਧੀਆ ਲੰਗਰ ਤਿਆਰ ਕਰਵਾਓ। ਧੂਪ ਪੂਰ ਕਾ ਬਹੁ ਪੰਚਾਮ੍ਰਿਤ, ਪੂੜੀਆਂ ਤੇ ਪੂੜੇ ਤੇ ਕੜਾਹ ਪ੍ਰਸ਼ਾਦ ਤੇ ਖੀਰਾਂ ਬਣਾਈਆਂ ਨੇ। ਵਿਪ੍ਰਸਾਦ ਬੋਲੇ ਪਠ ਜਿਤ ਕਿਤ, ਬ੍ਰਾਹਮਣਾਂ ਨੂੰ, ਸਾਧੂਆਂ ਨੂੰ, ਸੰਤਾਂ ਨੂੰ, ਸੰਨਿਆਸੀਆਂ ਨੂੰ, ਬੈਰਾਗੀਆਂ ਨੂੰ, ਜੋਗੀਆਂ ਨੂੰ, ਜੰਗਮਾਂ ਨੂੰ, ਹਿੰਦੂ ਮੁਸਲਮਾਨ ਨੂੰ, ਸਭ ਨੂੰ ਖੁੱਲਾ ਸੱਦਾ ਦਿੱਤਾ। ਸਾਰੇ ਆਓ ਭਾਈ, ਗੁਰੂ ਘਰ ਵਿੱਚ ਬੜਾ ਵੱਡਾ ਯੱਗ ਹੋ ਰਿਹਾ ਹੈ, ਲੰਗਰ ਹੋਣਾ ਹੈ, ਸਾਰੀਆਂ ਸੰਗਤਾਂ ਆ ਕੇ ਲੰਗਰ ਛਕੋ। ਮਨ ਭਾਵਤ ਭੋਜਨ ਕੋ ਖਾਇਓ, ਸਭ ਨੇ ਮਨ ਭਾਉਂਦਾ ਭੋਜਨ ਛਕਿਆ ਹੈ। ਮਹਾਰਾਜ ਜਦੋਂ ਲੰਗਰ ਲਾਉਂਦੇ ਸਨ, ਲਾਂਗਰੀਆਂ ਨੂੰ ਸੁਚੇਤ ਕਰਕੇ ਵਧੀਆ ਪਕਵਾਨ ਬਣਾਉਣਾ ਜਿਹੜਾ ਸਾਰਿਆਂ ਨੂੰ ਚੰਗਾ ਲੱਗੇ। ਇਹ ਨਹੀਂ ਵੀ ਲੂਣ ਦੇ ਵਿੱਚ, ਦਾਲ ਦੇ ਵਿੱਚ ਲੂਣ ਜ਼ਿਆਦਾ ਪਾ ਦੇਣਾ ਜਾਂ ਪਾਣਾ ਹੀ ਨਹੀਂ, ਜਾਂ ਮਿਰਚਾਂ ਹੀ ਜ਼ਿਆਦੀਆਂ ਪਾ ਦੇਣੀਆਂ, ਅਗਲਾ ਰੋਟੀ ਖਾ ਕੇ ਹੀ ਨਾ ਜਾਵੇ। ਇੱਦਾਂ ਨਹੀਂ, ਲੰਗਰ ਬਣਾਉਣਾ ਪੂਰੀ ਸ਼ਰਧਾ ਨਾਲ, ਰੀਝ ਦੇ ਨਾਲ, ਵੀ ਕੋਈ ਵੀ ਆਵੇ ਤੇ ਉਹ ਲੰਗਰ ਛਕ ਕੇ ਧੰਨ ਧੰਨ ਕਰਕੇ ਜਾਵੇ, ਖੁਸ਼ ਹੋ ਕੇ ਜਾਵੇ ਵੀ ਮਨ ਭਾਉਂਦਾ ਲੰਗਰ ਛਕਣ ਨੂੰ ਮਿਲਿਆ ਹੈ। ਕਦਕ ਦਾਨ ਸਭ ਹਿਨ ਕੋ ਪਾਇਓ, ਤੇ ਜਿੰਨੇ ਵੀ ਗਰੀਬ ਗੁਰਬੇ ਲੋਕ, ਲੋੜਵੰਦ ਬ੍ਰਾਹਮਣ ਅਤੇ ਭੱਟ, ਸੰਨਿਆਸੀ, ਬੈਰਾਗੀ, ਜੋਗੀ, ਜੰਗਮ, ਸਾਧੂ, ਸੰਤ, ਗ੍ਰਸਤੀ ਲੋਕ ਆਏ ਸਨ, ਸਾਰਿਆਂ ਨੂੰ ਉਹਨਾਂ ਦੇ ਅਧਿਕਾਰ ਅਨੁਸਾਰ ਖੁੱਲਾ ਦਾਨ ਦਿੱਤਾ ਹੈ। ਸਿੱਖ ਉਦਾਰਤਾ ਗੁਰ ਔਰ ਕੇਰੀ, ਮਹਾਰਾਜ ਦਾ ਇਹ ਖੁੱਲਾ ਦਾਨ ਦੇਣ ਦਾ, ਇਹ ਮਹਾਰਾਜ ਦੀ ਉਦਾਰਤਾ ਵੇਖ ਕੇ ਵਿਸ਼ਮ ਕੁਬੇਰ ਸੁਮੇਰ ਬਡੇਰੀ, ਕਹਿੰਦੇ ਸੁਮੇਰ ਪਰਬਤ ਵੀ ਭੈ ਭੀਤ ਹੋ ਗਿਆ ਤੇ ਦੇਵਤਿਆਂ ਦਾ ਖਜ਼ਾਨਚੀ ਕੁਬੇਰ ਵੀ ਡਰ ਗਿਆ। ਜੇ ਰੁਖ ਕਰ ਇਤ ਕੋ ਬਲ ਧਰੈ, ਕਹਿੰਦੇ ਜਦੋਂ ਮਹਾਰਾਜ ਖੁੱਲੇ ਹੱਥੀ ਵੰਡੀ ਜਾ ਰਹੇ ਸਨ, ਦਾਨ ਦਸ਼ਨਾ ਦੇ ਰਹੇ ਸਨ, ਸੌ ਚਾਂਦੀ ਦੇ ਰੁਪਈਏ ਤੇ ਸੋਨੇ ਦੀਆਂ ਮੋਹਰਾਂ ਹੀ ਵੰਡੀ ਜਾਂਦੇ ਸਨ, ਇੰਨਾ ਦਾਨ ਮਹਾਰਾਜ ਦੇ ਰਹੇ ਸਨ। ਤੇ ਕੁਬੇਰ ਜਿਹੜਾ ਦੇਵਤਿਆਂ ਦਾ ਭੰਡਾਰੀ ਆ, ਉਹਨੂੰ ਫਿਕਰ ਪੈ ਗਿਆ, ਸੁਮੇਰ ਪਰਬਤ ਨੂੰ ਵੀ ਡਰ ਹੋ ਗਿਆ। ਜੇ ਕਲਗੀਧਰ ਪਾਤਸ਼ਾਹ ਮੇਰੇ ਵੱਲ ਦੇਖ ਲਿਆ, ਹਮਕੋ ਲਟ ਬਾਂਟ ਬੋ ਕਰੈ, ਕਿਤੇ ਸਾਨੂੰ ਲੁੱਟ ਕੇ, ਹਮਕੋ ਲੂਟ ਬਾਂਟ ਬੋ ਕਰੈ, ਸਾਨੂੰ ਲੁੱਟ ਕੇ ਮਹਾਰਾਜ ਕਿਤੇ ਵੰਡ ਹੀ ਨਾ ਦੇਣ। ਕੁਬੇਰ ਨੂੰ ਖਤਰਾ ਹੋ ਗਿਆ ਵੀ ਐਡੇ ਵੱਡੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਹਨ, ਜੇ ਕਿਤੇ ਦਾਨ ਦੇਣ ਲੱਗਿਆ, ਮੇਰਾ ਖਜ਼ਾਨਾ ਫੜ ਕੇ ਵੰਡਣ ਲੱਗ ਪਏ ਤੇ ਮੇਰਾ ਖਜ਼ਾਨਾ ਖਾਲੀ ਕਰ ਦੇਣਗੇ। ਬਿੰਦ ਅਸ਼ਰਫੀ ਘਨੇ ਰਜਤ ਪਨ, ਬਹੁਤ ਸਾਰੀਆਂ ਅਸ਼ਰਫੀਆਂ ਤੇ ਬੜੇ ਰੁਪਈਏ, ਜਾਚਕ ਕਰੇ ਨਿਹਾਲ ਅਨੇਕ ਗਨ, ਔਰ ਸਾਧ ਸੰਗਤ ਜੀ ਮੰਗਤਿਆਂ ਨੂੰ, ਗਰੀਬਾਂ ਨੂੰ, ਲੋੜਵੰਦਾਂ ਨੂੰ ਇੰਨਾ ਦਾਨ ਦਿੱਤਾ, ਨਿਹਾਲ ਨਿਹਾਲ ਕਰ ਦਿੱਤਾ ਹੈ। ਦਾਨ ਦੇਖ ਬਿਸਮਤ ਨਰ ਨਾਰੀ, 10ਵੇਂ ਪਾਤਸ਼ਾਹ ਦਾ ਦਾਨ ਵੇਖ ਕੇ ਰੀਝ ਕੇ ਦਾਨ ਦਿਓ ਜਿਨ ਕੋ, ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਜਿਨ੍ਹਾਂ ਨੂੰ ਖੁਸ਼ ਹੋ ਕੇ ਦਾਨ ਦਿੱਤਾ ਹੈ, ਉਹ ਤਾਂ ਮਾਲਾ ਮਾਲ ਹੋਏ ਹੀ ਹਨ, ਵੇਖਣ ਵਾਲੇ ਵੀ ਅਸ਼ ਅਸ਼ ਕਰ ਉੱਠੇ ਹਨ। ਭਇਓ ਕੁਲਾਹਲਪੁਰ ਮਹਿ ਭਾਰੀ, ਸ੍ਰੀ ਅਨੰਦਪੁਰ ਸਾਹਿਬ ਦੀ ਗਲੀ ਗਲੀ ਵਿੱਚ ਬੜਾ ਕੁਲਾਹਲ ਹੋਇਆ ਹੈ, ਬੜਾ ਆਨੰਦ, ਬੜੀ ਖੁਸ਼ੀ ਤੇ ਬੜਾ ਖੇੜਾ ਹੈ। ਦਿਜ ਕੇ ਸ਼ਵ ਤਬ ਨਹੀਂ ਬੁਲਾਇਓ, ਪਰ ਮਹਾਰਾਜ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਦੇ ਚੋਜ ਐਸੇ ਨਿਆਰੇ ਹਨ, ਜਿਨ੍ਹਾਂ ਦੀ ਸਮਝ ਬਹੁਤ ਬਾਅਦ ਵਿੱਚ ਜਾ ਕੇ ਲੱਗਦੀ ਹੈ। ਇੰਨੀ ਦੁਨੀਆ ਨੂੰ ਜੱਗ ਤੇ ਬੁਲਾ ਲਿਆ, ਗਰੀਬ ਗੁਰਬੇ ਨੂੰ ਬੁਲਾ ਲਿਆ, ਪੰਡਤਾਂ ਨੂੰ ਬੁਲਾ ਲਿਆ, ਖੱਤਰੀਆਂ, ਵੈਸ਼ਾਂ, ਸ਼ੂਦਰਾਂ ਨੂੰ ਬੁਲਾ ਲਿਆ, ਸੰਨਿਆਸੀਆਂ, ਬੈਰਾਗੀਆਂ, ਜੋਗੀਆਂ, ਜੰਗਮਾਂ ਨੂੰ, ਸਭ ਨੂੰ ਲੰਗਰ ਛਕਾ ਦਿੱਤਾ, ਨਿਉਂਦਾ ਨਹੀਂ ਭੇਜਿਆ। ਵਿਦ ਤਨ ਸਮੇਂ ਜੋ ਉੱਠ ਕਰ ਆਇਓ, ਕਿਉਂਕਿ ਜਦੋਂ ਚੰਡੀ ਪ੍ਰਗਟ ਹੋਣੀ ਸੀ 9ਵੀਂ ਵਾਲੇ ਦਿਨ, ਚੇਤਰ ਦੇ ਮਹੀਨੇ ਦੇ ਨਰਾਤੇ ਚੱਲ ਰਹੇ ਸਨ, 9ਵਾਂ ਨਰਾਤਾ ਜਿਸ ਦਿਨ ਪ੍ਰਗਟ ਹੋਣਾ ਸੀ, 8ਵੀਂ ਵਾਲੇ ਦਿਨ
ਯਾਨੀ ਇੱਕ ਦਿਨ ਪਹਿਲਾਂ ਪੰਡਤ ਜੀ ਉੱਤੋਂ ਆ ਗਏ, ਕਹਿਣ ਲੱਗੇ ਮਹਾਰਾਜ ਮੈਂ ਬਲੀ ਦੀ ਸਮੱਗਰੀ ਇਕੱਠੀ ਕਰਕੇ ਲਿਆਉਣਾ। ਕੋਈ ਬਹਾਨਾ ਕਰਕੇ ਉੱਥੋਂ ਆ ਗਏ ਸਨ। ਤਿਨ ਸੁਨ ਅਦਕ ਰੂਸ ਬੋਲੀਨਾ। ਆ ਮਹਾਰਾਜ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਬੁਲਾਇਆ ਨਹੀਂ। ਬਾਕੀ ਸਾਰੀ ਦੁਨੀਆ ਗੁਰੂ ਦੇ ਭੰਡਾਰੇ 'ਚ ਆਈ ਹੈ, ਸਾਰਿਆਂ ਨੂੰ ਦਾਨ ਦਸ਼ਨਾ ਮਿਲੀ ਹੈ। ਪੰਡਤ ਕੇਸੋ ਦਾਸ ਆਪਣੇ ਡੇਰੇ 'ਚ ਬਾਗ 'ਚ ਬੈਠੇ ਉਡੀਕੀ ਜਾਂਦੇ ਵੀ ਮੈਨੂੰ ਵੀ ਬੁਲਾਉਣਗੇ, ਪਰ ਜਦੋਂ ਨਹੀਂ ਬੁਲਾਇਆ ਤੇ ਪੰਡਤ ਜੀ ਮਨ 'ਚ ਗੁੱਸਾ ਕਰ ਲਿਆ, ਰੁੱਸ ਗਏ ਹਨ। ਮੋਹਿ ਨਾ ਹਕਾਰਿਓ ਇਹ ਕਿਆ ਕੀਨਾ। ਕਹਿੰਦੇ ਮੈਨੂੰ ਬੁਲਾਇਆ ਨਹੀਂ, ਇਹ ਕੀ ਕੀਤਾ ਹੈ। ਸ੍ਰੀ ਅੰਤਰਜਾਮੀ ਸਭ ਜਾਨੀ। ਮਹਾਰਾਜ ਉਹਨਾਂ ਦੇ ਮਨ ਦੀ ਜਾਣ ਗਏ। ਜਿੱਥੇ ਪੰਡਤ ਕੇਸੋ ਦਾਸ ਬੈਠੇ ਸੋਚ ਰਹੇ ਸਨ ਵੀ ਸਾਰੀ ਦੁਨੀਆ ਸੱਦ ਲਈ, ਮੈਨੂੰ ਬੁਲਾਇਆ ਕੋਈ ਨਹੀਂ, ਹਾਲਾਂਕਿ ਸਾਰਾ ਪ੍ਰਯੋਗ ਮੇਰੇ ਹੱਥਾਂ 'ਚ ਹੋਇਆ ਹੈ ਤੇ ਮੈਨੂੰ ਹੀ ਗੁਰੂ ਸਾਹਿਬ ਭੁੱਲ ਗਏ ਨੇ, ਮੈਨੂੰ ਹੀ ਨਜ਼ਰਅੰਦਾਜ਼ ਕਰਤਾ ਹੈ। ਇਹਦਾ ਮਨ ਵਿੱਚ ਗੁੱਸਾ ਕਰ ਰਹੇ ਸਨ, ਸੋਚ ਹੀ ਰਹੇ ਸਨ ਕਿ ਅੰਤਰਜਾਮੀ ਸਤਿਗੁਰੂ ਮਹਾਰਾਜ ਸਭ ਜਾਣੀ ਜਾਣ ਗਏ। ਨੰਦ ਚੰਦ ਸੋ ਗਿਰਾ ਬਖਾਨੀ। ਆਪਣੇ ਦੀਵਾਨ ਨੰਦ ਚੰਦ ਨੂੰ ਕੋਲ ਬੁਲਾ ਕੇ ਕਲਗੀਧਰ ਜੀ ਬੋਲੇ, ਅਬ ਪੰਡਤ ਕੋ ਆਨ ਹਕਾਰੀ। ਜਾਓ ਭਾਈ ਨੰਦ ਚੰਦ ਜੀ ਦੀਵਾਨ ਜੀ ਪੰਡਤ ਕੇਸੋ ਦਾਸ ਨੂੰ ਬੁਲਾ ਕੇ ਲਿਆਓ। ਅਸ ਕੋ ਬਿਸਰ ਗਇਓ ਤਿਸ ਬਾਰੀ। ਇਹ ਕੀ ਕਾਰਨ ਬਣ ਗਿਆ ਹੈ ਕਿ ਉਹਨੂੰ ਕਿਹਾ ਜੇ, ਇਸ ਤਰ੍ਹਾਂ ਆਖਿਆ ਜੇ ਵੀ ਮਹਾਰਾਜ ਭੁੱਲ ਗਏ, ਖਿਆਲ ਵਿਸਰ ਗਿਆ, ਜਾਣ ਕੇ ਨਹੀਂ ਤੁਹਾਨੂੰ ਛੱਡਿਆ, ਖਿਆਲ ਵਿੱਚੋਂ ਹੀ ਗੱਲ ਵਿਸਰ ਗਈ ਹੈ। ਸੁਨ ਕਰ ਹੁਕਮ ਗੁਰੂ ਕਹੋ ਐਸਿਓ। ਮੇਰੋ ਕਛੂ ਅਪਰਾਧ ਨਹੀਂ ਗਇਓ ਯਾਦ ਤੇ ਭੂਲ ਨ ਕੋਪ ਚਿਤਾਰੋ। ਹੇ ਪੰਡਤ ਜੀ ਮੇਰਾ ਕੋਈ ਅਪਰਾਧ ਨਹੀਂ, ਤੁਸੀਂ ਮੈਨੂੰ ਉਦਾਂ ਹੀ ਵਿਸਰ ਗਏ, ਯਾਦੋਂ ਹੀ ਵਿਸਰ ਗਏ। ਇਸ ਤਰ੍ਹਾਂ ਜਦੋਂ ਮਹਾਰਾਜ ਕਹਿੰਦੇ ਜਾ ਕੇ ਬੁਲਾ ਕੇ ਲਿਆਓ, ਭਾਈ ਨੰਦ ਚੰਦ ਦੀਵਾਨ ਨੇ ਜਦੋਂ ਸਤਿਗੁਰਾਂ ਦਾ ਹੁਕਮ ਸੁਣਿਆ ਹੈ, ਤਹਿ ਗਮਨਿਓ ਜਹ ਪੰਡਤ ਬੈਸੋ। ਦੀਵਾਨ ਨੰਦ ਚੰਦ ਉਸ ਬਾਗ ਵੱਲ ਚੱਲ ਪਏ ਨੇ ਜਿੱਥੇ ਕੇਸੋ ਦਾਸ ਦਾ ਡੇਰਾ ਹੈ, ਜਿੱਥੇ ਕੇਸੋ ਦਾਸ ਜੀ ਨੇ ਉਤਾਰਾ ਕੀਤਾ ਹੋਇਆ ਹੈ। ਦਿਤ ਜੂ ਸਤਿਗੁਰ ਤੁਮਹਿ ਹਕਾਰਾ। ਜਾ ਕੇ ਦੀਵਾਨ ਨੰਦ ਚੰਦ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਕਾਰਯੋਗ ਪੰਡਤ ਕੇਸੋ ਦਾਸ ਜੀ, ਆਪ ਜੀ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬੁਲਾ ਰਹੇ ਨੇ। ਸਹਿਤ ਦਛਨਾ ਲਿਓ ਆਹਾਰਾ। ਚੱਲ ਕੇ ਲੰਗਰ ਵੀ ਛਕੋ ਤੇ ਆਪਣੀ ਦਛਨਾ ਵੀ ਵਸੂਲ ਕਰੋ। ਵਿਪਰ ਕਹਿਓ ਅਬ ਹੋ ਨਹਿ ਜਾਵੋ। ਹੁਣ ਗੁੱਸੇ 'ਚ ਆਇਆ ਹੋਇਆ ਕੇਸੋ ਦਾਸ ਕਹਿਣ ਲੱਗਾ ਮੈਂ ਨਹੀਂ ਜਾਣਾ। ਮੈਂ ਕਿਉਂ ਜਾਵਾਂ, ਮੈਨੂੰ ਬਾਅਦ ਵਿੱਚ ਕਿਉਂ ਬੁਲਾਇਆ ਹੈ। ਨਹੀਂ ਸੋ ਭੋਜਨ ਮੁਖ ਮੈਂ ਪਾਵੋ। ਮੈਂ ਗੁਰੂ ਸਾਹਿਬ ਦਾ ਲੰਗਰ ਵੀ ਨਹੀਂ ਛਕਣਾ ਤੇ ਮੈਂ ਦਛਨਾ ਵੀ ਨਹੀਂ ਲੈਣੀ। ਮੈਨੂੰ ਪਹਿਲਾਂ ਬੁਲਾਉਣਾ ਸੀ, ਸਾਰਿਆਂ ਤੋਂ ਬਾਅਦ ਮੈਨੂੰ ਯਾਦ ਕਰ ਰਹੇ। ਸਾਰੀ ਦੁਨੀਆ ਲੰਗਰ ਛਕ ਕੇ ਵੀ ਚਲੀ ਗਈ ਹੈ ਤੇ ਹੁਣ ਮੇਰਾ ਖਿਆਲ ਆਇਆ ਹੈ। ਪ੍ਰਥਮ ਵਿਪਰ ਸਿੱਖ ਸਾਧ ਜਿਵਾਏ। ਪਹਿਲਾਂ ਹੋਰ ਬ੍ਰਾਹਮਣਾਂ ਨੂੰ, ਹੋਰ ਸਿੱਖਾਂ ਨੂੰ, ਹੋਰ ਸੰਨਿਆਸੀਆਂ, ਵੈਰਾਗੀਆਂ, ਸਾਧੂਆਂ, ਜੰਗਮਾਂ, ਜੋਗੀਆਂ ਨੂੰ ਲੰਗਰ ਛਕਾਤਾ ਤੇ ਜਿਹੜਾ ਮੈਂ ਸਾਰਾ ਕੁਝ ਕਰਵਾਇਆ ਕੋਲ ਬਹਿ ਕੇ, ਤੇ ਮੈਨੂੰ ਹੁਣ ਯਾਦ ਕਰ ਰਹੇ ਹੋ। ਪਾਛੇ ਤੇ ਮੁਝ ਬੋਲ ਪਠਾਏ। ਪਿੱਛੋਂ ਮੈਨੂੰ ਸੱਦਾ ਦਿੱਤਾ ਸਾਰਿਆਂ ਤੋਂ। ਸਹਿਨੇ ਜਾਏ ਵਿਪਰੀਤ ਬਡੇਰੀ। ਇਹ ਜਿਹੜੀ ਮੇਰੀ ਅਵੱਗਿਆ ਕੀਤੀ ਹੈ, ਮੇਰਾ ਨਿਰਾਦਰ ਕੀਤਾ ਹੈ, ਇਹ ਮੇਰੇ ਤੋਂ ਸਿਆ ਨਹੀਂ ਗਿਆ, ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਉਤੋਂ ਮੁਖਿਆ ਸੁਧ ਨਹਿ ਤਿਸ ਕੇਰੀ। ਮੈਂ ਹੀ ਮੁਖੀ ਸੀ, ਸਾਰਾ ਕੰਮ ਮੈਂ ਕੀਤਾ। 1.25 ਸਾਲ ਲਗਭਗ ਮੈਨੂੰ ਇੱਥੇ ਬੈਠਿਆਂ ਹੋ ਗਿਆ, ਕਿਉਂਕਿ 1 ਸਾਲ ਦਾ ਲਗਭਗ ਇਸ ਪ੍ਰਯੋਗ ਤੇ ਹੀ ਲੱਗ ਗਏ ਸਨ, 11 ਮਹੀਨੇ। ਤੇ ਬਾਕੀ ਮਹੀਨਾ 2 ਮਹੀਨੇ ਪੰਡਤ ਜੀ ਪਹਿਲਾਂ ਵੀ ਆਏ ਹੋਏ ਸਨ, ਤਿਆਰੀ ਕਰਦਿਆਂ ਲੱਗ ਗਏ। ਮੈਂ ਭੋਜਨ ਛਕਾ ਦਿੱਤਾ ਹੈ। ਅਬ ਪਛਤਾਤੀ ਕਿਮ ਨਹਿ ਜਾਉ। ਅੱਜ ਤੋਂ ਬਾਅਦ ਮੈਂ ਗੁਰੂ ਕੋਲ ਨਹੀਂ ਜਾਣਾ। ਹੁਣ ਮੈਂ ਸਾਰਿਆਂ ਤੋਂ ਬਾਅਦ ਲੰਗਰ ਛਕਾਂਗਾ, ਝੂਠਾ ਖਾਵਾਂਗਾ ਮੈਂ ਲੋਕਾਂ ਦਾ। ਸਾਰੀ ਦੁਨੀਆ ਲੰਗਰ ਛਕ ਗਈ, ਸੰਨਿਆਸੀ ਛਕ ਗਏ, ਬੈਰਾਗੀ ਛਕ ਗਏ, ਜੋਗੀ ਜੰਗਮ, ਕਈ ਸੰਪਰਦਾਵਾਂ ਦੇ ਸਾਧੂ ਆ ਕੇ, ਮੁਸਲਮਾਨ ਫਕੀਰ ਵੀ ਰੋਟੀ ਖਾ ਕੇ ਚਲੇ ਗਏ, ਗੁਰੂ ਦੇ ਸਿੱਖ ਵੀ ਖਾ ਗਏ। ਤੇ ਪੰਡਤ ਕੇਸੋ ਦਾਸ ਜਿਹੜਾ ਸਾਰਿਆਂ ਦਾ ਮੋਹਰੀ ਹੋਵੇ, ਉਹ ਸਭ ਤੋਂ ਬਾਅਦ ਜਾਵੇ, ਇਹ ਨਹੀਂ ਹੋ ਸਕਦਾ। ਜਾਓ ਗੁਰੂ ਸਾਹਿਬ ਨੂੰ ਕਹਿ ਦਿਓ ਮੇਰਾ ਉਹਨਾਂ ਨਾਲ ਹੁਣ ਕੋਈ ਸਬੰਧ ਨਹੀਂ ਜੇ,
ਮੈਂ ਉਹਨਾਂ ਦਾ ਲੰਗਰ ਨਹੀਂ ਛਕਣਾ। ਅਚੋ ਅਸਨ ਬ੍ਰਹਮਤ ਲਜਾਉ। ਜੇ ਮੈਂ ਹੁਣ ਸਭ ਤੋਂ ਬਾਅਦ ਲੰਗਰ ਛਕਾਂਗਾ, ਭੋਜਨ ਬਚਿਆ ਖੁਚਿਆ ਖਾਵਾਂਗਾ, ਤਾਂ ਮੇਰੇ ਬ੍ਰਾਹਮਣ ਪੁਣੇ ਨੂੰ ਲਾਜ ਲੱਗੇਗੀ, ਕਿਉਂਕਿ ਸਾਡਾ ਬ੍ਰਾਹਮਣ ਦਾ ਵੀ ਕੋਈ ਨਿਯਮ ਹੈ, ਸਾਡੀ ਵੀ ਮਰਜ਼ਾਦਾ ਹੈ। ਅਸੀਂ ਸੁੱਚਾ ਭੋਜਨ ਚੌਂਕੇ 'ਚ ਬਹਿ ਕੇ ਮਰਜ਼ਾਦਾ ਨਾਲ ਛਕਦੇ ਹਾਂ, ਔਰ ਬਣਾਇਆ ਹੋਵੇ ਸੁੱਚਾ ਪਵਿੱਤਰਤਾ ਦੇ ਨਾਲ, ਬ੍ਰਾਹਮਣ ਨਹੀਂ ਬਣਾਇਆ ਹੋਵੇ, ਔਰ ਫਿਰ ਉਹ ਭੋਜਨ ਸਭ ਤੋਂ ਪਹਿਲਾਂ ਬ੍ਰਾਹਮਣ ਨੂੰ ਛਕਾਇਆ ਜਾਵੇ। ਇਹ ਸਾਡੀ ਮਰਜ਼ਾਦਾ ਹੈ। ਜੇ ਗੁਰੂ ਸਾਹਿਬ ਸਾਡੀ ਮਰਜ਼ਾਦਾ ਦੀ ਕਦਰ ਨਹੀਂ ਕਰਦੇ ਤਾਂ ਅਸੀਂ ਗੁਰੂ ਸਾਹਿਬ ਦਾ ਭੋਜਨ ਨਹੀਂ ਛਕਦੇ। ਨਿਜ ਗੁਰ ਢਿਗ ਕਹੀਏ ਅਰਦਾਸਾ। ਜਾ ਕੇ ਆਪਣੇ ਸਤਿਗੁਰੂ ਜੀ ਨੂੰ ਕਹਿ ਦਿਓ ਮੇਰੇ ਵੱਲੋਂ ਅਰਦਾਸ ਕਰੋ। ਜਿਨੇ ਆਏ ਤੁਮਾਰੇ ਪਾਸਾ। ਉਹਨਾਂ ਨੂੰ ਬੇਨਤੀ ਕਰੋ ਵੀ ਪੰਡਿਤ ਕੇਸੋ ਦਾਸ ਕਹਿੰਦਾ ਮੈਂ ਹੁਣ ਤੁਹਾਡੇ ਕੋਲ ਨਹੀਂ ਆਉਣਾ। ਸੁਣ ਕੇ ਆਨੰਦ ਚੰਦ ਕਹਿ ਬਾਣੀ। ਇਹ ਸੁਣ ਕੇ ਦੀਵਾਨ ਆਨੰਦ ਚੰਦ ਜੀ ਬੜੇ ਸਿਆਣੇ, ਬੜੇ ਠਰਮੇ ਨਾਲ ਗੱਲ ਕਰਨੀ ਜਾਣਦੇ ਸਨ। ਉਹਨਾਂ ਨੂੰ ਪਤਾ ਸੀ ਕਿ ਪੰਡਤ ਜੀ ਹੁਣ ਇੱਕਦਮ ਹੀ ਜਿਵੇਂ ਅੱਖਾਂ ਦੀ ਅੱਗ ਗਰਮ ਹੋ ਜਾਂਦੀ, ਫਟਾਫਟ ਇਹਨਾਂ ਗੁੱਸਾ ਆ ਗਿਆ, ਤੇ ਹੁਣੇ ਹੀ ਪਿਆਰ ਨਾਲ ਦੋ ਬਚਨ ਕਰਾਂਗੇ ਤੇ ਠੰਡੇ ਵੀ ਹੋ ਜਾਣਗੇ। ਤੋ ਬੜੇ ਤਰੀਕੇ ਨਾਲ ਪੰਡਿਤ ਕੇਸੋ ਦੀਵਾਨ ਆਨੰਦ ਚੰਦ ਜੀ ਪੰਡਿਤ ਕੇਸੋ ਦਾਸ ਨੂੰ ਕਹਿੰਦੇ ਹਨ, ਧੀਰਜ ਧਰਿਏ ਤੁਮ ਗੁਣ ਖਾਨੀ। ਮਹਾਰਾਜ ਪੰਡਿਤ ਜੀ ਤੁਸੀਂ ਵਿਦਵਾਨ ਹੋ, ਗੁਣਾਂ ਦੀ ਖਾਨ ਹੋ। 6 ਸ਼ਾਸਤਰ, 4 ਵੇਦ, 27 ਸਿਮਰਤੀਆਂ, 18 ਪੁਰਾਣ, ਕਰਮ ਕਾਂਡ ਆਦਿਕ ਸਾਰੇ ਵਿਸ਼ਿਆਂ ਦੇ ਤੁਸੀਂ ਪਾਰਕਾਂਡ ਵਿਦਵਾਨ ਹੋ। ਇਤਨੇ ਪ੍ਰਕਾਂਡ ਵਿਦਵਾਨ ਹੋ ਕੇ ਗੁੱਸਾ ਕਿਉਂ ਕਰਦੇ ਹੋ? ਮਹਾਂਪੁਰਸ਼ੋ ਧੀਰਜ ਰੱਖੋ, ਹੌਸਲਾ ਰੱਖੋ। ਜੋ ਕੋਪ ਤਬ ਰਹੇ ਨਾ ਯਾਦੂ। ਗੁੱਸਾ ਛੱਡੋ। ਇੱਕ ਤੁਹਾਨੂੰ ਸੱਚ ਕਹਿੰਦੇ ਆ, ਗਇਓ ਯਾਦ ਤੇ ਭੂਲ, ਨਹਿ ਕੋਪ ਚਿਤਾਰੋ। ਕੁਦਰਤੀ ਸਾਡੀ ਸਿਮਰਤੀ ਚੋਂ, ਸਾਡੇ ਖਿਆਲ ਚੋਂ ਤੁਸੀਂ ਭੁੱਲ ਗਏ ਹੋ। ਅਬ ਤੁਮ ਚੱਲ ਕੇ ਅਚੋ ਪ੍ਰਸਾਦੂ। ਚਲੋ ਹੁਣ ਗੁੱਸਾ ਛੱਡੋ ਤੇ ਚੱਲ ਕੇ ਮਿਹਰਬਾਨੀ ਕਰੋ, ਪ੍ਰਸ਼ਾਦਾ ਛਕੋ। ਨਰ ਸਮਾਨ ਸਤਿਗੁਰ ਨਾ ਪਛਾਨੋ। ਤੁਸੀਂ ਗੁਰੂ ਮਹਾਰਾਜ ਨੂੰ ਆਮ ਬੰਦੇ ਵਰਗਾ ਨਾ ਸਮਝੋ। ਕੋਈ ਆਮ ਆਦਮੀ ਹੋਵੇ ਤੇ ਉਹਨੂੰ ਤਾਂ ਭੁਲੇਖਾ ਪੈ ਸਕਦਾ। ਤੁਸੀਂ ਤਾਂ ਮਹਾਰਾਜ ਦੀ ਜ਼ਾਹਰਾ ਸ਼ਕਤੀ ਦੇਖੀ ਹੋਈ ਹੈ। ਤੁਸੀਂ ਮਹਾਰਾਜ ਨੂੰ ਆਮ ਬੰਦਿਆਂ ਵਰਗਾ ਨਾ ਜਾਣੋ। ਜਗਤ ਈਸ਼ ਅਵਤਾਰ ਪ੍ਰਮਾਨੋ। ਉਹ ਜਗਤ ਦੇ ਮਾਲਕ ਹਨ, ਈਸ਼ਵਰ ਦਾ ਅਵਤਾਰ ਹਨ। ਤਿਨ ਸੰਗ ਰੁਸਨ ਕਿਮ ਬਨ ਆਵੇ। ਉਹਨਾਂ ਦੇ ਨਾਲ ਰੁਸਣਾ ਨਹੀਂ ਚਾਹੀਦਾ ਤੁਹਾਨੂੰ, ਇਹ ਰੁਸਣਾ ਠੀਕ ਨਹੀਂ ਹੈ। ਤਸ ਕਰੀਏ ਜਸ ਓਨ ਮਨ ਭਾਵੇ। ਤੁਹਾਨੂੰ ਐਸਾ ਕਰਨਾ ਚਾਹੀਦਾ ਹੈ ਕਿ ਜਿਹਦੇ ਕਰਕੇ ਕਲਗੀਧਰ ਜੀ ਤੁਹਾਡੇ ਤੇ ਖੁਸ਼ ਰਹਿਣ, ਪ੍ਰਸੰਨ ਰਹਿਣ। ਜਾਤ ਹੰਕਾਰ ਕਰੋ ਸਭ ਨਾਸੀ। ਆਪਣੀ ਜਾਤੀ ਦਾ ਹੰਕਾਰ ਵੀ ਪੰਡਤ ਜੀ ਛੱਡ ਦਿਓ। ਇਹ ਨਾ ਇਹ ਸੁਣ ਕੇ ਪੰਡਤ ਕੇਸੋ ਦਾਸ ਬੋਲਿਆ, ਦੀਵਾਨ ਜੀ ਏਦਾਂ ਨਾ ਆਖੋ। ਨਿਜ ਗੁਰਬਾਕ ਵਿਚਾਰਨ ਕਰੀਏ। ਤੁਸੀਂ ਕਹਿ ਰਹੇ ਹੋ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਮਾਤਮਾ ਦਾ ਰੂਪ ਹਨ, ਜਗਤ ਈਸ਼ ਅਵਤਾਰ ਪ੍ਰਮਾਨੋ, ਨਰ ਸਮਾਨ ਸਤਿਗੁਰ ਨਾ ਪਛਾਨੋ। ਮਹਾਰਾਜ ਨੂੰ ਆਮ ਬੰਦੇ ਵਰਗਾ ਨਾ ਜਾਣੋ ਤੇ ਮਹਾਰਾਜ ਨੂੰ ਜਗਤ ਦਾ ਅਵਤਾਰ ਸਮਝੋ, ਪ੍ਰਮਾਤਮਾ ਦਾ। ਹੇ ਆਨੰਦ ਚੰਦ ਜੀ ਤੁਸੀਂ ਇਸ ਤਰ੍ਹਾਂ ਨਾ ਆਖੋ, ਬਲਕਿ ਆਪਣੇ ਗੁਰੂ ਦੀ ਬਾਣੀ ਪੜੋ। ਦੋਸ਼ ਲਗੇ ਬੋਲਤ ਹੋ ਜੈਸੇ। ਕਿਉਂਕਿ ਜੇ ਤੁਸੀਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮਾਤਮਾ ਦਾ ਰੂਪ ਕਹੋਗੇ ਤਾਂ ਇਹਦੇ 'ਚ ਤੁਹਾਨੂੰ ਵੱਡਾ ਭਾਰੀ ਦੋਸ਼ ਲੱਗੇਗਾ। ਕਲਗੀਧਰ ਬਰਨਿਓ ਨਿਜ ਐਸੇ। ਕਿਉਂਕਿ ਗੁਰੂ ਮਹਾਰਾਜ ਨੇ ਤਾਂ ਆਪਣੀ ਬਾਣੀ 'ਚ ਇਸ ਤਰ੍ਹਾਂ ਲਿਖਿਆ ਹੈ, ਜੋ ਹਮਕੋ ਪਰਮੇਸ਼ਰ ਉਚਰ ਹੈ। ਮਹਾਰਾਜ 10ਵੇਂ ਪਾਤਸ਼ਾਹ ਜੀ ਦੀ ਪੰਕਤੀ ਹੈ ਬਚਿੱਤਰ ਨਾਟਕ ਵਿੱਚ। ਕੇਸੋ ਦਾਸ ਮਹਾਰਾਜ ਦੀ ਪੰਕਤੀ ਮਹਾਰਾਜ ਦੇ ਸਿੱਖ ਦੇ ਉਲਟ ਵਰਤ ਰਿਹਾ ਹੈ। ਕਹਿੰਦਾ ਦੇਖੋ ਆਨੰਦ ਚੰਦ ਜੀ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਈਸ਼ਵਰ ਦਾ ਅਵਤਾਰ ਹਨ, ਪਰ ਤੁਹਾਡੇ ਗੁਰੂ ਕਹਿੰਦੇ ਨੇ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਇਹ ਸਭ ਨਰਕ ਕੁੰਡ ਮਹਿ ਪਰ ਹੈ। ਉਹ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਨਰਕ ਕੁੰਡ ਵਿੱਚ ਪਵੇਗਾ, ਉਹ ਨਰਕ ਘੋਰ ਦੇ ਵਿੱਚ ਗੋਤੇ ਖਾਵੇਗਾ।
ਇਸ ਕਰਕੇ ਗੁਰੂ ਜੀ ਤਾਂ ਕਹਿੰਦੇ ਆ ਸਾਨੂੰ ਪਰਮੇਸ਼ਰ ਕਹਿਣ ਵਾਲਾ ਨਰਕਾਂ ਨੂੰ ਜਾਏਗਾ। ਮੋਕੋ ਦਾਸ ਤਵਨ ਕਾ ਜਾਨੋ। 10ਵੇਂ ਪਾਤਸ਼ਾਹ ਨੇ ਪੰਕਤੀ ਲਿਖੀ ਹੈ ਵੀ ਮੈਨੂੰ ਤਾਂ ਵਾਹਿਗੁਰੂ ਦਾ ਦਾਸ ਜਾਣੋ। ਜਾਂ ਮੈਂ ਭੇਦ ਨਾ ਰੰਚ ਪਛਾਨੋ। ਇਸ ਗੱਲ ਵਿੱਚ ਰੰਚ ਮਾਤਰ ਵੀ ਭੇਦ ਨਹੀਂ ਕਿ ਮੈਂ ਵਾਹਿਗੁਰੂ ਦਾ ਦਾਸ ਹਾਂ। ਇੱਕ ਤੋਂ ਤਿੰਨ ਮੁਖ ਕੋ ਪਰਮਾਨਾ। ਇੱਕ ਤਾਂ ਭਾਈ ਆਨੰਦ ਚੰਦ ਤੁਹਾਡੇ ਗੁਰੂ ਦੀ ਬਾਣੀ ਦਾ ਹੀ ਪ੍ਰਮਾਣ ਹੈ, ਉਹੀ ਮੈਂ ਤੁਹਾਨੂੰ ਸੁਣਾਇਆ ਹੈ। ਦੂਜੇ ਔਰ ਸੁਨੋ ਦੇ ਕਾਨਾ। ਦੂਜੀ ਇੱਕ ਹੋਰ ਗੱਲ ਸੁਣੋ ਜਿਸ ਤੋਂ ਸਾਬਤ ਹੁੰਦਾ ਹੈ ਕਿ ਤੁਸੀਂ ਗੁਰੂ ਨੂੰ ਜੋ ਈਸ਼ਵਰ ਦਾ ਅਵਤਾਰ ਕਹਿ ਰਹੇ ਹੋ ਠੀਕ ਨਹੀਂ ਹੈ। ਜਬ ਪ੍ਰਗਟੀ ਚੰਡੀ ਖਲਖੰਡਾ। ਜਦੋਂ ਚੰਡੀ ਮੂਰਖਾਂ ਦਾ ਨਾਸ ਕਰਨ ਵਾਲੀ ਸ਼ਕਤੀ ਪ੍ਰਗਟ ਹੋਈ ਹੈ, ਵੇਖ ਭਿਆਨ ਚਕਤ ਨਵ ਖੰਡਾ। ਉਹਦਾ ਭਿਆਨਕ ਰੂਪ ਵੇਖ ਕੇ 9 ਖੰਡ ਸਾਰੀ ਧਰਤੀ ਅਸਤ ਵਿਅਸਤ ਹੋ ਗਈ ਸੀ। ਧਰਤੀ ਤੇ ਭੁਚਾਲ ਆਏ ਸਨ, ਪਹਾੜ ਆਪਸ 'ਚ ਟਕਰਾ ਗਏ ਸਨ, ਸਮੁੰਦਰ ਉਛਾਲੇ ਮਾਰਨ ਲੱਗਾ ਸੀ, ਨਦੀਆਂ ਉਛਲ ਪਈਆਂ ਸਨ, ਸੂਰਜ ਦੇ ਵਿੱਚੋਂ 10 ਗੁਣਾ ਜ਼ਿਆਦਾ ਗਰਮੀ ਪੈਦਾ ਹੋ ਗਈ ਸੀ। ਇਸ ਤਰ੍ਹਾਂ ਦੀ ਜਿਹੜੀ ਹਾਲਤ ਚੰਡੀ ਦੇ ਪ੍ਰਗਟ ਹੋਣ ਵੇਲੇ ਹੋਈ ਹੈ, ਤਬ ਧੀਰਜ ਉਰ ਰਹਿਓ ਨਾ ਕੋਈ। ਉਸ ਵੇਲੇ ਸਾਰੀ ਸ੍ਰਿਸ਼ਟੀ ਡੋਲ ਗਈ ਸੀ, ਕਿਸੇ ਦਾ ਵੀ ਹੌਸਲਾ ਨਹੀਂ ਸੀ ਰਿਹਾ, ਧੀਰਜ ਨਹੀਂ ਸੀ ਰਿਹਾ। ਦੇਖਤ ਨੈਂਦ ਮੂੰਦ ਲਿਓ ਦੋਹੀ। ਤੇ ਗੁਰੂ ਜੀ ਨੇ ਵੀ ਉਸ ਵੇਲੇ ਸ਼ਕਤੀ ਨੂੰ ਵੇਖ ਕੇ ਦੋਵੇਂ ਅੱਖਾਂ ਬੰਦ ਕਰ ਲਈਆਂ। ਪੰਡਿਤ ਕੇਸੋ ਦਾਸ ਇਸ ਗੱਲ ਤੇ ਇਤਰਾਜ਼ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਜੇ ਈਸ਼ਵਰ ਦਾ ਅਵਤਾਰ ਹਨ ਤਾਂ ਜਗਤ ਮਾਤ ਚੰਡਕਾ ਦੇ ਦਰਸ਼ਨ ਕਰਕੇ ਅੱਖਾਂ ਕਿਉਂ ਬੰਦ ਕੀਤੀਆਂ ਹਨ? ਜੇ ਅਵਤਾਰ ਹੁਤੇ ਤਿਸ ਕਾਲਾ। ਜੇ ਪਰਮੇਸ਼ਰ ਦਾ ਅਵਤਾਰ ਹੁੰਦੇ ਚੰਡੀ ਦਾ ਰੂਪ ਵੇਖ ਕੇ ਅੱਖਾਂ ਬੰਦ ਨਾ ਕਰਦੇ ਧੀਰਜ ਧਾਰਤ ਹਿਰਦੈ ਵਿਸਾਲਾ। ਤੇ ਬੜੇ ਹੌਸਲੇ ਨਾਲ ਧੀਰਜ ਨਾਲ ਉਹਦੇ ਵੱਲ ਦੇਖਦੇ ਰਹਿੰਦੇ। ਜਾਂ ਤੇ ਮੋਹਿ ਪ੍ਰਤੀਤ ਨਾ ਆਵੇ। ਇਸ ਕਰਕੇ ਦੀਵਾਨ ਆਨੰਦ ਚੰਦ ਜੀ ਮੇਰਾ ਹੁਣ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ। ਤੁਸੀਂ ਕਹਿੰਦੇ ਹੋ ਈਸ਼ਵਰ ਦਾ ਅਵਤਾਰ ਹਨ, ਪਰ ਜੇ ਈਸ਼ਵਰ ਦਾ ਅਵਤਾਰ ਆਪਣੀ ਬਾਣੀ 'ਚ ਕਹਿੰਦੇ ਮੈਨੂੰ ਕੋਈ ਕਹੇਗਾ ਤੇ ਉਹ ਨਰਕਾਂ 'ਚ ਪਵੇਗਾ। ਨਾਲੇ ਉਹਨਾਂ ਦੇ ਸ਼ਕਤੀ ਨੂੰ ਵੇਖ ਕੇ ਅੱਖਾਂ ਵੀ ਬੰਦ ਕਰ ਲਈਆਂ। ਇਹਨਾਂ ਦੋਵਾਂ ਕਾਰਨਾਂ ਤੋਂ ਮੈਨੂੰ ਸ਼ੰਕਾ ਪਿਆ ਹੈ। ਤੂੰ ਸਭ ਜਾਣੋ ਬਿਨਾ ਅਲਾਵੇ। ਤੂੰ ਬਿਨਾਂ ਜਾਣੇ ਹੀ ਏਦਾਂ ਦੀਆਂ ਗੱਲਾਂ ਕਰ ਰਿਹਾ ਦੀਵਾਨ ਆਨੰਦ ਚੰਦ। ਤੈਨੂੰ ਗੁਰੂ ਦੀ ਬਾਣੀ ਦਾ ਤੇ ਗੁਰੂ ਦੇ ਸਿਧਾਂਤ ਦਾ ਪਤਾ ਨਹੀਂ ਹੈ। ਆਨੰਦ ਚੰਦ ਤਬ ਬਾਕ ਬਖਾਨਾ। ਇਹ ਸੁਣ ਕੇ ਪੰਡਿਤ ਕੇਸੋ ਦਾਸ ਦੀ ਗੱਲ ਭਾਈ ਆਨੰਦ ਚੰਦ ਜੀ ਦੀਵਾਨ ਬੋਲੇ। ਸੁਨੋ ਵਿਪਰ ਤੁਮ ਭੇਵ ਨਾ ਜਾਣਾ। ਕਹਿਣ ਲੱਗੇ ਨਹੀਂ ਪੰਡਿਤ ਜੀ ਸਾਨੂੰ ਤਾਂ ਪਤਾ ਹੈ, ਤੁਹਾਨੂੰ ਪਤਾ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਹੀ ਦਾ ਭੇਦ ਹੁਣ ਖੁੱਲਣਾ ਸਾਧ ਸੰਗਤ ਜੀ। ਜਿਹੜੇ ਸਵਈਏ ਅੱਗੇ ਆਉਣੇ ਆ ਨਾ, ਇੱਥੋਂ ਗੱਲ ਮੁੱਕਣੀ ਹੈ ਵੀ ਪੰਡਿਤ ਹੋਣਾ ਹੋਰ ਗੱਲ ਹੈ, ਵਿਦਵਾਨ ਹੋਣਾ ਹੋਰ ਗੱਲ ਹੈ, ਪਰ ਆਨੰਦ ਸਿੱਖ ਹੋਣਾ ਬੜੀ ਉੱਚੀ ਗੱਲ ਹੈ। ਜੈਸਾ ਗੁਰਸਿੱਖ ਦਾ ਰੁਤਬਾ ਹੈ ਜੈਸਾ, ਐਸਾ ਸੰਸਾਰ ਵਿੱਚ ਕੋਈ ਨਹੀਂ। ਪੰਡਿਤ ਗੁਣੀ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਭਗਤ ਦੀ ਮਹਿਮਾ ਵੱਡੀ ਮਹਾਨ ਹੈ। ਦੀਵਾਨ ਆਨੰਦ ਚੰਦ ਜੀ ਬੋਲੇ ਪੰਡਿਤ ਜੀ ਤੁਸੀਂ ਤਾਂ ਮੈਨੂੰ ਕਹਿ ਰਹੇ ਹੋ ਵੀ ਗੁਰੂ ਦਾ ਭੇਦ ਸਾਨੂੰ ਨਹੀਂ ਆਇਆ। ਮਾਫ ਕਰਨਾ ਪੰਡਿਤ ਜੀ, ਮੈਨੂੰ ਲੱਗਦਾ ਤੁਹਾਨੂੰ ਗੁਰੂ ਦੀ ਸਮਝ ਨਹੀਂ ਆਈ। ਇਸ ਹੀ ਤੇ ਸੰਸਾ ਉਰ ਤੋਰੇ। ਤਾਂ ਹੀ ਤੁਹਾਡੇ ਮਨ 'ਚ ਸੰਸਾ ਹੈ, ਕਿਉਂਕਿ ਜਿਹਦੇ ਮਨ ਵਿੱਚ ਸੰਸਾ ਹੈ ਸਮਝੋ ਉਹਦੇ ਮਨ 'ਚ ਕੋਈ ਕਮਜ਼ੋਰੀ ਹੈ, ਕੋਈ ਅਗਿਆਨਤਾ ਹੈ, ਕਿਸੇ ਗੱਲ ਦਾ ਉਹਨੂੰ ਭੇਦ ਨਹੀਂ ਹੈ, ਤਾਂ ਹੀ ਸੰਸਾ ਕਰ ਰਿਹਾ। ਸੰਸਾ ਹੁੰਦਾ ਹੀ ਉੱਥੇ ਜਿੱਥੇ ਅਧੂਰਾ ਗਿਆਨ ਹੋਵੇ। ਜਿੱਥੇ ਪੂਰਾ ਗਿਆਨ ਹੋ ਜੇ ਉੱਥੇ ਸੰਸਾ ਨਹੀਂ ਰਹਿੰਦਾ। ਨਿਰਣੈ ਕਰ ਗੁਣੀ ਹੈ ਬਚ ਮੋਰੇ। ਇਸ ਕਰਕੇ ਨਿਰਣੈ ਕਰਕੇ ਮੇਰੇ ਬਚਨਾਂ ਨੂੰ ਚੇਤੇ ਕਰੋ, ਵਿਚਾਰੋ। ਗੁਰੂ ਭਗਤ ਬਾਪ ਭੇ ਅਵਤਾਰਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾ ਜਿਹੜਾ ਉਹਨੇ ਪ੍ਰਮਾਣ ਦਿੱਤਾ ਸੀ ਉਹਦਾ ਦੀਵਾਨ ਜੀ ਜਵਾਬ ਦੇਣ ਲੱਗੇ। ਇਹ ਸਾਧ ਸੰਗਤ ਜੀ ਬਹੁਤ ਲੋਕਾਂ ਨੂੰ ਸ਼ੰਕਾ ਅੱਜ ਵੀ ਪੈ ਜਾਂਦਾ ਹੈ। ਕਈ ਵਾਰੀ ਜਦੋਂ ਕੋਈ ਕਥਾਵਾਚਕ ਪ੍ਰੇਮੀ ਗੁਰੂ ਕਾ ਲਾਲ, ਗੁਰੂ ਕਾ ਸਿੱਖ ਕਹਿ ਦਿੰਦਾ ਮੇਰੇ ਬਾਜਾਂ ਵਾਲੇ ਪ੍ਰਮਾਤਮਾ ਦਾ ਹੀ ਰੂਪ ਹਨ, ਕਲਗੀਧਰ ਪਾਤਸ਼ਾਹ ਤੇ ਖੁਦਾ ਨਿਰੰਕਾਰ ਵਾਹਿਗੁਰੂ 'ਚ ਕੋਈ ਭੇਦ ਨਹੀਂ ਹੈ, ਹਰ ਇੱਕ ਸ਼ਰਧਾਵਾਨ ਸਿੱਖ ਦਾ ਇਹ ਨਿਸ਼ਚਾ ਹੁੰਦਾ ਹੈ, ਤਾਂ ਉਦੋਂ ਤਰਕਵਾਦੀ ਜਿਹੜਾ ਨੇ ਸਾਧ ਸੰਗਤ ਜੀ ਬਾਣੀ ਨੂੰ ਪੂਰੇ ਤਰ੍ਹਾਂ ਧਿਆਨ ਨਾਲ ਨਹੀਂ ਪੜ੍ਹਿਆ ਹੁੰਦਾ, ਉਹ ਗੁਰੂ ਦੀ ਬਾਣੀ 'ਚੋਂ ਇਹ 2 ਪੰਕਤੀਆਂ ਲਿਆ ਕੇ ਅੱਗੇ ਰੱਖ ਦਿੰਦੇ ਹਨ। ਉਹ ਕਹਿੰਦੇ ਦੇਖੋ ਜੀ ਤੁਸੀਂ ਗੁਰੂ ਕਲਗੀਧਰ ਨੂੰ ਰੱਬ ਦਾ ਰੂਪ ਕਹਿੰਦੇ ਹੋ ਤੇ ਗੁਰੂ ਸਾਹਿਬ ਕਹਿੰਦੇ ਆ ਜੋ ਹਮਕੋ ਪਰਮੇਸ਼ਰ ਹੀ ਉਚਰੈ
ਤੇ ਸਭ ਨਰਕ ਕੁੰਡ ਮੈਂ ਪਰ ਹੈ। ਤੁਸੀਂ ਮਹਾਰਾਜ ਦੀ ਬਾਣੀ ਦੇ ਉਲਟ ਕਿਉਂ ਬੋਲ ਰਹੇ ਹੋ? ਅੱਜ ਵੀ ਇਹ ਗੱਲ ਚੱਲਦੀ ਹੈ। ਬਹੁਤ ਸਾਰੇ ਜਦੋਂ ਬਾਣੀ ਪੜ੍ਹਦੇ ਨੇ ਸ਼ੰਕਾ ਇਹ ਤਾਂ ਪੈਂਦੇ ਹੀ ਰਹਿਣਾ, ਤੇ ਗੁਰੂ ਕੇ ਸਿੱਖਾਂ ਨੂੰ ਜਵਾਬ ਵੀ ਬਾਣੀ ਚੋਂ ਹੀ ਮਿਲਣਾ, ਇਤਿਹਾਸ ਚੋਂ ਮਿਲਣਾ। ਇਸ ਕਰਕੇ ਸੂਰਜ ਪ੍ਰਕਾਸ਼ ਦੀ ਕਥਾ ਵੀ ਸਾਧ ਸੰਗਤ ਜੀ ਬੰਦ ਨਹੀਂ ਹੋਣੀ ਚਾਹੀਦੀ। ਹਰ ਗੁਰਦੁਆਰੇ ਵਿੱਚ ਇਹਦੀ ਕਥਾ ਹੁੰਦੀ ਸੀ ਤੇ ਖਾਲਸਾ ਪੰਥ ਤਿਆਰ ਬਰ ਤਿਆਰ ਸੀ। ਅੱਜ ਗੁਰਦੁਆਰਿਆਂ 'ਚੋਂ ਕਥਾ ਬੰਦ ਹੋ ਗਈ ਹੈ ਤੇ ਨੌਲੇਜ ਬਿਲਕੁਲ ਸੁੰਗੜਦੀ ਜਾ ਰਹੀ ਹੈ। 10 ਗੁਰੂਆਂ ਦੇ ਇਤਿਹਾਸ ਦਾ ਕਿਸੇ ਨੂੰ ਪਤਾ ਹੀ ਨਹੀਂ। ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਗੁਰੂ ਇਤਿਹਾਸ ਦਾ ਕੱਖ ਨਹੀਂ ਪਤਾ। ਤੇ ਜਿਹੜੇ ਗੁਰਪ੍ਰਤਾਪ ਸੂਰਜ ਦੀ ਅੱਜ ਬਦਨਾਮੀ ਕਰਦੇ ਆ, ਜਿੰਨਾ ਇਤਿਹਾਸ 10 ਗੁਰੂਆਂ ਦਾ ਉਹ ਸੁਣਾਉਂਦੇ ਆ, ਸਾਰਾ ਇਹਦੇ ਵਿੱਚੋਂ ਹੀ ਸੁਣਾਉਂਦੇ ਆ। ਇਹਦੇ ਵਿੱਚੋਂ ਹੀ ਸੁਣਾ ਕੇ ਇਸੇ ਦਾ ਹੀ ਖੰਡਨ ਕਰੀ ਜਾਂਦੇ ਆ। ਸੋ ਸਾਧ ਸੰਗਤ ਜੀ, ਪੰਡਤ ਕੇਸੋ ਦਾਸ ਨੇ ਸਵਾਲ ਖੜਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਬਾਣੀ 'ਚ ਕਹਿੰਦੇ ਆ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਤੇ ਦੀਵਾਨ ਜੀ ਤੁਸੀਂ ਕਹਿੰਦੇ ਹੋ ਵੀ ਸਾਡਾ ਗੁਰੂ ਹਰੀ ਦਾ ਅਵਤਾਰ ਹੈ, ਪਰਮੇਸ਼ਰ ਦਾ ਅਵਤਾਰ ਹੈ, ਇਹਦਾ ਜਵਾਬ ਦਿਓ। ਸੁਣ ਕੇ ਕੀ ਕਹਿ ਰਹੇ ਨੇ ਭਾਈ ਨੰਦ ਚੰਦ ਜੀ? ਕਹਿੰਦੇ ਦੇਖੋ ਪੰਡਤ ਜੀ, ਗੁਰੂ ਭਗਤ ਪੇ ਹਰ ਅਵਤਾਰਾ, ਗੁਰੂ ਭਗਤ ਬਪ ਇਹ ਅਵਤਾਰਾ। ਜਿਹੜੇ ਗੁਰੂ ਸਾਹਿਬ 10 ਗੁਰੂ ਨੇ ਨਾ, ਇਹ ਪਰਮੇਸ਼ਰ ਦਾ ਅਵਤਾਰ ਨੇ, ਪਰ ਕਿਹੜੇ ਰੂਪ 'ਚ? ਭਗਤ ਦੇ ਰੂਪ ਵਿੱਚ ਆਏ ਨੇ। ਸਾਧ ਰੂਪ ਆਪਣਾ ਤਨ ਧਾਰਿਆ, ਆਪਣੇ ਆਪ ਨੂੰ ਪਰਮੇਸ਼ਰ ਨਹੀਂ ਕਹਾਇਆ, ਬਲਕਿ ਦਾਸ ਭਾਵ ਵਿੱਚ ਰਹਿ ਕੇ ਆਪਣੇ ਆਪ ਨੂੰ ਪਰਮੇਸ਼ਰ ਦਾ ਦਾਸ, ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਜ ਪਛਾਨੋ, ਆਪਸ ਕੋ ਜੋ ਜਾਣੈ ਨੀਚਾ, ਸੋਊ ਗਨੀਐ ਸਭ ਤੇ ਉੱਚਾ। ਇਹ ਤਾਂ ਗੁਰੂ ਸਾਹਿਬ ਦੀ ਵਡਿਆਈ ਹੈ, ਆਪਣੇ ਆਪ ਨੂੰ ਪਰਮੇਸ਼ਰ ਦਾ ਦਾਸ ਕਹਿੰਦੇ ਹਨ। ਪੂਰਬ ਰੂਪ ਨਾ ਕਰਹਿ ਉਚਾਰਾ। ਮਹਾਰਾਜ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣਾ ਜਿਹੜਾ ਪਹਿਲਾ ਰੂਪ ਹੈ ਉਹਨੂੰ ਪ੍ਰਗਟ ਨਹੀਂ ਕਰਦੇ। ਉਹ ਤਾਂ ਰੂਪ ਹੈ ਚੱਕਰ ਚੈਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸ਼ਾਹੇ ਸਾਹਾਨ ਗਣਿਜੈ। ਮਹਾਰਾਜ ਦਾ ਆਪਣਾ ਹੀ ਸਰੂਪ ਹੈ, ਆਤਮ ਸਰੂਪ ਹੈ, ਪਰ ਆਪਣੇ ਮੂੰਹ ਤੋਂ ਨਹੀਂ ਕਹਿੰਦੇ, ਬਲਕਿ ਆਪਣੇ ਮੂੰਹ ਤੋਂ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ, ਮੈਂ ਉਹਦਾ ਦਾਸ ਹਾਂ। ਇਹ ਮਹਾਰਾਜ ਭਗਤੀ ਕਰਕੇ ਐਸਾ ਕਹਿੰਦੇ ਹਨ। ਜੋ ਸਵਾਂਗੀ ਜਗ ਸਵਾਂਗ ਬਣਾਵੇ। ਜਿਵੇਂ ਕੋਈ ਸਵਾਂਗੀ, जैसे एक स्वांगी कहूँ जोगिया बैरागी बन, कब हूँ संन्यास भेख बन के दिखावई। आ ਜਿਹੜੇ ਸਾਧ ਸੰਗਤ ਜੀ ਬਹੁਤ ਰੂਪੀਏ ਹੁੰਦੇ ਨੇ, ਸਵਾਂਗੀ ਹੁੰਦੇ ਨੇ, ਇਹ ਕਈ ਤਰ੍ਹਾਂ ਦੇ ਸਵਾਂਗ ਬਣਾ ਕੇ ਆਉਂਦੇ ਨੇ। ਕਈ ਵਾਰੀ ਪੁਲਿਸ ਵਾਲੇ ਬਣ ਕੇ ਆ ਜਾਂਦੇ ਨੇ, ਕਈ ਵਾਰੀ ਡਾਕੂ ਬਣ ਕੇ ਆ ਜਾਂਦੇ ਨੇ, ਕਈ ਵਾਰੀ ਪਠਾਨ ਬਣ ਕੇ ਆ ਜਾਂਦੇ ਨੇ, ਕਦੀ ਹਨੂਮਾਨ ਬਣ ਕੇ ਆ ਜਾਂਦੇ ਨੇ, ਮੰਗਦੇ ਨੇ ਬਾਜ਼ਾਰਾਂ। ਉਹ ਜਿਹੜੇ ਸਵਾਂਗੀ ਹੁੰਦੇ ਨੇ ਜਗਤ ਨੂੰ ਆਪਣਾ ਸਵਾਂਗ ਬਣਾ ਕੇ ਦਿਖਾਉਂਦੇ ਨੇ। ਤਸਕੀਰੀਆ ਕਰ ਤਥਾ ਅਲਾਵੇ। ਹੁਣ ਜਿੱਦਾਂ ਦਾ ਸਵਾਂਗ ਕੀਤਾ ਹੋਵੇ ਨਾ, ਉਦਾਂ ਦੀ ਬੋਲੀ ਬੋਲਦੇ ਨੇ। ਜੇ ਪਠਾਣਾ ਵਾਲੇ ਕੱਪੜੇ ਪਠਾਣਾ ਦਾ ਸਵਾਂਗ ਕਰਦੇ, ਫਿਰ ਪਠਾਣਾ ਵਾਲੀ ਬੋਲੀ ਬੋਲਣਗੇ, ਉੱਦਾਂ ਹੀ ਆ ਕੇ ਗੱਲ। ਜੇ ਪੁਲਿਸ ਵਾਲਿਆਂ ਦੀ ਵਰਦੀ ਪਾ ਕੇ ਆਉਂਦੇ, ਕਈ ਵਾਰੀ ਸ਼ਹਿਰਾਂ 'ਚ ਮੰਗਣ ਆ ਜਾਂਦੇ ਆ, ਜਦੋਂ ਉਹ ਪੁਲਿਸ ਵਾਲਿਆਂ ਦੀ ਵਰਦੀ ਬਣਾ ਕੇ ਆਉਂਦੇ ਆ ਪਾ ਕੇ, ਉਦੋਂ ਪੁਲਿਸ ਵਾਲਿਆਂ ਦੀ ਬੋਲੀ 'ਚ ਗੱਲ ਕਰਦੇ ਆ। ਜਦੋਂ ਹਨੂਮਾਨ ਬਣ ਕੇ ਆਉਂਦੇ ਆ, ਉਦੋਂ ਹਨੂਮਾਨ ਦੀ ਬੋਲੀ ਬਣਾ ਲੈਂਦੇ। ਜਦੋਂ ਸ਼ਿਵ ਜੀ ਦਾ ਰੂਪ ਧਾਰਨ ਕਰਕੇ ਆਉਂਦੇ, ਫਿਰ ਸ਼ਿਵ ਜੀ ਵਾਲੀ ਬੋਲੀ ਬੋਲਦੇ ਹਨ। ਇਸੇ ਤਰ੍ਹਾਂ ਪਰਮੇਸ਼ਰ ਜਿਹੜੇ ਰੂਪ 'ਚ ਵੀ ਦੁਨੀਆ ਤੇ ਆਉਂਦਾ ਹੈ, ਉਸੇ ਰੂਪ ਦੀ ਬਾਣੀ ਬੋਲਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪਰਮੇਸ਼ਰ ਦੇ ਭਗਤ ਅਵਤਾਰ ਹੋਏ ਹਨ। ਇਸ ਕਰਕੇ ਉਹਨਾਂ ਨੇ ਭਗਤਾਂ ਵਾਲੀ ਬੋਲੀ ਬੋਲੀ ਹੈ। ਆਪਣੇ ਆਪ ਨੂੰ ਪਰਮੇਸ਼ਰ ਜਾਣ ਕੇ, ਆਪਣੇ ਆਪ ਨੂੰ ਪਰਮੇਸ਼ਰ ਨਾਲ ਅਭੇਦ ਕਰਕੇ ਵੀ ਆਪਣੇ ਮੂੰਹ ਤੋਂ ਇਹ ਨਹੀਂ ਕਿਹਾ ਮੈਂ ਪਰਮੇਸ਼ਰ ਹਾਂ। ਇਹੀ ਬਚਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨੂੰ ਸਮਝਾਏ ਸਨ ਕਿ ਪੁਰਖਾ 3 ਬਚਨ ਸਾਡੇ ਯਾਦ ਰੱਖੀ। ਹਿਰਦੇ ਗਿਆਨ, ਹਿਰਦੇ ਵਿੱਚ ਤਾਂ ਇਹੀ ਸਮਝਣਾ ਕਿ ਮੈਂ ਅਹੰ ਬ੍ਰਹਮ ਅਸਮੀ, ਮੈਂ ਉਹ ਬ੍ਰਹਮੀ ਹਾਂ, ਮੈਂ ਪਰਮੇਸ਼ਰ ਵੀ, ਅਕਾਲ ਪੁਰਖ ਦਾ ਹੀ ਰੂਪ ਹਾਂ, ਮੇਰੇ ਵਿੱਚ ਤੇ ਉਹ 'ਚ ਕੋਈ ਫਰਕ ਨਹੀਂ। ਪਰ ਮੂੰਹ ਤੋਂ ਨਾ ਕਵੀ, ਮੂੰਹ ਤੋਂ ਮੁੱਖ ਭਗਤੀ, ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਸੇਵਕ ਹਾਂ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ।
ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਇੱਦਾਂ ਦੀ ਬਾਣੀ ਬੋਲੀ ਮੂੰਹ ਤੋਂ। ਇਹ ਦਾਸ ਭਾਵ ਦੀ ਬੋਲੀ ਹੈ। ਤੇ ਹਿਰਦੇ 'ਚ ਗਿਆਨ ਹੋਵੇ ਕਿ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਰੂਪ ਹੀ ਹਾਂ। ਤੀਸਰਾ ਬਚਨ ਇਹ ਕਿਹਾ ਸੀ ਵੀ ਵਰਤਨ ਵੈਰਾਗ ਦੀ ਰੱਖੀ। ਇਹ ਦੁਨੀਆ ਵਿੱਚ ਮੈਂ ਆਇਆ ਹਾਂ, ਚਲੇ ਜਾਣਾ ਹੈ। ਇੱਥੇ ਪੱਕਾ ਡੇਰਾ ਇੱਕ ਦਿਨ ਦਾ ਵੀ ਨਹੀਂ। ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਨੁਆ, ਡੇਰਾ ਕਾ ਸੰਜਮੋ, ਗੁਰ ਕੈ ਸ਼ਬਦ ਪਛਾਣ। ਇਸ ਤਰ੍ਹਾਂ ਦੀ ਇਹ ਸਿੱਖਿਆ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਤੱਕ ਲਗਾਤਾਰ ਚੱਲੀ ਆਈ ਹੈ। ਦਸਾਂ ਪਾਤਸ਼ਾਹੀਆਂ ਨੇ ਆਪਣੇ ਆਪ ਨੂੰ ਬ੍ਰਹਮ ਰੂਪ ਜਾਣਿਆ ਹੈ, ਪਰ ਮੂੰਹ ਤੋਂ ਕੀ ਕਿਹਾ? ਅਸੀਂ ਉਸ ਵਾਹਿਗੁਰੂ ਦੇ ਦਾਸ ਹਾਂ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੈ ਨੀਚ ਸੰਭਾਲੀਣ, ਤਿੱਥੈ ਨਦਰ ਤੇਰੀ ਬਖਸ਼ੀਸ਼। ਤੇ ਦੁਨੀਆ ਵਿੱਚ ਪ੍ਰਾਹੁਣੇ ਬਣ ਕੇ ਰਹੇ ਨੇ, ਵੀ ਆਏ ਆ ਤੇ ਚਲੇ ਜਾਣਾ, ਕਿਸੇ ਚੀਜ਼ ਨਾਲ ਮੋਹ ਨਹੀਂ ਕੀਤਾ। ਇਹ ਦਸਾਂ ਪਾਤਸ਼ਾਹੀਆਂ ਦੀ ਮਰਜ਼ਾਦਾ ਪੰਡਤ ਜੀ, ਤੁਹਾਨੂੰ ਇਸ ਦਾ ਪਤਾ ਨਹੀਂ ਹੈ। ਸ਼ੁਕਰ ਰੂਪ ਧਰਾ ਗੁਣ ਖਾਨੀ। ਤੁਸੀਂ ਇਹ ਦੱਸੋ, 24 ਅਵਤਾਰਾਂ ਦੀ ਕਥਾ ਪੰਡਤ ਜੀ ਤੁਹਾਡੇ ਗ੍ਰੰਥਾਂ 'ਚ ਲਿਖੀ ਹੈ ਨਾ। ਮੱਛ ਅਵਤਾਰ ਪਰਮੇਸ਼ਰ ਨੇ ਧਾਰਿਆ ਸੀ, ਮੱਛੀ ਬਣਿਆ ਸੀ। ਬੰਦੇ ਨਾਲੋਂ ਤੇ ਮੱਛੀ ਥੱਲੇ ਦੀ ਚੀਜ਼ ਹੈ ਨਾ, ਪਰ ਪਰਮੇਸ਼ਰ ਦਾ ਅਵਤਾਰ ਉਹ ਵੀ ਹੈ। ਪਹਿਲਾ ਸਭ ਤੋਂ ਮੱਛ ਅਵਤਾਰ ਹੀ ਹੈ, ਕਿਉਂਕਿ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਪਹਿਲਾ ਜੀਵਨ ਕਿੱਥੇ? ਸਮੁੰਦਰ ਪਾਣੀ 'ਚ ਹੋਇਆ, ਤੇ ਪਾਣੀ 'ਚੋਂ ਮੱਛ ਹੀ ਪੈਦਾ ਹੋਵੇਗਾ ਨਾ। ਸੋ ਪਹਿਲਾ ਮੱਛ ਅਵਤਾਰ, ਫਿਰ ਕੱਛ ਅਵਤਾਰ, ਫਿਰ ਬਰਾਹ ਅਵਤਾਰ। ਬਰਾਹ ਕੀ ਹੁੰਦਾ? ਸੂਰ। ਜਦੋਂ ਸੰਖਾਸੁਰ ਦਾਨਵ ਨੇ ਚੁੱਕ ਕੇ ਵੇਦ ਸਮੁੰਦਰ ਸੁੱਟ ਦਿੱਤੇ, ਧਰਤੀ ਪਤਾਲ ਸੁੱਟ ਦਿੱਤੀ, ਹੁਣ ਭਗਵਾਨ ਅੱਗੇ ਦੇਵਤਿਆਂ ਨੇ ਪੁਕਾਰ ਕੀਤੀ, ਮਹਾਰਾਜ ਸਾਨੂੰ ਇਹ ਸੰਖਾਸੁਰ ਤੋਂ ਬਚਾਓ। ਤਾਂ ਭਗਵਾਨ ਨੇ ਫਿਰ ਉਸ ਵੇਲੇ ਮੱਛ ਅਵਤਾਰ ਧਾਰਿਆ, ਫਿਰ ਕੱਛ ਅਵਤਾਰ ਧਾਰਿਆ, ਤੇ ਫਿਰ ਸਾਧ ਸੰਗਤ ਜੀ ਹਿਰਣਿਕਸ਼ਪ ਨਾਮ ਦੇ ਦੈਂਤ ਨੂੰ ਮਾਰਨ ਲਈ, ਜੋ ਰਣਾਕਸ਼ ਦਾ ਵੱਡਾ ਭਰਾ ਸੀ, ਉਹਨੂੰ ਮਾਰਨ ਲਈ ਸੂਰ ਦਾ ਰੂਪ ਧਾਰਨ ਕੀਤਾ। ਧਰਤੀ ਨੂੰ ਜਾੜਾਂ ਉੱਤੇ ਚੱਕ ਕੇ ਤੇ ਬਾਹਰ ਕੱਢ ਕੇ ਲਿਆਂਦਾ। ਹੁਣ ਇਹ ਭਗਵਾਨ ਦੇ 24 ਅਵਤਾਰਾਂ 'ਚੋਂ ਇੱਕ ਅਵਤਾਰ ਹੋਇਆ, ਜਿਹਨੂੰ ਸੂਰ ਦਾ ਅਵਤਾਰ ਕਹਿੰਦੇ ਆ। ਜਦੋਂ ਭਗਵਾਨ ਸੂਰ ਦਾ ਅਵਤਾਰ ਧਾਰਿਆ ਸੀ, ਉਦੋਂ ਬੋਲੀ ਕਿੱਦਾਂ ਦੀ ਬੋਲੀ ਹੋਣੀ ਹੈ? ਉੱਦਾਂ ਕੋਈ ਸੰਸਕ੍ਰਿਤ ਥੋੜ੍ਹਾ ਬੋਲੀ ਹੋਣੀ ਉੱਥੇ, ਬਲਕਿ ਉਸ ਵੇਲੇ ਘੁਰ ਕੀਤਾ ਸੀ ਭਗਵਾਨ ਨੇ। ਇਹ ਵੀ ਉਹਦੀ ਹਵਾ ਬੋਲੀ ਹੈ। ਉਹ ਸਾਰੀਆਂ ਬੋਲੀਆਂ 'ਚ ਬੋਲ ਰਿਹਾ। ਮਹਾਰਾਜ ਤਾਂ ਬਾਣੀ 'ਚ ਲਿਖਦੇ ਵੀ ਚੀਟੀ ਤੇ ਕੂੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਲੈ ਕੇ ਹਾਥੀ, ਸਾਰਿਆਂ 'ਚ ਭਗਵਾਨ ਹੀ ਬੋਲ ਰਿਹਾ ਹੈ। ਘੁਰ ਸ਼ਬਦ ਕਿਰਿਆ ਇਸ ਠਾਨੀ। ਜਦੋਂ ਭਗਵਾਨ ਨੇ ਸੂਰ ਦਾ ਰੂਪ ਧਾਰਨ ਕੀਤਾ ਸੀ, ਧਰਤੀ ਨੂੰ ਸਮੁੰਦਰ 'ਚੋਂ ਉੱਪਰ ਕੱਢਣ, ਪਤਾਲ 'ਚੋਂ ਉੱਪਰ ਲਿਆਉਣ ਵਾਸਤੇ, ਉਸ ਵੇਲੇ ਭਗਵਾਨ ਬੋਲੀ ਕਿਹੜੀ ਬੋਲਿਆ ਸੀ? ਦੱਸੋ। ਸੰਸਕ੍ਰਿਤ ਦੇ ਸ਼ਲੋਕ ਬੋਲਿਆ ਸੀ ਕੋਈ, ਜਾਂ ਵੇਦਾਂ ਦੇ ਸ਼ਲੋਕ ਬੋਲਿਆ ਸੀ? ਨਹੀਂ ਨਾ। ਕੀ ਬੋਲਿਆ ਸੀ? ਘੁਰ ਕੀਤੀ ਸੀ ਉਦੋਂ। ਪਰ ਤੁਸੀਂ ਸਾਰੇ ਉਸ ਆਵਾਜ਼ ਨੂੰ ਵੀ ਨਮਸਕਾਰ ਕਰਦੇ ਹੋ, ਭਗਵਾਨ ਦੀ ਆਵਾਜ਼ ਹੈ। ਹਾਂਜੀ। ਨਰ ਸਿੰਘ ਰੂਪ ਬਣਾਏ ਬਹੋਰੀ। ਫਿਰ ਜਦੋਂ ਹਰਨਾਕਸ਼ ਨੂੰ ਮਾਰਿਆ ਸੀ, ਭਗਤ ਪ੍ਰਹਲਾਦ ਦੀ ਰੱਖਿਆ ਕੀਤੀ ਸੀ, ਉਦੋਂ ਨਰ ਸਿੰਘ ਦਾ ਅੱਧਾ ਸ਼ੇਰ ਦਾ ਤੇ ਅੱਧਾ ਮਨੁੱਖ ਦਾ ਸਰੂਪ ਧਾਰਨ ਕਰਕੇ ਉਹਨੂੰ ਮਾਰਿਆ ਸੀ। ਗਰਜ ਕਿਰਿਆ ਤਸਕਰੀ ਨਾ ਔਰੀ। ਉਸ ਵੇਲੇ ਭਗਵਾਨ ਕਿੱਦਾਂ ਬੋਲਿਆ ਸੀ? ਜਿਵੇਂ ਬੱਬਰ ਸ਼ੇਰ ਦਹਾੜਦਾ ਹੈ, ਇਦਾਂ ਦਹਾੜਿਆ ਸੀ, ਗਰਜਿਆ ਸੀ। ਉਹਦੀ ਗਰਜਨਾ ਨਾਲ ਤਿੰਨੇ ਲੋਕ ਡੋਲ ਗਏ ਸਨ, ਤੇ 14 ਤਬਕ ਕੰਬ ਗਏ ਸਨ। ਖੰਡਾਂ ਬ੍ਰਹਮੰਡਾਂ 'ਚ ਹਲਚਲੀ ਮਚ ਗਈ ਸੀ। ਰਾਖਸ਼ਾਂ ਦੇ ਸੀਨੇ ਪਾਟ ਗਏ ਸਨ, ਤੇ ਹਰਨਾਕਸ਼ ਨੂੰ ਭਗਵਾਨ ਨੇ ਮਾਰਿਆ ਸੀ। ਇਸ ਵੇਦ ਲਖਿਓ ਗਤ ਇਨ ਕੇਰੀ। ਇਸ ਤਰ੍ਹਾਂ ਉਹ ਸਮੇਂ ਦਾ ਅਵਤਾਰ ਮੱਛ ਸੀ, ਕੱਛ ਸੀ, ਬਰਾਹ ਸੀ, ਨਰ ਸਿੰਘ ਸੀ, ਤੇ ਫਿਰ ਪਰਸਰਾਮ ਵੀ ਸੀ, ਫਿਰ ਰਾਮਚੰਦਰ ਜੀ ਸੀ, ਕ੍ਰਿਸ਼ਨ ਸੀ, ਸੂਰਜ ਸੀ, ਚੰਦਰਮਾ ਸੀ। ਇਹ ਸਾਰੇ ਉਹਦੇ ਪਰਮੇਸ਼ਰ ਦੇ ਰੂਪ ਨੇ। ਇਹ 24 ਅਵਤਾਰਾਂ ਦੀ ਕਥਾ ਪੜ੍ਹ ਲਓ ਨਾ, ਪੂਰੀ ਸਾਇੰਟੀਫਿਕ ਹੈ ਸਾਧ ਸੰਗਤ ਜੀ। ਪਰ ਕੋਈ ਪੜ੍ਹਾਉਣ ਵਾਲਾ ਹੋਵੇ ਤੇ ਕੋਈ ਪੜ੍ਹਨ ਵਾਲਾ ਹੋਵੇ। ਨਾਸਤਕ ਬੰਦੇ ਨੂੰ ਕੀ ਪੜ੍ਹਾਈਏ ਤੇ ਕੀ ਪੜ੍ਹੀਏ? ਜੋ ਇਸ ਦੁਨੀਆ 'ਚ ਹੋਇਆ, ਸਭ ਤੋਂ ਪਹਿਲਾਂ ਮੀਂਹ ਪਿਆ ਹੋਏਗਾ, ਇਹ ਸਾਰੇ ਆਪਾਂ ਜਾਣਦੇ ਹਾਂ। ਜਿੰਨੇ ਵੀ ਡਾਰਵਿਨ ਦੀ ਥਿਊਰੀ ਵਾਲੇ ਵਿਕਾਸਵਾਦੀ, ਉਹ ਵੀ ਇਹੀ ਗੱਲ ਕਹਿੰਦੇ ਆ ਵੀ ਪਹਿਲਾਂ ਵਰਸ਼ਾ ਹੋਈ, ਉੱਥੋਂ ਕੀੜੇ ਮਕੌੜੇ, ਮੱਛੀਆਂ, ਫਿਰ ਕੱਛੂ ਤੇ ਸੱਪ, ਤੇ ਫਿਰ ਇੱਦਾਂ ਦੇ, ਫਿਰ ਚਾਰ ਪਾਏ ਜਾਨਵਰ, ਫਿਰ ਮਨੁੱਖ ਦਾ ਬਹੁਤ ਜ਼ਿਆਦਾ ਸੋਧਿਆ ਹੋਇਆ ਰੂਪ ਕੁਦਰਤ ਨੇ ਪੈਦਾ ਕੀਤਾ 84 ਲੱਖ ਜੂਨਾਂ ਵਿੱਚੋਂ। ਤੋ ਮੱਛ ਪਹਿਲਾ ਅਵਤਾਰ ਨਾ ਹੋਇਆ ਪਰਮੇਸ਼ਰ ਦਾ, ਜਿੱਥੇ ਪਰਮੇਸ਼ਰ ਦੀ ਸੱਤਾ ਦਾ ਸੰਪੂਰਨ ਹੋਇਆ ਕਿਸੇ ਜੀਵ ਦੇ ਰੂਪ ਵਿੱਚ, ਉਹ ਪਹਿਲਾ ਅਵਤਾਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਪ੍ਰਕਾਸ਼ ਕਰਨ ਲਈ ਸੂਰਜ ਦਾ ਰੂਪ ਹੈ।
ਚੰਦਰਮਾ ਦਾ ਰੂਪ ਹੈ, ਧਰਤੀ ਦਾ ਰੂਪ ਹੈ, ਹਵਾ ਦਾ ਰੂਪ ਹੈ, ਪਾਣੀ ਦਾ ਰੂਪ ਹੈ, ਅੱਗ ਦਾ ਰੂਪ ਹੈ। ਉਹ ਸਾਰੇ ਰੂਪ ਧਾਰਨ ਕਰੀ ਬੈਠਾ। ਤੇ ਪੰਡਤ ਜੀ ਅੱਜ ਉਹਨੇ ਰੂਪ ਧਾਰਨ ਕਰ ਲਿਆ ਕਲਗੀਆਂ ਵਾਲੇ ਦਾ। ਅੱਜ ਉਹ ਬਾਜਾਂ ਵਾਲਾ ਬਣ ਕੇ ਆਇਆ ਹੈ। ਭਗਤ ਰੀਤ ਕੀ ਰਹਿਤ ਕਨੇਰੀ, ਇਸ ਜਾਮੇ 'ਚ ਭਗਤ ਬਣ ਕੇ ਆਇਆ ਹੈ। ਆਪਣੇ ਆਪ ਨੂੰ ਪਰਮੇਸ਼ਰ ਕੁਆ ਹੀ ਨਹੀਂ ਸਕਦਾ, ਕਿਉਂਕਿ ਭਗਤ ਤਾਂ ਹਮੇਸ਼ਾ ਭਗਵਾਨ ਦਾ ਬਣ ਕੇ ਰਹਿੰਦਾ। ਉਹ ਭਗਵਾਨ ਨਾਲੋਂ ਇੱਕ ਐਸੀ ਵਿੱਥ ਰੱਖਦਾ ਹੈ ਭਾਵਨਾ ਵਾਲੀ, ਹੁੰਦੀ ਕੋਈ ਨਹੀਂ ਵਿੱਥ, ਹੁੰਦਾ ਇੱਕੋ ਹੀ ਹੈ, ਪਰ ਸਤਿਕਾਰ ਹੁੰਦਾ ਭਗਵਾਨ ਤੂੰ ਬਹੁਤ ਵੱਡਾ ਹੈ। ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾकुर ਦੇਸਾ। हम मैले तुम उज्जल करते, हम निर्गुण तू दाता, हम मूर्ख तू चतर सियाणे, तू सर्व कला का ज्ञाता। ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਉਂਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਖੇਡ ਕੈਸੀ ਅਸਚਰਜ ਹੈ, ਇੰਗੈ ਨਿਰਗੁਣ ਉਂਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਉਧਰ ਭਗਵਾਨ ਈਸ਼ਵਰ ਸਰਗੁਣ ਹੈ, ਇਧਰ ਜੀਵ ਵਿਚਾਰਾ ਨਿਰਗੁਣ ਹੈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਤੋ ਭਗਤ ਰੂਪ ਵਿੱਚ ਆਏ ਹਨ। ਇਸ ਕਰਕੇ ਮਹਾਰਾਜ ਨੇ ਆਪਣੀ ਬਾਣੀ 'ਚ ਕਿਹਾ ਹੈ ਜੋ ਹਮਕੋ, ਪਰ ਜਿਹੜਾ ਸਾਡੇ ਸਰੀਰ ਨੂੰ ਪਰਮੇਸ਼ਰ ਕਹੇਗਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਸੇ ਦੇਹ ਨੂੰ ਮੰਨ ਲੈਣਾ ਇਹ ਰੱਬ ਹੈ। ਜਿਵੇਂ ਸਾਧ ਸੰਗਤ ਜੀ ਸਨਾਤਨ ਧਰਮ ਵਿੱਚ ਬੜਾ ਡੂੰਘਾ ਗਿਆਨ ਰਿਸ਼ੀਆਂ ਮੁਨੀਆਂ ਨੇ ਪ੍ਰਗਟ ਕੀਤਾ, ਪਰ ਬਾਹਰ ਵਾਲਿਆਂ ਦਾ ਭੁਲੇਖਾ ਫਿਰ ਨਹੀਂ ਮਿਟਿਆ। ਭਾਵੇਂ ਵੇਦਾਂ ਸ਼ਾਸਤਰਾਂ 'ਚ ਲਿਖਿਆ ਬ੍ਰਹਮ ਵਿਸ਼ਨ ਮੈਂ ਭੇਦ ਨਾ ਲਈਐ, ਸ਼ਾਸਤਰ ਸਿਮਰਤ ਭੀਤਰ ਇਮ ਕਹੀਐ, ਪਰ ਬ੍ਰਹਮਾ ਦੇ ਪੁਜਾਰੀ ਵਿਸ਼ਨੂੰ ਨੂੰ ਮਾੜਾ ਕਹਿੰਦੇ ਆ। ਵਿਸ਼ਨੂੰ ਦੇ ਪੁਜਾਰੀ ਸ਼ਿਵ ਜੀ ਦੀ ਨਿੰਦਾ ਕਰ ਦਿੰਦੇ ਆ, ਸ਼ਿਵ ਜੀ ਦੇ ਪੁਜਾਰੀ ਵਿਸ਼ਨੂੰ ਨੂੰ ਮਾੜਾ ਸਮਝਦੇ ਆ। ਇੱਥੋਂ ਤੱਕ ਵੀ ਵਿਸ਼ਨੂੰ ਦੇ ਅਵਤਾਰ ਸ੍ਰੀ ਰਾਮਚੰਦਰ ਜੀ ਤੇ ਵਿਸ਼ਨੂੰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਹਨ, ਦੋਵੇਂ ਇੱਕੋ ਸ਼ਕਤੀ ਦੇ ਅਵਤਾਰ ਹਨ। ਪਰ ਤੁਲਸੀਦਾਸ ਜੀ ਨੇ ਜਦੋਂ ਦੁਆਰਕਾ ਵਿੱਚ ਜਾ ਕੇ ਭਗਵਾਨ ਕ੍ਰਿਸ਼ਨ ਜੀ ਦਾ ਮੰਦਿਰ ਵੇਖਿਆ, ਮੱਥਾ ਨਹੀਂ ਟੇਕਿਆ। ਕਹਿੰਦੇ ਸੀਸ ਮੁਕਟ ਕਟ ਕਾਸ਼ਨੀ, ਕੈਸੇ ਬਣੇ ਹੋ ਨਾਥ, ਤੁਲਸੀ ਮਾਥਾ ਤੋ ਨਿਮੈ ਧਨ ਸੁਬਾਨ ਹੋਏ ਹਾਥ। ਹਾਲਾਂਕਿ ਤੁਲਸੀਦਾਸ ਨੂੰ ਅਸੀਂ ਬ੍ਰਹਮ ਗਿਆਨੀ ਮੰਨਦੇ ਹਾਂ। ਕਹਿੰਦੇ ਕ੍ਰਿਸ਼ਨ ਮੂਰਤੀ ਨੂੰ ਮੱਥਾ ਨਹੀਂ ਟੇਕਣਾ। ਕਿਉਂ ਨਹੀਂ ਟੇਕਣਾ? ਕਹਿੰਦੇ ਮੈਂ ਨਹੀਂ ਟੇਕਣਾ, ਇੱਥੇ ਧਨੁਸ਼ਬਾਣ ਹੋਣਾ ਚਾਹੀਦਾ ਸੀ, ਇੱਧਰ ਲక్ష్మణ, ਇੱਧਰ ਸੀਤਾ ਹੋਣੀ ਚਾਹੀਦੀ ਸੀ। ਇਹ ਤਾਂ ਇੱਕ ਬੰਸਰੀ ਵਾਲਾ ਖੜਾ ਹੈ, ਨਾ ਤੀਰ ਕਮਾਨ ਹੈ, ਨਾ ਇੱਥੇ ਸੀਤਾ ਹੈ, ਨਾ ਲక్ష్మణ ਹੈ। ਉਸ ਕਰਕੇ ਧੜਾ ਧਮਾਤੜਾ ਨੂੰ ਤਾਂ ਪੈਣਾ ਹੀ ਪੈਣਾ। ਅੱਜ ਜਿੰਨੇ ਹਿੰਦੁਸਤਾਨ 'ਚ ਅੱਜ ਆਪਾਂ ਸਾਰੇ ਹਿੰਦੂ ਸਨਾਤਨੀ ਫਿਰਦੇ ਹਾਂ, ਕਿ ਸਾਰੇ ਬ੍ਰਹਮ ਗਿਆਨੀ ਨੇ? ਨਹੀਂ ਸਾਧ ਸੰਗਤ ਜੀ, ਕੋਈ ਆਪਣੇ ਆਪਣੇ ਦੇਵੀ ਦੇਵਤਿਆਂ ਦੀ ਪੂਜਾ 'ਚ ਲੱਗੇ ਨੇ। ਪਰ ਜੇ ਇਹਨਾਂ ਦੇ ਵੇਦ ਪੜ੍ਹ ਲਓ, ਗੀਤਾ ਪੜ੍ਹ ਲਓ, ਕਿਸੇ ਤੱਤ ਬੇਤੇ ਬ੍ਰਹਮ ਗਿਆਨੀ ਮਹਾਂਪੁਰਸ਼ ਦਾ ਉਪਦੇਸ਼ ਸੁਣ ਲਓ, ਫਿਰ ਇਹ ਭਰਮ ਨਿਕਲ ਜਾਏਗਾ। ਫਿਰ ਤਾਂ ਸਭ ਬ੍ਰਹਮ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉੱਥੇ ਪਹੁੰਚਣਾ ਮੁਸ਼ਕਲ ਹੈ। ਪੰਡਿਤ ਕੇਸਵ ਦਾਸ ਜੀ, ਤੁਹਾਨੂੰ ਭਰਮ ਪੈ ਗਿਆ। ਹੈ ਤਾਂ ਕਲਗੀਧਰ ਪਰਮੇਸ਼ਰ ਦਾ ਹੀ ਰੂਪ ਹਨ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰ ਆਪਣੇ ਆਪ ਨੂੰ ਦਾਸ ਜਾਣ ਕੇ ਕਹਿੰਦੇ ਹਨ, ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਚ ਪਛਾਨੋ। ਹਾਂਜੀ, ਰੂਪ ਆਪਨੋ ਰੂਪ ਵਾਸਤਵ ਨਹੀਂ ਲਖਾਇਓ। ਤੁਸੀਂ ਵਾਸਤਵ ਰੂਪ ਜਿਹੜਾ ਅੰਦਰ ਆਤਮ ਰੂਪ ਹੈ ਉਹ ਨਹੀਂ ਨਾ ਵੇਖਿਆ। ਆਤਮਾ ਬ੍ਰਹਮ ਗਿਆਨੀ ਹੁੰਦੀ ਹੈ, ਸਰੀਰ ਤਾਂ ਕਿਸੇ ਦਾ ਵੀ ਬ੍ਰਹਮ ਗਿਆਨੀ ਨਹੀਂ ਹੁੰਦਾ। ਸਰੀਰ ਨੂੰ ਤੇ ਆਪਣੇ ਖਾਣ ਪੀਣ ਦਾ ਇੰਨਾ ਪਤਾ ਹੁੰਦਾ ਵੀ ਜਾਗ ਪਿਆ ਤੇ ਰੋਟੀ ਖਾਣੀ ਹੈ, ਸੁੱਤੇ ਪਏ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਮੈਂ ਸਰੀਰ ਹਾਂ ਕਿ ਨਹੀਂ ਹਾਂ। ਇਸ ਕਰਕੇ ਜਿਹੜਾ ਆਤਮ ਗਿਆਨੀ ਪੁਰਸ਼ ਹੈ ਉਹਦਾ ਭੇਦ ਤੁਸੀਂ ਨਹੀਂ ਜਾਣਿਆ। ਆਸ਼ਾ ਅਪਰ ਸੁਨ ਹੈ ਤੁਮ ਪਾਇਓ। ਮਹਾਰਾਜ ਦਾ ਇਹ ਕਹਿਣ ਦਾ ਆਸ਼ਾ ਕੁਝ ਹੋਰ ਹੈ ਕਿ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ। ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਕਹੇਗਾ ਵੀ ਹਮ ਪਰਮੇਸ਼ਰ ਆ, ਉਹ ਨਰਕਾਂ ਨੂੰ ਜਾਏਗਾ। ਆਖੋ ਸਤਿਨਾਮ। ਆਪਣੇ ਮੂੰਹ ਤੋਂ ਮਹਾਰਾਜ ਪਰਮੇਸ਼ਰ ਨਹੀਂ ਕਹਾਇਆ। ਬ੍ਰਹਮਾ ਵਿਸ਼ਨੂੰ ਰੁਦਰ ਮਹੀਆਨ। ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਵਿੱਚ ਇਨ ਪਰ ਤਰਕ ਕਰੀ ਇਸ ਥਾਨ। ਹਾਂ, ਇਹਨਾਂ ਉੱਤੇ ਤਰਕ ਕੀਤੀ ਹੈ ਮਹਾਰਾਜ ਨੇ ਇਸ ਜਗ੍ਹਾ ਤੇ। ਕਹਾਂ ਆਪ ਕੋ ਨਹਿ ਇਮ ਕਹਤੇ। ਜੇ ਮਹਾਰਾਜ ਕਹਿ ਰਹੇ ਨੇ ਵੀ ਬ੍ਰਹਮਾ ਨੇ ਵੀ ਭੇਦ ਨਹੀਂ ਪਾਇਆ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ शिवजू अवतारा, काल पाए कर विष्णु प्रकाशा, सगल काल का किया तमाशा।
ਮਹਾਰਾਜ ਕਹਿੰਦੇ ਕਾਲ ਹੀ ਪਾਏ ਭਇਓ ਭਗਵਾਨ, ਸੋ ਜਾਗਤ ਜਾਂ ਜਗ ਜਾਕੀ ਕਲਾ ਹੈ। ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ, ਕਾਲ ਹੀ ਪਾਏ ਭਇਓ ਜੁਗੀਆ ਹੈ। ਜਦੋਂ ਐਡੇ ਐਡੇ ਦੇਵਤਿਆਂ ਦੇ ਤਰਕ ਕੀਤੀ ਹੈ, ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿ ਦਿੰਦੇ ਵੀ ਅਸੀਂ ਬ੍ਰਹਮ ਹਾਂ, ਅਸੀਂ ਰੱਬ ਹਾਂ, ਤੇ ਬਹੁ ਲੋਕ ਹਿਰਦੈ ਇਮ ਲਹਿਤੇ, ਤਾਂ ਬਹੁਤੇ ਲੋਕ ਆ ਭਰਮ 'ਚ ਹੋਰ ਪੈ ਜਾਣੇ ਸੀ। ਮੂਰਖ ਲੋਕਾਂ ਨੇ ਇਹਦਾ ਅਰਥ ਹੋਰ ਕਰ ਲੈਣਾ ਸੀ। ਸਭ ਕੋ ਤਰਕਤ ਭੇ ਇਸ ਥਾਈ, ਉਹਨਾਂ ਲੋਕਾਂ ਨੇ ਪਤਾ ਕੀ ਕਹਿਣਾ ਸੀ, ਮੂਰਖਾਂ ਨੇ ਆਖਿਆ ਜੀ ਸਾਡੇ ਸ਼ਿਵ ਜੀ ਦੇ ਤਰਕ ਕਰਤੀ, ਸਾਡੇ ਕ੍ਰਿਸ਼ਨ ਭਗਵਾਨ ਤੇ ਤਰਕ ਕਰਤੀ, ਕਿਤੇ ਕ੍ਰਿਸ਼ਨ ਸੇ ਕੀਟ ਕੋਟਾ ਉਪਾਏ, ਉਸਾਰੇ ਗੜੇ ਫੇਰ ਮੇਟੇ ਬਣਾਏ, ਕਿਰਿਆ ਕਾਲ ਜੋ ਕਿ ਕਿਨੂੰ ਨਾ ਪਛਾਨੀ, ਘਨਿਓ ਪੈ ਬਿਹਾ ਹੈ ਘਨਿਓ ਪੈ ਬਿਹਾਨੀ, ਜਿਤੇ ਰਾਮ ਸੇ ਚੰਦਰ ਸੇ ਹੋਤੇ ਆਏ, ਤਿਤਿਓ ਕਾਲ ਖਾਪਾ ਨਤੇ ਕਾਲ ਘਾਏ। ਕਿੱਡੇ ਕਿੱਡੇ ਸੂਰਜ ਚੰਦਰਮਾ ਵਰਗਿਆਂ ਦਾ ਮਹਾਰਾਜ ਨੇ ਉੱਥੇ ਬਾਣੀ 'ਚ ਕਿਹਾ ਬਚਿੱਤਰ ਨਾਟਕ ਦੇ ਵਿੱਚ ਵੀ ਉਹ ਪਰਮਾਤਮਾ ਦਾ ਭੇਦ ਨਹੀਂ ਪਾ ਸਕੇ, ਉਹ ਸਾਰੇ ਉਹ ਬ੍ਰਹਮ ਵਿੱਚੋਂ ਪੈਦਾ ਹੋ ਕੇ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਆ। ਜਦੋਂ ਇਸ ਤਰ੍ਹਾਂ ਦੇ ਮਹਾਰਾਜ ਸ਼ਬਦ ਕਹਿੰਦੇ ਆ ਤੇ ਨਾਸਤਿਕ ਲੋਕਾਂ ਨੇ ਪੜ੍ਹ ਕੇ ਸ਼ੰਕਾ ਕਰਨਾ ਸੀ। ਪਰਮੇਸ਼ਰਤਾ ਆਪਨ ਜਨਾਈ, ਕਿ ਗੁਰੂ ਗੋਬਿੰਦ ਸਿੰਘ ਨੇ ਦੇਵੀ ਦੇਵਤਿਆਂ ਦਾ ਤਾਂ ਖੰਡਨ ਕੀਤਾ ਤੇ ਆਪਣੇ ਆਪ ਨੂੰ ਪਰਮੇਸ਼ਰ ਕਿਹਾ। ਜੇ ਮਹਾਰਾਜ ਦੀ ਇਹ ਬਾਣੀ ਵਿੱਚ ਇਹ ਪੰਕਤੀ ਨਾ ਹੁੰਦੀ ਤਾਂ ਨਾਸਤਿਕ ਲੋਕਾਂ ਨੂੰ ਹੋਰ ਭੁਲੇਖਾ ਪੈਣਾ ਸੀ। ਇਮ ਵਿਚਾਰ ਕਰ ਤਹਾਂ ਬਖਾਨਾ, ਇਹ ਸਾਰੀ ਗੱਲ ਨੂੰ ਵਿਚਾਰ ਕੇ ਕਿ ਜਿੰਨਿਆਂ ਦਾ ਖੰਡਨ ਕੀਤਾ ਉਹ ਦੇਹ ਕਰਕੇ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਕ੍ਰਿਸ਼ਨ ਸੇ ਕੀਟ ਕੋਟਾ ਉਪਾਏ, ਇਹ ਕ੍ਰਿਸ਼ਨ ਭਗਵਾਨ ਜੀ ਮਹਾਰਾਜ ਦੀ ਆਤਮਾ ਦਾ ਬਚਨ ਨਹੀਂ ਕਿਹਾ, ਉਹਨਾਂ ਦੀ ਜੋਤ ਨੂੰ ਨਹੀਂ ਕਿਹਾ, ਉਹਨਾਂ ਦੇ ਸਰੀਰ ਨੂੰ ਕਿਹਾ ਹੈ। ਤੇ ਮੂਰਖ ਲੋਕ ਸਮਝ ਲੈਂਦੇ ਆ ਵੀ ਕ੍ਰਿਸ਼ਨ ਭਗਵਾਨ ਨੂੰ ਕਿਹਾ। ਕ੍ਰਿਸ਼ਨ ਭਗਵਾਨ ਦਾ ਤਾਂ ਸਤਿਕਾਰ ਕੀਤਾ। ਕਦੀ ਕ੍ਰਿਸ਼ਨ ਅਵਤਾਰ ਪੜ੍ਹ ਲਓ, ਉਹਦੇ 'ਚ ਮਹਾਰਾਜ ਨੇ ਲਿਖਿਆ ਕਿ ਇਹੀ ਉਹ ਕ੍ਰਿਸ਼ਨ ਹੈ ਜਿਸ ਨੇ ਰਾਮ ਰੂਪ ਹੋ ਕੇ ਰਾਵਣ ਨੂੰ ਮਾਰਿਆ ਹੈ। ਹੁਣ ਇਹ ਦੁਨਿਆਵੀ ਲੋਕਾਂ ਨੂੰ ਤਾਂ ਸਮਝ ਨਹੀਂ ਆਣੀ, ਪਰ ਉਹ ਜਿਹੜੀ ਗੱਲ ਹੈ ਅੰਦਰ ਦੀ ਹੈ, ਆਤਮਾ ਦੀ ਹੈ, ਉਹ ਸਮਝ ਬ੍ਰਹਮ ਗਿਆਨੀ ਨੂੰ ਆਉਂਦੀ ਹੈ। ਬ੍ਰਹਮ ਗਿਆਨੀ ਸਾਰੇ ਹੁੰਦੇ ਨਹੀਂ। ਇਹ ਵਿਚਾਰ ਕਰਕੇ ਮਹਾਰਾਜ ਨੇ ਆਪਣੀ ਬਾਣੀ 'ਚ ਆਪਣੇ ਆਪ ਨੂੰ ਦਾਸ ਭਗਤ ਹੀ ਕਿਹਾ ਹੈ ਤੇ ਕਿਸੇ ਵੀ ਸਰੀਰ ਨਾਲ ਨਹੀਂ ਜੋੜਿਆ। ਜੇ ਅਵਤਾਰ ਸੋ ਦਾਸ ਸਮਾਨਾ, ਜਿਹੜੇ ਅਵਤਾਰ ਨੇ ਉਹ ਪਰਮੇਸ਼ਰ ਦੇ ਦਾਸਾਂ ਵਰਗੇ ਹੀ ਨੇ। ਜਦ ਸਾਧ ਸੰਗਤ ਦੀ 24 ਅਵਤਾਰ ਦੀ ਭੂਮਿਕਾ ਪੜ੍ਹ ਲਓ। ਆ ਜਿਹੜੇ ਬਾਣੀ ਤੇ ਕਿੰਤੂ ਪ੍ਰੰਤੂ ਕਰਦੇ ਨਾ, ਵੀ ਦਸਮ ਦੀ ਬਾਣੀ ਜੀ ਅਵਤਾਰਾਂ ਦੀ ਕਥਾ ਲਿਖੀ, ਅਵਤਾਰਵਾਦ ਆਇਆ, ਉਹਨਾਂ ਸੱਜਣਾ ਨੇ ਨਾ ਕਦੀ ਬਹਿ ਕੇ ਉਹਨਾਂ ਨੂੰ ਅਵਤਾਰਵਾਦ ਦੇ ਵੀ ਲੱਛਣ ਨਹੀਂ ਪਤਾ। ਬਹਿ ਕੇ ਗੱਲ ਤਾਂ ਕਰ ਲੈਣ, ਭੱਜ ਜਾਂਦੇ ਆ, ਦੌੜ ਜਾਂਦੇ ਆ। ਤੋ ਸਾਧ ਸੰਗਤ ਜੀ ਅਸਲ ਵਿੱਚ ਮਹਾਰਾਜ ਨੇ 24 ਅਵਤਾਰਾਂ ਦੀ ਭੂਮਿਕਾ ਵਿੱਚ ਹੀ ਕਹਿ ਦਿੱਤਾ ਹੈ, ਜੇ ਜਗ ਮੈਂ ਅਵਤਾਰ ਕਹਾਏ, ਜੇ 24 ਅਵਤਾਰ ਕਹਾਏ, ਤਿਨ ਵੀ ਤੁਮ ਪ੍ਰਭ ਤਨਕ ਨਾ ਪਾਏ। ਜਿਹੜੇ 24 ਅਵਤਾਰ ਹੋਏ ਨੇ, हे ਪਰਮੇਸ਼ਰ ਤੇਰਾ ਤਨਕ ਮਾਤਰ ਵੀ ਭੇਦ ਨਹੀਂ ਪਾ ਸਕੇ। ਨਿਜ ਸਰੂਪ ਪਰਮੇਸ਼ਰ ਕੇਰਾ, ਆਪਣਾ ਸਰੂਪ ਪਰਮੇਸ਼ਰ ਦਾ ਹੀ ਹੈ, ਬ੍ਰਹਮ ਦਾ ਹੀ ਹੈ, ਕਿਉਂਕਿ ਦੂਆ ਤਾਂ ਕੋਈ ਹੈ ਹੀ ਨਹੀਂ। ਆਤਮਾ ਪਰਮਾਤਮਾ ਰੂਪ ਹੈ। ਧਿਆਵਤ ਰਹੇ ਸੋ ਸੰਝ ਸਵੇਰਾ, ਉਹਦਾ ਦਿਨ ਰਾਤ ਮਹਾਰਾਜ ਚਿੰਤਨ ਕਰਦੇ ਰਹੇ, ਸਾਂਝ ਸਵੇਰ ਉਹਦਾ ਹੀ ਜਾਪ ਕਰਦੇ ਰਹੇ ਹਨ। ਇਹ ਪੀਤੇ ਸਥਾਨ ਬਚ ਕਹਿਓ। ਤੁਸੀਂ ਕਦੀ ਬਚਿੱਤਰ ਨਾਟਕ ਪੂਰਾ ਪੜ੍ਹ ਲਓ ਪੰਡਤ ਜੀ, ਤੁਸੀਂ ਆਹ ਪੰਕਤੀਆਂ ਵੀ ਦੇਖਣੀਆਂ ਸੀ। ਜਿਸ ਤੇ ਆਸ਼ਾ ਬੁੱਧ ਜਨ ਲਹਿਓ, ਜਿਸ ਤੋਂ ਗੁਰੂ ਸਾਹਿਬ ਦੇ ਆਸ਼ੇ ਦੀ ਸਮਝ ਆਉਂਦੀ ਸਿਆਣੇ ਬੁੱਧੀਮਾਨ ਪੁਰਸ਼ਾਂ ਨੂੰ। ਇਹ ਵਿਦ ਕਰਤ ਤਪੱਸਿਆ ਭਇਓ। ਦੇਖੋ ਮਹਾਰਾਜ ਨੇ ਆਪਣੀ ਬਾਣੀ 'ਚ ਇਹ ਵੀ ਤਾਂ ਲਿਖਿਆ ਕਿ ਅਸੀਂ ਹੇਮਕੁੰਟ ਸਾਹਿਬ ਤੇ ਇਸ ਤਰ੍ਹਾਂ ਤਪੱਸਿਆ ਕੀਤੀ ਸੀ ਤੇ ਏਕ ਰੂਪ ਹੋਇਆ ਗਇਓ, ਕਿ ਮੇਰਾ ਤੇਰਾ ਫਰਕ ਹੀ ਮਿਟ ਗਿਆ ਸੀ। ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਇੱਕ ਰੂਪ ਹੋ ਗਏ ਤੇ ਦੁਐਤ ਮਿਟ ਗਈ, ਦੁਐਤੇ ਏਕ ਰੂਪ ਹੋਏ ਗਇਓ, ਬੂੰਦ ਸਾਗਰ ਹੀ ਬਣ ਗਈ। ਇਸ ਤਰ੍ਹਾਂ ਭੇਦ ਗਿਆਨ ਹੋ ਗਿਆ ਸੀ। ਹਰ ਲੋਚਨ ਮੁੰਦਨ ਕੀ ਰੀਤਾ। ਤੋ ਇਹਦਾ ਪੰਡਤ ਜੀ ਤੁਹਾਡੇ ਪਹਿਲੇ ਕੁਐਸਚਨ ਦਾ ਜਵਾਬ ਆਇਆ। ਤੁਸੀਂ ਕਿਹਾ ਸੀ ਵੀ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਨੂੰ ਪਰਮੇਸ਼ਰ ਕਿਉਂ ਕਿਹਾ? ਕਿਵੇਂ ਤੁਸੀਂ ਪਰਮੇਸ਼ਰ ਉਹਨਾਂ ਨੂੰ ਕਿਵੇਂ ਕਹਿੰਦੇ ਹੋ? ਤਾਂ ਮੰਨਦੇ ਨਹੀਂ ਆਪਣੇ ਆਪ ਨੂੰ ਪਰਮੇਸ਼ਰ। ਤਾਂ ਆਨੰਦ ਚੰਦ ਜੀ ਕਹਿੰਦੇ ਉਹਨਾਂ ਨੇ ਭਗਤ ਅਵਤਾਰ ਧਾਰਿਆ, ਭਗਤੀ ਰੂਪ, ਇਸ ਕਰਕੇ ਆਪਣੇ ਮੂੰਹ ਤੋਂ ਕਹਿ ਨਹੀਂ ਸਕਦੇ। ਨਾਲੇ ਜੇ ਉਹ ਆਪਣੇ ਆਪ ਨੂੰ ਪਰਮੇਸ਼ਰ ਕਹਿੰਦੇ ਤੇ ਜਿੰਨੇ ਵੀ ਪਰਮੇਸ਼ਰ ਕਹਾਉਣ ਵਾਲੇ ਨੇ ਪਹਿਲਾਂ ਉਹਨਾਂ ਦਾ ਖੰਡਨ ਕਰ ਆਏ ਨੇ, ਦੇਵੀ ਦੇਵਤਿਆਂ ਦਾ, ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਵੀ ਉੱਥੇ ਮਹਾਰਾਜ ਨੇ ਖੰਡਨ ਕੀਤਾ। ਦੇਹ ਕਰਕੇ ਕੀਤਾ, ਆਤਮਾ ਕਰਕੇ ਨਹੀਂ ਕੀਤਾ।
ਆਤਮਾ ਕਰਕੇ ਉਹਨਾਂ ਦਾ ਸਤਿਕਾਰ ਕੀਤਾ, ਦੇਹ ਕਰਕੇ ਖੰਡਨ ਕੀਤਾ। ਅਸੀਂ ਸਾਧ ਸੰਗਤ ਜੀ ਸਾਰਾ ਘਿਓ ਖਿਚੜੀ ਇੱਕੋ ਹੀ ਕਰੀ ਜਾਂਦੇ ਆ। ਜੇ ਖੰਡਨ ਆਉਂਦਾ ਬਾਣੀ ਤੇ ਫਟਾਫਟ ਦੇਵੀ ਦੇਵਤਿਆਂ ਦਾ ਖੰਡਨ ਕਰਨ ਲੱਗ ਜਾਂਦੇ ਆ, ਤੇ ਮੰਡਨ ਆਉਂਦਾ ਤੇ ਇਹ ਜੀ ਕਿਉਂ ਲਿਖਤਾ ਜੀ, ਸ਼ਿਵ ਜੀ ਦੀ ਉਪਮਾ ਲਿਖਤੀ, ਕ੍ਰਿਸ਼ਨ ਦੀ ਉਪਮਾ ਲਿਖਤੀ, ਕਿਉਂ ਲਿਖਤੀ? ਉਹ ਉਹਨਾਂ ਦੇ ਆਤਮ ਸਰੂਪ ਦੀ ਤਾਂ ਉਪਮਾ ਲਿਖੀ ਹੈ, ਤੇ ਉਹਨਾਂ ਦਾ ਫਿਜ਼ੀਕਲ ਜਿਹੜਾ ਬਾਡੀ ਜੇ ਪੈਦਾ ਹੋਇਆ ਮਾਂ ਦੇ ਪੇਟ ਤੋਂ ਤਾਂ ਮਰੇਗਾ ਹੀ ਨਾ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਉਹ ਕੋਈ ਵੀ ਨਹੀਂ ਰਹਿਣਾ। ਫਿਰ ਮਹਾਰਾਜ ਕਹਿੰਦੇ ਮੇਰਾ ਸਰੀਰ ਵੀ ਨਹੀਂ ਰਹਿਣਾ, ਮੈਂ ਇਹਨੂੰ ਪਰਮੇਸ਼ਰ ਕਿਵੇਂ ਕਵਾਂ? ਜਿਹੜਾ ਰਹਿਣਾ ਨਹੀਂ ਉਹ ਪਰਮੇਸ਼ਰ ਨਹੀਂ ਹੋ ਸਕਦਾ, ਜਿਹੜਾ ਰਹਿਣਾ ਹੈ ਉਹੀ ਪਰਮੇਸ਼ਰ ਹੈ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਤਾਂ ਸਵਾਲ ਦਾ ਜਵਾਬ ਪਹਿਲੇ ਦਾ ਦਿੱਤਾ। ਹੁਣ ਤੁਸੀਂ ਦੂਜਾ ਤਰਕ ਕੀਤਾ ਸੀ ਵੀ ਚੰਡੀ ਜੇ ਪ੍ਰਗਟ ਹੋਈ ਹੈ ਤੇ ਗੁਰੂ ਮਹਾਰਾਜ ਨੇ ਅੱਖਾਂ ਕਿਉਂ ਬੰਦ ਕਰ ਲਈਆਂ? ਜੇ ਗੁਰੂ ਪਰਮੇਸ਼ਰ ਦਾ ਅਵਤਾਰ ਨੇ ਤਾਂ ਅੱਖਾਂ ਕਿਉਂ ਬੰਦ ਕੀਤੀਆਂ ਨੇ? ਸੋ ਸੁਣ ਧਰਿਐ ਚੀਤ ਪ੍ਰਤੀਤਾ। ਲਓ ਤੁਹਾਨੂੰ ਉਹਦਾ ਵੀ ਹੁਣ ਕਾਰਨ ਦੱਸਦੇ ਆ ਵੀ ਚੰਡੀ ਦੇ ਦਰਸ਼ਨ ਕਰਕੇ ਜਿਹੜਾ ਪਹਿਲਾ ਮਹਾਰਾਜ ਨੇ ਸਰੂਪ ਵੇਖਿਆ, ਬੜਾ ਭਿਆਨਕ ਸਰੂਪ ਵੇਖਿਆ ਚੰਡੀ ਦਾ, ਉਹਨੂੰ ਵੇਖ ਕੇ ਨੇਤਰ ਬੰਦ ਕੀਤੇ। ਉਹਦਾ ਕਾਰਨ ਕੀ ਸੀ? ਪ੍ਰਗਟੀ ਜਬ ਜਗ ਮਾਤ ਅਗਾਰੀ। ਇਹ ਪੰਡਤ ਜੀ ਜਦੋਂ ਜਗਤ ਮਾਤ ਚੰਡਕਾ ਸਾਹਮਣੇ ਪ੍ਰਗਟ ਹੋਈ ਹੈ, ਦਰਸ਼ਨ ਦੇਖ ਹਰਖ ਭਾ ਭਾਰੀ। ਉਹ ਯੁੱਧ ਦੇ ਰੂਪ ਚ ਹੋਈ ਹੈ। ਉਹ ਤਲਵਾਰਾਂ ਖੰਡੇ ਖੜਕਾਉਂਦੀ ਹੋਈ, ਖੂਨ ਪੀਂਦੀ ਹੋਈ, ਤੇ ਨਦੀਆਂ ਲਹੂ ਦੀ ਵਹਾਉਂਦੀ ਹੋਈ ਦਰਸ਼ਨ ਦਿੱਤੇ ਆ ਉਹਨੇ। ਉਹ ਬੜਾ ਭਿਆਨਕ ਸਰੂਪ ਸੀ ਜਗਤ ਮਾਤ ਚੰਡਕਾ ਦਾ। ਉਹਨੂੰ ਵੇਖ ਕੇ ਕਲਗੀਧਰ ਜੀ ਖੁਸ਼ ਹੋਏ ਆ, ਪ੍ਰਸੰਨ ਹੋਏ ਆ। ਰਣ ਦੇਖ ਸੂਰੇ ਚਿੱਤ ਉਲਾਸ, ਸੂਰਮੇ ਦਾ ਚਿੱਤ ਖਿੜਦਾ ਹੈ ਉਸ ਨੂੰ ਵੇਖ ਕੇ। ਹਿਰਦੈ ਵਿਚਾਰਿਓ ਕਿਸ ਅਸਥਾਏ। ਫਿਰ ਮਹਾਰਾਜ ਨੇ ਆਪਣੇ ਮਨ 'ਚ ਵਿਚਾਰ ਕੀਤੀ ਵੀ ਇਹ ਸ਼ਕਤੀ ਨੂੰ ਹੁਣ ਕਿਹੜੀ ਥਾਂ ਤੇ ਟਿਕਾਈਏ ਆਪਣੇ ਸਰੀਰ ਵਿੱਚ। ਉਚਿਤ ਅੰਗ ਜਹ ਰੂਪ ਬਸਾਏ। ਕਿਉਂਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਡਾ ਸਰੀਰ ਮੌਜੂਦ ਹੈ, ਪਰ ਸਭ ਤੋਂ ਕੇਂਦਰੀ ਸਥਾਨ ਕਿਹੜਾ ਹੈ ਜਿੱਥੇ ਸ਼ਕਤੀ ਨੂੰ ਵਸਾ ਲਈਏ, ਜਜ਼ਬ ਕਰ ਲਈਏ ਆਪਣੇ ਅੰਦਰ? ਸਭ ਤਨ ਮਹਿ ਪਾਵਨ ਹੈ ਨੈਣਾ। ਸਾਰੇ ਸਰੀਰ ਦਾ ਕੇਂਦਰ ਬਿੰਦੂ, ਕੇਂਦਰ ਸੈਂਟਰ ਸਥਾਨ, ਪਵਿੱਤਰ ਸਥਾਨ ਅੱਖਾਂ। ਦੇਹ ਕੋ ਪ੍ਰਧਾਨ ਦ੍ਰਿਗ, ਸਾਰਗ ਤਾਵਲੀ 'ਚ ਵੀ ਆਉਂਦਾ ਵੀ ਦੇਹ ਦਾ ਪ੍ਰਧਾਨ ਨੇਤਰ ਹੀ ਨੇ। ਅੱਖਾਂ ਨਾ ਹੋਣ, ਜਿੱਡਾ ਮਰਜੀ ਸੋਹਣਾ ਨੌਜਵਾਨ ਹੋਵੇ, ਜਿੱਡੀ ਮਰਜੀ ਸੁੰਦਰ ਮਟਿਆਰ ਹੋਵੇ, ਉਹਦੀ ਸੁੰਦਰਤਾ ਮਿੱਟੀ 'ਚ ਮਿਲ ਜਾਂਦੀ ਅੱਖਾਂ ਤੋਂ ਬਿਨਾਂ, ਜੋਤ ਤੋਂ ਬਿਨਾਂ। ਤੋ ਸਾਰਿਆਂ ਤੋਂ ਸੋਹਣਾ ਤਾਂ ਇਹ ਨੇਤਰ ਹੀ ਹੈ। ਕਹਾਂ ਬਾਸ ਦੀਨਸ ਗੁਰ ਐਨਾ। ਮਹਾਰਾਜ ਨੇ ਉਸ ਜਗਤ ਮਾਤ ਚੰਡਕਾ ਨੂੰ ਆਪਣੀਆਂ ਅੱਖਾਂ 'ਚ ਵਾਸਾ ਦੇ ਲਿਆ ਹੈ। ਪੰਥ ਅਗਾਰੀ ਟਿਕੈ ਨ ਕੋ। ਕਿਉਂਕਿ 10ਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਸਾਜਣਾ ਹੈ, ਅੰਮ੍ਰਿਤ ਛਕਾਣਾ, ਤੇ ਉਹ ਸ਼ਕਤੀ ਨੇਤਰਾਂ 'ਚ ਪਾਣੀ ਹੈ। ਸਾਧ ਸੰਗਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ, ਪਹਿਲਾਂ 5 ਪਿਆਰੇ ਚੋਲੇ ਛਕਾਉਂਦੇ ਨੇ, ਫਿਰ ਨੇਤਰਾਂ 'ਚ 5 ਪਾਉਂਦੇ ਨੇ। ਉਹ 5 ਨੇਤਰਾਂ 'ਚ ਕਿਉਂ ਪਾਉਂਦੇ ਨੇ? ਵੀ ਜਦੋਂ ਮਹਾਰਾਜ 10ਵੇਂ ਪਾਤਸ਼ਾਹ 5 ਪਿਆਰਿਆਂ ਦੇ ਨੇਤਰਾਂ 'ਚ ਅੰਮ੍ਰਿਤ ਪਾਇਆ ਨਾ, ਇਹਦਾ ਛੱਟਾ ਮਾਰਿਆ, ਉਹ ਜਿਹੜੀ ਅੱਖਾਂ ਦੀ ਸ਼ਕਤੀ ਸੀ ਉਹ ਸ਼ਕਤੀਪਾਤ ਕਰ ਦਿੱਤਾ। ਤੇ ਸ਼ਕਤੀ ਪਾ ਕੇ ਪਹਿਲਾਂ ਅੰਮ੍ਰਿਤ ਵਿੱਚ ਪਾਈ। ਜਦੋਂ 5 ਪਿਆਰੇ ਬਾਟਾ ਤਿਆਰ ਕਰਦੇ ਨਾ, ਇੱਧਰ ਉੱਧਰ ਨਹੀਂ ਦੇਖਦੇ, ਉਹ ਬਾਟੇ 'ਚ ਦੇਖੀ ਜਾਂਦੇ ਆ, ਬਾਣੀ ਪੜ੍ਹੀ ਜਾਂਦੇ ਆ। ਤੇ ਸਰਬਲੋਹ ਦੀ ਰਗੜ ਦੇ ਨਾਲ ਇੱਕ ਬਿਜਲੀ ਪੈਦਾ ਹੁੰਦੀ ਹੈ, ਬਾਣੀ ਨਾਲ ਇੱਕ ਸ਼ਕਤੀ ਪੈਦਾ ਹੁੰਦੀ ਹੈ। ਉਹ ਜਦੋਂ ਅੰਮ੍ਰਿਤ ਤੇ ਪੈ ਕੇ ਫਿਰ ਨੇਤਰਾਂ 'ਚ ਆਉਂਦੀ ਹੈ। ਤੇ ਫਿਰ 5 ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਆ, ਕਿਸੇ ਵੱਲ ਦੇਖਦੇ ਉਹਦੇ ਅੱਖਾਂ 'ਚ ਅੱਖਾਂ ਪਾ ਕੇ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦ ਅੱਖਾਂ 'ਚ ਅੰਮ੍ਰਿਤ ਪੈ ਜਾਂਦਾ, ਉਹਦੀਆਂ ਅੱਖਾਂ 'ਚ ਤੇਜ ਆ ਜਾਂਦਾ। ਮਹਾਰਾਜ ਕਹਿੰਦੇ ਪੰਥ ਅਗਾਰੀ ਟਿਕੈ ਨਾ ਕੋ। ਹੁਣ ਖਾਲਸੇ ਪੰਥ ਦੇ ਸਾਹਮਣੇ ਕੋਈ ਅੱਖ ਨਹੀਂ ਚੱਕ ਸਕੇਗਾ। ਜੋਤ ਤੇਜ ਲੋਚਨ ਧਰ ਸੋ। ਉਹ ਜਿਹੜੀ ਜੋਤ ਹੈ ਜਗਤ ਮਾਤ ਚੰਡਕਾ ਦੀ, ਕਲਗੀਧਰ ਨੇ ਆਪਣੇ ਨੇਤਰਾਂ 'ਚ ਰੱਖ ਲਈ ਹੈ। ਰਹਿਤਵਾਨ ਸਿੱਖ ਸਿੰਘ ਜੋ ਮੇਰੇ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਜਿਹੜੇ ਮੇਰੇ ਰਹਿਤਵਾਨ ਸਿੰਘ ਹੋਣਗੇ, ਤਿਆਰ ਬਰ ਤਿਆਰ, 5 ਕਕਾਰਾਂ ਦੇ ਧਾਰਨੀ ਹੋਣਗੇ, ਰਹਿਤ ਬਹਿਤ ਪੂਰੇ ਹੋਣਗੇ, ਕੁਰੈਤਾਂ ਤੋਂ ਬਚੇ ਹੋਣਗੇ। ਦੁਸ਼ਟੈ ਨਸ਼ਟੈ ਦ੍ਰਿਸ਼ਟ ਸੁਹੇਰੇ। ਉਹ ਦੁਸ਼ਟਾਂ ਨੂੰ ਵੇਖ ਕੇ ਹੀ ਮਾਰ ਦੇਣਗੇ। ਐਸੇ ਐਸੇ ਸੂਰਮੇ ਸਿੰਘ ਸਾਧ ਸੰਗਤ ਜੀ ਇਤਿਹਾਸ ਵਿੱਚ ਹੋਏ ਨੇ, ਜਿਨ੍ਹਾਂ ਦੇ ਸਾਹਮਣੇ ਵੱਡੇ ਵੱਡੇ ਖਾਨ ਬਹਾਦਰ ਨਵਾਬ ਅੱਖਾਂ ਨਹੀਂ ਖੜੀਆਂ ਕਰ ਸਕੇ ਸਨ। ਉਹ ਦ੍ਰਿਸ਼ਟੀ ਨਾਲ ਹੀ ਅਗਲੇ ਦਾ ਸਾਹ ਸੱਤ ਸੁਕਾ ਦਿੰਦੇ ਸਨ। ਇੰਨਾ ਬਲੀ ਬਲੀ ਯੋਧੇ ਹੋਏ ਨੇ ਪੰਥ ਖਾਲਸੇ ਵਿੱਚ। ਬਹੁਤ ਤੁਰਕਨ ਸੰਗ ਏਕ ਲੜਾਉ। ਮਹਾਰਾਜ ਕਹਿੰਦੇ ਮੈਂ ਬਹੁਤਿਆਂ ਨਾਲ ਕੱਲਾ 1.25 ਲੱਖ ਸੇ ਏਕ ਲੜਾਉ, ਤਬੈ ਗੋਬਿੰਦ ਸਿੰਘ ਨਾਮ ਕਾਉ। ਲੱਖਾਂ ਦੇ ਨਾਲ ਕੱਲਾ ਸਿੰਘ ਲੜਾ ਦਿਆਂਗਾ। ਅਸ ਪ੍ਰਤਾਪ ਜੁਤ ਪੰਥ ਚਲਾਉ। ਇਹੋ ਜਿਹਾ ਪ੍ਰਤਾਪ ਵਾਲਾ ਪੰਥ ਹੋਵੇਗਾ, ਉਹਦੇ ਨੇਤਰਾਂ 'ਚ ਸ਼ਕਤੀ ਹੋਵੇਗੀ। ਉਹ ਸ਼ਕਤੀ ਮਹਾਰਾਜ ਨੇ ਜਿਹੜੀ ਆਪਣੇ ਨੇਤਰਾਂ ਜਜ਼ਬ ਕੀਤੀ ਹੈ,
ਅੰਮ੍ਰਿਤ ਛਕਾਣਗੇ ਤਾਂ ਸਿੰਘਾਂ ਦੀਆਂ ਅੱਖਾਂ 'ਚ ਪਾ ਦੇਣਗੇ। ਇਹ ਕਾਰਨ ਦ੍ਰਿਗ ਘਰੇ ਮਿਲਾਵਨ। ਇਸ ਕਰਕੇ ਗੁਰੂ ਜੀ ਨੇ ਚੰਡੀ ਨੂੰ ਵੇਖ ਕੇ ਅੱਖਾਂ ਬੰਦ ਕੀਤੀਆਂ ਸੀ, ਡਰ ਕੇ ਨਹੀਂ ਕੀਤੀਆਂ, ਬਲਕਿ ਉਹ ਸਾਰੀ ਸ਼ਕਤੀ ਨੂੰ ਆਪਣੀਆਂ ਅੱਖਾਂ ਵਿੱਚ ਜਜ਼ਬ ਕਰ ਲਿਆ, ਸਮੇਟ ਲਿਆ ਹੈ। ਦੇਖ ਦੇਵੀ ਕੋ ਬਾਸ ਬਸਾਵਨ। ਉਹ ਦੇਵੀ ਦਾ, ਚੰਡੀ ਦਾ ਵਾਸਾ ਆਪਣੇ ਨੇਤਰਾਂ 'ਚ ਕੀਤਾ ਸ਼ਕਤੀ ਦਾ। ਇਸ ਬਿਦ ਆਨੰਦ ਚੰਦ ਬਹੁ ਭਾਂਤੀ। ਇਸ ਤਰ੍ਹਾਂ ਦੀਵਾਨ ਆਨੰਦ ਚੰਦ ਜੀ ਨੇ 10ਵੇਂ ਪਾਤਸ਼ਾਹ ਮਹਾਰਾਜ ਵੱਲੋਂ ਪੰਡਿਤ ਕੇਸੋ ਦਾਸ ਦੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ। ਕਰੀ ਅਸ਼ਰਦਾ ਦਿਜ ਔਰ ਹਾਤੀ। ਜਿਹੜੀ ਪੰਡਿਤ ਦੇ ਮਨ 'ਚ ਅਸ਼ਰਧਾ ਪੈਦਾ ਹੋ ਗਈ ਸੀ, ਸ਼ੰਕਾ ਪੈਦਾ ਹੋ ਗਿਆ ਸੀ, ਖਤਮ ਕਰ ਦਿੱਤਾ। ਲੀਨ ਮਨਾਏ ਸੰਗ ਲੈ ਗਮਨਾ। ਤੇ ਪਿਆਰ ਦੇ ਬੋਲ ਬੋਲ ਕੇ ਪੰਡਿਤ ਜੀ ਨੂੰ ਮਨਾ ਲਿਆ ਤੇ ਨਾਲ ਲੈ ਕੇ ਆਇਆ। ਜਹਾਂ ਬਿਰਾਜਤ ਸ੍ਰੀ ਗੁਰ ਭਵਨਾ। ਜਿੱਥੇ ਗੁਣਾਂ ਦੇ ਸਾਗਰ ਕਲਗੀਧਰ ਜੀ ਬਿਰਾਜੇ ਸਨ, ਉੱਥੇ ਆ ਗਿਆ ਦੀਵਾਨ ਆਨੰਦ ਚੰਦ ਪੰਡਿਤ ਕੇਸੋ ਦਾਸ ਨੂੰ ਲੈ ਕੇ। ਕਲਗੀਧਰ ਬੜੇ ਆਦਰ ਦੀਨਾ। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਪੰਡਿਤ ਕੇਸੋ ਦਾਸ ਜੀ ਨੂੰ ਬੜਾ ਆਦਰ ਸਤਿਮਾਨ ਦਿੱਤਾ ਹੈ ਬਿਠਾਏ ਤੋਖ ਬਹੁ ਕੀਨਾ। ਤੇ ਬਹੁਤ ਕੋਲ ਬਿਠਾ ਕੇ ਪ੍ਰਸੰਨ ਕੀਤਾ, ਖੁਸ਼ ਕੀਤਾ ਹੈ। ਆਨੰਦ ਚੰਦ ਸਭ ਭਨਿਓ ਪ੍ਰਸੰਗਾ। ਔਰ ਦੀਵਾਨ ਆਨੰਦ ਚੰਦ ਜੀ ਨੇ ਸਾਰੀ ਗੱਲ ਸਾਧ ਸੰਗਤ ਜੀ ਉਹ ਮਹਾਰਾਜ ਨੂੰ ਦੱਸੀ ਹੈ। ਤੇ ਮਹਾਰਾਜ ਨੇ ਆਪਣੇ ਸਵਈਆਂ ਵਿੱਚ ਬਾਣੀ ਛੰਦ ਸਵਈਆਂ ਸੰਗਾ ਬੜੇ ਸੋਹਣੇ ਸਵਈਏ ਉਚਾਰਨ ਕੀਤੇ, ਜਿਹਨੂੰ ਖਾਲਸੇ ਦੀ ਮਹਿਮਾ ਕਿਹਾ ਗਿਆ ਹੈ। ਇਹ ਪੁਰਾਤਨ ਸਿੰਘ ਸਾਧ ਸੰਗਤ ਜੀ ਖਾਲਸੇ ਦੀ ਮਹਿਮਾ ਪੜਿਆ ਕਰਦੇ ਸਨ, ਹਜੂਰ ਸਾਹਿਬ ਤੇ ਅੰਮ੍ਰਿਤ ਵਿੱਚ ਵੀ ਪੜ੍ਹਦੇ। ਸੋ ਇਹ ਸਵਈਏ 3 ਜਿਹੜੇ ਮਹਾਰਾਜ ਨੇ ਲਿਖੇ ਹਨ, ਬ੍ਰਾਹਮਣ ਦੇ ਪ੍ਰਥਾਏ ਪੰਡਿਤ ਕੇਸੋ ਦਾਸ ਨੂੰ ਉਪਦੇਸ਼ ਦਿੱਤਾ ਹੈ। ਸ੍ਰੀ ਮੁਖਵਾਕ ਸਵਈਆ ਜੋ ਕਿਛ ਲੇਖ ਲਿਖਿਓ ਬਿਦਨਾ। ਮਹਾਰਾਜ 10ਵੇਂ ਪਾਤਸ਼ਾਹ ਕੋਲ ਬਿਠਾ ਕੇ ਪੰਡਿਤ ਜੀ ਨੂੰ ਕਹਿ ਰਹੇ ਨੇ, ਹੇ ਪੰਡਿਤ ਜੀ, ਜੋ ਕੁਛ ਲੇਖ ਲਿਖਿਓ ਬਿਦਨਾ, ਉਸ ਵਿਧਾਤਾ ਨੇ ਜੋ ਵੀ ਸਾਡੇ ਮੱਥੇ ਤੇ ਲਿਖਿਆ ਹੁੰਦਾ ਹੈ ਸੋਈ ਪਾਈਅਤ ਮਿਸਰ ਜੂ ਸ਼ੋਕ ਨਿਵਾਰੋ। ਪੰਡਿਤ ਜੀ ਉਹੀ ਮਿਲਦਾ ਹੈ। ਇਸ ਕਰਕੇ ਬਿਨਾਂ ਕਿਸਮਤ ਦੇ ਕੁਛ ਨਹੀਂ ਮਿਲਦਾ, ਬਿਨਾਂ ਭਾਗਾਂ ਤੋਂ ਜ਼ਿਆਦਾ ਕੁਛ ਨਹੀਂ ਮਿਲਦਾ। ਇਸ ਕਰਕੇ ਸੋਈ ਪਾਈਅਤ ਉਹੀ ਪਾਈਦਾ ਜੋ ਲਿਖਿਆ ਹੋਵੇ ਕਰਮਾਂ 'ਚ। ਸ਼ੋਕ ਨਿਵਾਰੋ, ਮਨ ਵਿੱਚ ਸ਼ੋਕ ਨਾ ਕਰੋ ਵੀ ਮੈਨੂੰ ਪਹਿਲਾਂ ਨਹੀਂ ਬੁਲਾਇਆ, ਲਿਖਿਆ ਹੀ ਏਦਾਂ ਸੀ ਪ੍ਰਮਾਤਮਾ ਨੇ। ਮੇਰੋ ਕਛੂ ਅਪਰਾਧ ਨਹੀਂ। ਮਹਾਰਾਜ ਕਹਿੰਦੇ ਮੇਰਾ ਕੋਈ ਅਪਰਾਧ ਨਹੀਂ, ਮੇਰੀ ਕੋਈ ਗਲਤੀ ਨਹੀਂ, ਮੇਰੇ ਤੋਂ ਕੋਈ ਭੁੱਲ ਹੋ ਗਈ ਹੈ, ਤੁਹਾਨੂੰ ਮੈਂ ਚੇਤੇ ਨਹੀਂ ਕੀਤਾ। ਗਇਓ ਯਾਦ ਤੇ ਭੁੱਲ ਨਾ ਕੋਪ ਚਿਤਾਰੋ। ਮੈਂ ਜਾਣ ਕੇ ਅਪਰਾਧ ਨਹੀਂ ਕੀਤਾ ਤੁਹਾਨੂੰ ਭੁੱਲਣ ਦਾ, ਤੁਸੀਂ ਮੇਰੇ ਚੇਤੇ ਤੋਂ ਸੁਭਾਵਕ ਹੀ ਭੁੱਲ ਗਏ। ਇੱਕ ਤਰ੍ਹਾਂ ਦਾ ਵਿਅੰਗ ਕਰ ਰਹੇ ਨੇ ਮਹਾਰਾਜ, ਕਿਉਂਕਿ ਸਾਧ ਸੰਗਤ ਜੀ ਮਹਾਰਾਜ ਨੇ ਖਾਲਸੇ ਨੂੰ ਪ੍ਰਧਾਨਤਾ ਦੇਣੀ ਸੀ। ਪੰਡਤਾਂ ਦੀ ਪ੍ਰਧਾਨਤਾ ਯੁੱਗਾਂ ਤੋਂ ਚੱਲੀ ਆਉਂਦੀ ਸੀ, ਪਰ ਸਮਾਜ ਨੂੰ ਇਹ ਪੂਰਾ ਮਾਰਗਦਰਸ਼ਨ ਕਰ ਨਹੀਂ ਸਨ ਸਕੇ। 5 ਪਿਆਰਿਆਂ ਨੂੰ ਮੁਖੀ ਬਣਾਉਣਾ ਸੀ ਨਾ, ਇਸ ਕਰਕੇ ਮਹਾਰਾਜ ਵਿਅੰਗ ਕਰ ਰਹੇ, ਕਹਿੰਦੇ ਤੁਸੀਂ ਭੁੱਲ ਗਏ ਹੋ। ਭੁੱਲਦਾ ਹਮੇਸ਼ਾ ਉਹ ਹੁੰਦਾ ਜਿਹੜਾ ਸੈਕਿੰਡ ਨੰਬਰ ਤੇ ਹੁੰਦਾ। ਫਸਟ ਨੂੰ ਆਪਾਂ ਕਦੀ ਵਿਆਹ ਸ਼ਾਦੀ ਕਰੀਏ, ਕਦੀ ਕੋਈ ਘਰ 'ਚ ਫੰਕਸ਼ਨ ਹੋਵੇ, ਅਖੰਡ ਪਾਠ ਕਰਾਈਏ, ਤਾਂ ਆਪਾਂ ਜਿਹੜਾ ਖਾਸ ਹੁੰਦਾ ਉਹਨੂੰ ਪਹਿਲਾਂ ਕਾਰਡ ਦੇ ਦਿੰਦੇ ਹਾਂ। ਤੇ ਜਿਹੜਾ ਕੋਈ ਥੋੜਾ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਹੁੰਦਾ ਉਹਨੂੰ ਕਈ ਵਾਰੀ ਭੁੱਲ ਵੀ ਜਾਂਦੇ ਆ ਤੇ ਬਾਅਦ 'ਚ ਸੌਰੀ ਵੀ ਕਰਨਾ ਪੈਂਦਾ। ਮਹਾਰਾਜ ਕਹਿੰਦੇ ਮੇਰਾ ਕੋਈ ਅਪਰਾਧ ਨਹੀਂ, ਤੁਸੀਂ ਮੇਰੇ ਚੇਤੋਂ ਹੀ ਭੁੱਲ ਗਏ ਹੋ, ਗੁੱਸਾ ਨਾ ਕਰੋ। ਬਾਗੋ ਨਿਹਾਲੀ ਪਠੈ ਦੇ ਆਵਾਜ਼। ਅੱਜ ਹੀ ਤੁਹਾਨੂੰ ਵਧੀਆ ਕੱਪੜੇ ਤੇ ਸਿਰ ਤੋਂ ਪੈਰਾਂ ਤੱਕ ਪਹਿਨਣ ਵਾਲੇ ਪੰਡਤ ਜੀ, ਧੋਤੀ ਕਮੀਜ਼, ਤੁਹਾਡੀ ਦਸਤਾਰ ਜੋ ਵੀ ਤੁਸੀਂ ਪਹਿਨਦੇ ਹੋ ਉਹ ਵਧੀਆ ਬਾਗੋ। ਤੇ ਨਿਹਾਲੀ ਦਾ ਮਤਲਬ ਰਜਾਈ, ਤਲਾਈ, ਬਿਸਤਰਾ, ਮੰਜਾ ਵਧੀਆ ਤੁਹਾਨੂੰ ਅੱਜ ਭੇਜ ਦਿਆਂਗੇ, ਕਿਉਂਕਿ ਪੰਡਤਾਂ ਨੂੰ ਇਹਨਾਂ ਚੀਜ਼ਾਂ ਤੱਕ ਹੀ ਖਿਆਲ ਹੁੰਦਾ ਵੀ ਸਾਨੂੰ ਮੰਜਾ ਬਿਸਤਰਾ ਵਧੀਆ ਮਿਲੇ, ਕੱਪੜਾ ਵਧੀਆ ਮਿਲੇ, ਖਾਣ ਨੂੰ ਖੀਰ ਕੜਾਹ ਵਧੀਆ ਮਿਲੇ। ਇੰਨੇ ਨਾਲ ਪੰਡਤ ਖੁਸ਼ ਹੋ ਜਾਂਦੇ। ਤੋ ਮਹਾਰਾਜ ਕਹਿੰਦੇ ਤੁਹਾਨੂੰ ਰਜਾਈ ਤਲਾਈ ਵਧੀਆ ਭੇਜ ਦਿਆਂਗੇ, ਭਲੇ ਤੁਮਕੋ ਨਿਸ਼ਚੈ ਜੀ ਧਾਰੋ। ਭਲੀਆਂ ਵਧੀਆ ਚੀਜ਼ਾਂ ਦਿਆਂਗੇ ਪੰਡਤ ਜੀ, ਨਿਸ਼ਚਾ ਰੱਖੋ, ਵਿਸ਼ਵਾਸ ਰੱਖੋ, ਤੁਹਾਡਾ ਸਤਿਕਾਰ ਪੂਰਾ ਕਰਾਂਗੇ। ਛਤਰੀ ਸਬੈ ਕ੍ਰਿਤ ਵਿਪਨ ਕੇ। ਨਾਲੇ ਆ ਜਿਹੜਾ ਖਾਲਸਾ ਬੈਠਾ ਨਾ, ਜਿਨ੍ਹਾਂ ਦੇ ਬਾਰੇ ਤੁਸੀਂ ਸੋਚਦੇ ਹੋ ਵੀ ਇਹਨਾਂ ਨੂੰ ਪਹਿਲਾਂ ਕਿਉਂ ਲੰਗਰ ਛਕਾਇਆ, ਛਤਰੀ, ਇਹ ਜਿਹੜੇ ਛਤਰੀ ਨੇ ਨਾ, ਸ਼ਸਤਰਧਾਰੀ ਸੂਰਮਾ ਸਾਧ ਸੰਗਤ ਜੀ, ਬ੍ਰਾਹਮਣ ਛਤਰੀ ਵੈਸ਼ ਸ਼ੂਦਰ 4 ਵਰਨ ਬ੍ਰਾਹਮਣਾਂ ਨੇ ਹੀ ਬਣਾਏ ਨੇ। ਤੇ ਛਤਰੀ ਕਾਹਦੇ ਵਾਸਤੇ ਬਣਾਏ? ਵੀ ਸਾਡੀ ਰੱਖਿਆ ਕਰਨਗੇ। ਮਹਾਰਾਜ ਕਹਿੰਦੇ ਪੰਡਤ ਜੀ ਛਤਰੀ ਬਣਾਏ ਕਿਰਤ ਮੈਨੇ ਬਣਾਏ ਹੋਏ ਵਿਪਨ ਕੇ, ਇਹ ਬ੍ਰਾਹਮਣਾਂ ਦੀ ਰੱਖਿਆ ਵਾਸਤੇ ਹੀ ਬਣੇ ਨੇ। ਤੇ ਬ੍ਰਾਹਮਣਾਂ ਨੇ ਇਹ ਛਤਰੀ ਵਰਨ ਦੀ ਵੰਡ ਕੀਤੀ ਸੀ ਵੀ ਤੁਸੀਂ ਛਤਰੀ ਹੋ ਬਾਈ, ਤੁਸੀਂ ਧਰਮ ਦੀ ਰਾਖੀ ਕਰਨੀ ਹੈ। ਇਨਹੂ ਪੈ ਕਟਾਚ ਕਿਰਪਾ ਕੈ ਨਿਹਾਰੋ। ਤੇ ਪੰਡਤ ਜੀ ਇਹਨਾਂ ਵੱਲ ਕਿਰਪਾ ਦ੍ਰਿਸ਼ਟੀ ਦੀ ਨਾਲ ਵੇਖੋ,
ਇਹਨਾਂ ਦੇ ਵੱਲ ਮਿਹਰ ਦੀ ਨਿਗਾਹ ਰੱਖੋ, ਇਹਨਾਂ ਨਾਲ ਈਰਖਾ ਨਾ ਰੱਖੋ। ਅਸਲ ਵਿੱਚ ਸਾਧ ਸੰਗਤ ਜੀ ਇਹ ਬੜਾ ਡੂੰਘਾ ਪ੍ਰਸੰਗ ਹੈ ਕਿ ਤ੍ਰੇਤੇ ਤੋਂ ਪਹਿਲਾਂ ਪਰਸਰਾਮ ਦੀ ਛਤਰੀਆਂ ਨਾਲ ਲੜਾਈ ਚੱਲੀ ਆਉਂਦੀ ਸੀ। 21 ਵਾਰ ਪਰਸਰਾਮ ਬ੍ਰਾਹਮਣ ਸੀ, ਉਹਦੀ ਮਾਤਾ ਉਹਦੇ ਪਿਤਾ ਜਮਦਗਨ ਰਿਸ਼ੀ ਦੀ ਰਿਸ਼ਤੇਦਾਰੀ ਸੀ ਸਹੰਸਰ ਬਾਹੂ ਨਾਲ, ਉਹਦੇ ਨਾਲ ਜੰਗ ਹੋਇਆ। ਉੱਥੋਂ ਇਹ ਸਾਰੀ ਲੜਾਈ ਬੜੀ ਲੰਮੀ, ਇਤਿਹਾਸ ਬੜਾ ਲੰਮਾ। ਤੇ ਪਰਸਰਾਮ ਨੇ ਸਹੁੰ ਪਾ ਲਈ ਮੈਂ 21 ਵਾਰੀ ਛਤਰੀਆਂ ਨੂੰ ਖਤਮ ਕਰਾਂਗਾ। 21 ਵਾਰੀ ਉਹਨੇ ਛਤਰੀ ਖਤਮ ਕੀਤੇ ਧਰਤੀ ਤੇ ਮਹਾਰਾਜ ਕਹਿੰਦੇ ਆ ਵੀ ਇਦਾਂ ਨਾ ਕਰੋ, ਛਤਰੀਆਂ ਨਾਲ ਜਨਮਜਾਤ ਦੁਸ਼ਮਣੀ ਨਾ ਰੱਖੋ। ਛਤਰੀ ਸਭਾ ਕਿਰਤ ਵਿਪਣਗੇ, ਇਹ ਤੁਹਾਡੀ ਰੱਖਿਆ ਲਈ ਬਣੇ ਹਨ। ਯੁੱਧ ਜਿਤੇ ਇਨਹੀ ਕੇ ਪ੍ਰਸਾਦ, ਇਹਨਾਂ ਛਤਰੀਆਂ ਦੀ ਕਿਰਪਾ ਨਾਲ ਹੀ ਅਸੀਂ ਵੱਡੇ ਵੱਡੇ ਜੰਗ ਜਿੱਤੇ ਹਨ। ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਆ ਜਿਹੜਾ ਪੰਡਤ ਜੀ ਤੁਹਾਨੂੰ ਦਾਨ ਦਿੰਨੇ ਆ ਨਾ, ਇਹ ਛਤਰੀਆਂ ਦੀ ਕਿਰਤ ਕਮਾਈ ਵਿੱਚੋਂ ਹੀ ਦਿੰਨੇ ਆ। ਪੰਥ ਖਾਲਸਾ ਖੇਤੀ ਮੇਰੀ, ਕਰੋ ਸੰਭਾਲ ਸਦਾ ਇਨਕੇਰੀ। ਇਹ ਜਿਹੜਾ ਖਾਲਸਾ ਪੰਥ ਕਿਰਤ ਵਿਰਤ ਕਰਕੇ ਮਿਹਨਤਾਂ ਕਰਕੇ, ਕੋਈ ਦਿਹਾੜੀ ਕਰਦਾ, ਕੋਈ ਦੁਕਾਨਦਾਰੀ ਕਰਦਾ, ਕੋਈ ਖੇਤੀ ਕਰਦਾ, ਕੋਈ ਬਿਜ਼ਨਸ ਕਰਦਾ ਤੇ ਲਿਆ ਕੇ ਦਸਵੰਧ ਗੁਰੂ ਦੇ ਖਜ਼ਾਨੇ 'ਚ ਦਿੰਦਾ। ਇੱਥੋਂ ਹੀ ਤੁਹਾਨੂੰ ਪੰਡਤਾਂ ਨੂੰ ਦਾਨ ਦਛਨਾ ਦਿੰਦੇ ਆ। ਮਹਾਰਾਜ ਕਹਿੰਦੇ ਇਹਨਾਂ ਦੀ ਕਿਰਪਾ ਨਾਲ ਹੀ ਦਾਨ ਕੀਤੇ ਹਨ। ਔਗਟਰੇ ਇਨਹੀ ਕੇ ਪ੍ਰਸਾਦ, ਇਹਨਾਂ ਦੀ ਕਿਰਪਾ ਨਾਲ ਵੱਡੇ ਵੱਡੇ ਪਾਪ ਨਾਸ ਹੋ ਜਾਂਦੇ। ਜਦੋਂ ਖਾਲਸੇ ਦੀ ਸੰਗਤ ਵਿੱਚ ਰਹੀਏ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਨਹੀ ਕੀ ਕਿਰਪਾ ਫੁਨ ਧਾਮ ਭਰੇ, ਤੇ ਇਹਨਾਂ ਦੀ ਕਿਰਪਾ ਨਾਲ ਹੀ ਘਰ ਭਰ ਜਾਂਦੇ ਹਨ। ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਇਹਨਾਂ ਸਿੰਘਾਂ ਦੀ ਕਿਰਪਾ ਨਾਲ ਹੀ ਵਿਦਿਆ ਪ੍ਰਾਪਤ ਹੋਈ ਹੈ। ਇਨਹੀ ਕੀ ਕਿਰਪਾ ਸਭ ਸਤਰ ਮਰੇ, ਇਹਨਾਂ ਦੀ ਕਿਰਪਾ ਨਾਲ ਹੀ ਸਾਰੇ ਸ਼ਤਰੂ ਮਾਰੇ ਗਏ ਹਨ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਮਹਾਰਾਜ ਕਹਿੰਦੇ ਸਿੰਘਾਂ ਦੀ ਕਿਰਪਾ ਕਰਕੇ, ਛਤਰੀਆਂ ਦੀ ਕਿਰਪਾ ਕਰਕੇ ਅਸੀਂ ਸਜੇ ਹਾਂ। ਨਹੀਂ ਮੋਸੇ ਗਰੀਬ ਕਰੋੜ ਪਰੇ, ਇਹ ਪੰਡਤ ਜੀ ਖਾਲਸੇ ਤੋਂ ਬਿਨਾਂ ਮੇਰੀ ਵੀ ਕੋਈ ਵੈਲਿਊ ਨਹੀਂ, ਮੇਰੇ ਵਰਗੇ ਕਰੋੜਾਂ ਹੀ ਫਿਰਦੇ ਹਨ। ਨਹੀਂ ਮੋਸੇ ਗਰੀਬ ਕਰੋੜ ਪਰੇ, ਇਹ ਖਾਲਸੇ ਦੀ ਕਿਰਪਾ ਨਾਲ ਹੀ ਮੇਰੇ ਕੋਲ ਇੰਨੇ ਖਜ਼ਾਨੇ ਹਨ। ਸੇਵ ਕਰੀ ਇਨਹੀ ਕੀ ਭਾਵਤ, ਸਾਨੂੰ ਤਾਂ ਇਹ ਖਾਲਸੇ ਦੀ ਕੀਤੀ ਸੇਵਾ ਹੀ ਚੰਗੀ ਲੱਗਦੀ ਹੈ। ਔਰ ਕੀ ਸੇਵ ਸੁਹਾਤ ਨਾ ਜੀ ਕੋ, ਹੋਰ ਕਿਸੇ ਦੀ ਸੇਵਾ ਚੰਗੀ ਨਹੀਂ ਲੱਗਦੀ ਸੁਹਾਦ ਨਾ ਜੀ ਕੋ। ਕਿਉਂ? ਕਿਉਂਕਿ ਖਾਲਸਾ ਜਿਹੜਾ ਹੈ ਬ੍ਰਾਹਮਣ ਵੀ ਹੈ, ਖਾਲਸਾ ਛਤਰੀ ਵੀ ਹੈ, ਖਾਲਸਾ ਵੈਸ਼ ਵੀ ਹੈ, ਖਾਲਸਾ ਸ਼ੂਦਰ ਵੀ ਹੈ, ਖਾਲਸਾ ਦਾਨ ਦਿੰਦਾ ਵੀ ਹੈ, ਖਾਲਸਾ ਦਾਨ ਲੈ ਵੀ ਸਕਦਾ। ਇਹ ਸਾਰੇ ਗੁਣ ਖਾਲਸੇ ਵਿੱਚ ਹਨ। ਇਸ ਕਰਕੇ ਹੋਰ ਕਿਸੇ ਦੀ ਸੇਵਾ ਸਾਨੂੰ ਭਾਉਂਦੀ ਨਹੀਂ। ਦਾਨ ਦਿਓ ਇਨਹੀ ਕੋ ਭਲੋ, ਖਾਲਸੇ ਨੂੰ ਦਿੱਤਾ ਦਾਨ ਹੀ ਭਲਾ ਦਾਨ ਹੈ। ਦਾਨ ਕੋ ਦਾਨ ਨਾ ਲਾਗਤ ਨੀਕੋ, ਹੋਰ ਨੂੰ ਦਿੱਤਾ ਦਾਨ ਨਹੀਂ ਚੰਗਾ ਭਲਾ ਲੱਗਦਾ। ਆਗੇ ਫਲੇ ਇਨਹੀ ਕੋ ਦਿਓ, ਮਹਾਰਾਜ ਕਹਿੰਦੇ ਅੱਗੇ ਦਰਗਾਹ ਵਿੱਚ ਖਾਲਸੇ ਨੂੰ ਦਿੱਤਾ ਦਾਨ ਹੀ ਫਲੀ ਭੂਤ ਹੁੰਦਾ ਹੈ। ਜਗ ਮੈਂ ਜਸ ਔਰ ਦਿਓ ਸਭ ਫੀਕੋ, ਸੰਸਾਰ ਦੇ ਵਿੱਚ ਹੋਰ ਵੀ ਜੋ ਕੁਝ ਵੀ ਦਾਨ ਜਸ ਮਾਨ ਵਡਿਆਈ ਲਈ ਦਿੱਤਾ ਜਾਂਦਾ ਸਭ ਫਿੱਕਾ ਹੈ। ਮੋਹ ਗ੍ਰਹਿ ਮੈਂ ਮਨ ਤੇ ਤਨ ਤੇ, ਮਹਾਰਾਜ ਕਹਿੰਦੇ ਮੇਰੇ ਘਰ ਵਿੱਚ ਮਨ ਤੋਂ ਤਨ ਤੋਂ ਲੈ ਕੇ ਸਿਰ ਲੋ ਧਨ ਹੈ ਸਭ ਹੀ ਇਨਹੀ ਕੋ, ਆਪਣਾ ਸਿਰ ਵੀ ਤੇ ਧਨ ਵੀ ਸਾਰਾ ਇਹਨਾਂ ਦਾ ਹੀ ਮੈਂ ਖਾਲਸੇ ਨੂੰ ਹੀ ਸੌਂਪਿਆ ਹੈ। ਮੋਰਾ ਚਟਪਟਾਏ ਚਿਤ ਮੈਂ ਜਰਿਓ ਤ੍ਰਿਣ ਜੋ ਕ੍ਰੁੱਧਤ ਹੋਏ। ਇਹ ਗੱਲ ਸੁਣ ਕੇ ਸਾਧ ਸੰਗਤ ਜੀ ਪੰਡਤ ਕੇਸੋ ਦਾਸ ਨੂੰ ਅੱਗ ਜੀ ਲੱਗ ਗਈ। ਚਟਪਟਾਏ ਚਿਤ ਮੈਂ ਜਰਿਓ, ਸੜ ਬਲ ਗਿਆ। ਤ੍ਰਿਣ ਜਿਉ ਕ੍ਰੁੱਧ ਤੋਂ, ਜਿਵੇਂ ਕੱਖਾਂ ਨੂੰ ਅੱਗ ਲਾਈ ਇੱਕਦਮ ਭਬੂਕਾ ਜਾ ਪੈਂਦਾ ਨਾ ਪਰਾਲੀ ਦੀ ਅੱਗ, ਫਿਰ ਮਿੰਟ 'ਚ ਠੰਡੀ ਵੀ ਹੋ ਜਾਂਦੀ ਹੈ। ਪਰਾਲੀ ਦੀ ਅੱਗ ਭੜਕਦੀ ਵੀ ਬੜੀ ਹੈ ਇੱਕਦਮ, ਤੇ 2 ਸਕਿੰਟਾਂ 'ਚ ਠੰਡੀ। ਇੱਦਾਂ 1 ਮਿੰਟ ਥੋੜਾ ਜਿਹਾ ਗਰਮ ਜਿਹਾ ਹੋਇਆ। ਹੁਣ ਮਹਾਰਾਜ ਦੇ ਸਾਹਮਣੇ ਗਰਮੀ ਕੀ ਕਰਨੀ ਸੀ ਉਹਦੀ। ਪੰਡਤ ਕੇਸੋ ਦਾਸ ਜੀ ਗਰਮ ਹੋ ਕੇ ਠੰਡਾ ਵੀ ਹੋ ਗਿਆ। ਖੋਜ ਰੋਜ ਕੇ ਹੇਤ ਲੱਗ ਦਇਓ ਮਿਸਰ ਜੂ ਹੋਏ, ਰੋਏ। ਕਹਿੰਦੇ ਖੋਜ ਰੋਜ ਕੇ ਹੇਤ ਲੱਗ, ਨਿਤਾ ਪ੍ਰਤੀ ਦੀ ਜਿਹੜੀ ਰੋਜੀ ਰੋਟੀ ਸੀ ਨਾ ਉਹਨੂੰ ਲੱਗਿਆ ਵੀ ਹੁਣ ਗਵਾਚ ਜਾਏਗੀ। ਹੁਣ ਮਹਾਰਾਜ ਸਿੰਘਾਂ ਨੂੰ ਹੀ ਦਾਨ ਦੇਣਗੇ, ਸਾਨੂੰ ਪੰਡਤਾਂ ਨੂੰ ਦਾਨ ਨਹੀਂ ਦੇਣਗੇ। ਇਸ ਕਰਕੇ ਪੰਡਤ ਕੇਸੋ ਦਾਸ ਜੀ ਰੋਣ ਲੱਗ ਪਏ। ਚੌਪਈ ਸਾਦਰ ਬਹੁਰ ਆਹਾਰ ਖਵਈਆ, ਮਹਾਰਾਜ ਨੇ ਵੇਖਿਆ ਵੀ ਪੰਡਤ ਹੁਣ ਦੁਖੀ ਹੋਇਆ। ਮਹਾਰਾਜ ਨੇ ਬੜੇ ਸਤਿਕਾਰ ਨਾਲ ਫਿਰ 2 ਮਿੱਠੇ ਬੋਲ ਬੋਲੇ ਤੇ ਸਤਿਕਾਰ ਨਾਲ ਲਿਆਓ ਬਈ ਪੰਡਤ ਜੀ ਨੂੰ ਪਹਿਲਾਂ ਪ੍ਰਸ਼ਾਦਾ ਛਕਾਓ। ਤੇ ਵਧੀਆ ਭੋਜਨ ਛਕਾਇਆ ਕੋਲ ਬਿਠਾ ਕੇ। ਦਖਣਾ ਲੱਛ ਸਵਾ 100 ਰੁਪਈਆ, ਤੇ ਮਹਾਰਾਜ ਨੇ 1.25 ਲੱਖ ਰੁਪਈਆ ਪੰਡਤ ਜੀ ਦੀ ਝੋਲੀ 'ਚ ਦਛਣਾ ਪਾਈ। ਜਦੋਂ 1.25 ਲੱਖ ਰੁਪਈਆ ਦਾਨ ਦਛਣਾ ਮਿਲੀ ਨਾ,
ਕੇਸੋ ਦਾਸ ਤਾਂ ਫਿਰ ਬਾਗੋ ਬਾਗ ਹੋ ਗਿਆ, ਖੁਸ਼ ਹੋ ਗਿਆ। ਦਰਬ ਪਠਿਓ ਸਭ ਆਪਣੇ ਧਾਮ। ਉਹਨੇ ਸਾਰਾ ਪੈਸਾ ਹੁੰਡੀ ਕਰਕੇ ਆਪਣੇ ਘਰ ਬਨਾਰਸ ਭੇਜ ਦਿੱਤਾ। ਰਹਿਓ ਕੁਚਕ ਗੁਰ ਢਿਗ ਬਿਸਰਾਮ। ਆਪ ਹੋਰ ਕੁਝ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਹੀ ਰਿਹਾ ਗੁਰੂ ਸਾਹਿਬ ਦੇ ਕੋਲ। ਪੁਨਵਰ ਲੈ ਬੇਹੇਤ ਉਚਾਰਾ। ਫਿਰ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਤੇ ਈਸ਼ਵਰ ਅਵਤਾਰ ਹੋ, ਮੈਂ ਤੁਹਾਡੇ ਲਈ ਐਡਾ ਪ੍ਰਯੋਗ ਕੀਤਾ ਹੈ, ਕੱਲੀ ਮਾਇਆ ਦੀ ਦਛਨਾ ਦਿਓਗੇ, ਕੋਈ ਵਰ ਵੀ ਦਿਓ। ਮਹਾਰਾਜ ਨੂੰ ਵਰ ਮੰਗਿਆ ਫਿਰ ਸਤਿਗੁਰਾਂ ਤੋਂ। ਸ੍ਰੀ ਗੁਰੂ ਜੀ ਹੋਏ ਪੰਥ ਤੁਮਾਰਾ। ਇਹ ਸਤਿਗੁਰੂ ਜੀ ਤੂੰ ਅੱਗੇ ਆਉਣ ਵਾਲੇ ਸਮੇਂ ਤੁਹਾਡਾ ਪੰਥ ਬੜਾ ਵਧੇਗਾ। ਕਰੈ ਜੰਗ ਤੁਰਕਨ ਕੋ ਮਾਰੈ। ਤੁਹਾਡੇ ਸਿੰਘ ਤੁਰਕਾਂ ਨਾਲ ਜੰਗ ਕਰਨਗੇ, ਤੁਰਕਾਂ ਨੂੰ ਮਾਰਨਗੇ। ਵਿਜੈ ਪਾਏ ਸਭ ਵਸਤ ਸੰਭਾਰੈ। ਔਰ ਫਤਿਹ ਪਾਣਗੇ ਤੇ ਸਾਰੀ ਧਰਤੀ ਦਾ ਰਾਜ ਪ੍ਰਾਪਤ ਕਰਨਗੇ। ਅਵਨੀ ਰਾਜ ਕਰੈ ਬਹੁ ਤੇਰਾ। ਔਰ ਧਰਤੀ ਦਾ ਰਾਜ ਕਰਨਗੇ। ਦਿਨ ਮਹਿ ਜਨਮ ਹੋਏ ਪੁਨ ਮੇਰਾ। ਮਹਾਰਾਜ ਮੈਂ ਚਾਹੁੰਦਾ ਉਹਨਾਂ ਸਿੰਘਾਂ ਵਿੱਚ ਮੇਰਾ ਜਨਮ ਹੋਵੇ, ਮੈਂ ਵੀ ਤੁਹਾਡਾ ਸਿੰਘ ਬਣਾ। ਸੁਨ ਕਲਗੀ ਧਰ ਭਏ ਪ੍ਰਸੰਨ। ਤੇ ਮੈਨੂੰ ਵੀ ਕੋਈ ਰਾਜ ਭਾਗ ਦਾ ਮਾੜਾ ਜਿਹਾ ਹੁਲਾਰਾ ਮਿਲੇ। ਅਸੀਂ ਤੇ ਮਹਾਰਾਜ ਜੁਗ ਬੀਤ ਗਏ ਨੇ, ਕਦੀ ਰਾਜ ਕਰਕੇ ਨਹੀਂ ਵੇਖਿਆ, ਤੇ ਅਗਲਾ ਜਨਮ ਮੈਨੂੰ ਰਾਜਾ ਬਣਾ ਦਿਓ ਨਾ, ਤੇ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹੋਵਾਂਗਾ। ਕੇਸੋ ਦਾਸ ਦੀ ਗੱਲ ਸੁਣ ਕੇ ਬਾਜਾਂ ਵਾਲੇ ਫਿਰ ਦਇਆ ਦੇ ਘਰ ਚ ਆ ਗਏ। ਸਿੰਘ ਬਣਨ ਚਾਹਿਓ ਤੂੰ ਧਨ। ਮਹਾਰਾਜ ਕਹਿੰਦੇ ਕੇਸੋ ਦਾਸ ਧੰਨ ਹੈ, ਤੂੰ ਸਾਡਾ ਸਿੰਘ ਬਣਨਾ ਚਾਹੁੰਦਾ। ਧੰਨ ਉਹ ਬ੍ਰਾਹਮਣ ਹਨ ਜਿਹੜੇ ਆਪਣੇ ਬਾਹਮਣ ਪੁਣੇ ਦਾ ਹੰਕਾਰ ਛੱਡ ਕੇ ਗੁਰੂ ਦੀ ਸ਼ਰਨ ਆ ਗਏ। ਸਾਧ ਸੰਗਤ ਜੀ, ਬਹੁਤ ਬ੍ਰਾਹਮਣਾਂ ਚੋਂ ਸਿੰਘ ਸਜੇ ਹਨ, ਬਹੁਤ ਛਤਰੀਆਂ ਚੋਂ ਸਿੰਘ ਸਜੇ ਹਨ, ਬਹੁਤ ਵੈਸ਼ਾਂ ਚੋਂ ਸਿੰਘ ਸਜੇ ਹਨ, ਬਹੁਤ ਸ਼ੂਦਰਾਂ ਚੋਂ ਵੀ ਸਿੰਘ ਸਜੇ ਹਨ। ਜਿਹੜੇ ਗੁਰੂ ਦੇ ਪੰਥ ਵਿੱਚ ਆ ਗਏ ਸਾਰੇ ਹੀ ਧੰਨ ਹੋ ਗਏ। ਧੰਨ ਹੋ ਪੰਡਿਤ ਕੇਸੋ ਦਾਸ ਜੀ, ਤੁਸੀਂ ਖਾਲਸਾ ਸਿੰਘ ਬਣਨਾ ਚਾਹੁੰਦੇ ਹੋ। 3 ਵਾਰ ਹੋਏ ਪੰਥ ਮਝਾਰੀ। ਚੰਗਾ, ਫਿਰ ਤੇਰਾ 3 ਵਾਰੀ ਪੰਥ ਵਿੱਚ ਜਨਮ ਹੋਵੇਗਾ, 3 ਵਾਰੀ ਤੂੰ ਖਾਲਸੇ ਪੰਥ ਵਿੱਚ ਆਵੇਂਗਾ। ਲਹਿ ਸਿੰਘਨ ਮਹਿ ਸਿਰਦਾਰੀ। ਤੇ ਸਿੰਘਾਂ ਦੀ ਸਰਦਾਰੀ ਬਾਦਸ਼ਾਹੀ ਤੂੰ ਕਰੇਗਾ। ਇਹ ਵਰ ਪਾਏ ਹਰਖ ਕੋ ਧਰ ਕੇ। ਇਸ ਤਰ੍ਹਾਂ ਵਰ ਪਾ ਕੇ ਬੜਾ ਖੁਸ਼ ਹੋਇਆ ਹੈ। ਵਿਪਰ ਕਲੇਵਰ ਕੋ ਤਜ ਕਰਕੇ। ਤੇ ਫਿਰ ਇਹ ਬ੍ਰਾਹਮਣਾ ਵਾਲਾ ਚੋਲਾ ਛੱਡ ਕੇ ਭਇਓ ਖਾਲਸੇ ਮਹਿ ਸਰਦਾਰ। ਇਹ ਫਿਰ ਆਉਣ ਵਾਲੇ ਸਮੇਂ 'ਚ ਸਿੰਘਾਂ ਵਿੱਚ ਸਰਦਾਰ ਹੋਇਆ ਹੈ, ਰਾਜਾ ਬਣਿਆ ਹੈ। ਮਨੇ ਤੁਰਕ ਬਹੁ ਜੰਗ ਮਝਾਰ। ਇਹ 100 ਸਾਖੀ ਦੇ ਵਿੱਚ ਬਚਨ ਆਉਂਦਾ, ਇਹਨੇ ਜੰਗ ਵੀ ਲੜੇ ਹਨ। ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਬਣ ਕੇ, ਬਾਅਦ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣ ਕੇ। ਇਹ ਕੇਸੋ ਦਾਸ ਦੀ ਆਤਮਾ ਹੀ ਆਈ ਸੀ, ਗੁਰੂ ਸਾਹਿਬ ਤੋਂ ਵਰ ਲਿਆ ਸੀ। ਬ੍ਰਿੰਦ ਭੋਗ ਭੋਗੇ ਸੁਖ ਪਾਏ। ਫਿਰ ਬੜਾ ਰਾਜ ਭੋਗਿਆ, ਸੁਖ ਭੋਗਿਆ ਹੈ। ਕਥਾ ਵਿਪਰ ਕੀ ਭੀ ਇਸ ਭਾਏ। ਇਸ ਤਰ੍ਹਾਂ ਪੰਡਿਤ ਕੇਸੋ ਦਾਸ ਜੀ ਦੀ ਕਥਾ ਹੋਈ ਹੈ। ਅਗਲੀ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿ। ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ। ਅੰਧਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦੇ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨੇ। ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।